ਵੀ ਜੰਗ ਲਾਉਣੀ ਸੌਖੀ ਹੁੰਦੀ ਆ, ਜੰਗ ਸਮੇਟਣੀ ਬਹੁਤ ਔਖੀ। ਸੋ ਇਹ ਦੇਖੋ ਹੁਣ ਬਿਲਕੁਲ ਆਪਣੇ ਜਿਹੜੀਆਂ ਪੇਸ਼ਨ ਗੋਈਆਂ ਉਹ ਠੀਕ ਹੋਈਆਂ। ਸੋ ਜੰਗ ਦਾ ਆਪਣਾ ਲੌਜਿਕ ਹੋ ਜਾਂਦਾ। ਇਜ਼ਰਾਈਲ ਦੀ ਕਾਹਲੀ ਨੇ ਜਿਹੜਾ ਹੈਗਾ ਉਹ ਅਮਰੀਕਨ ਪ੍ਰੈਜ਼ੀਡੈਂਟ ਨੂੰ ਵੀ ਜਾਂ ਅਮਰੀਕਨ ਸਟੇਟ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਇੱਕ ਉਲਝਾ ਜਿਹਾ ਲਿਆ ਹੋਇਆ। ਸੋ ਇਟ ਮੀਨਸ ਇਜ਼ਰਾਈਲ ਦੀ ਵੱਡੀ ਅਸੈਸਮੈਂਟ ਨਹੀਂ ਸੀ। ਉਹਨੇ ਜਿੱਦਾਂ ਨੇਤਨਯਾਹੂ ਦਾ ਆਪਾਂ ਦੇਖਿਆ ਹੀ ਹੈਗਾ ਵੀ ਉਹ ਜੰਗਜੂ ਕਿਸਮ ਦਾ ਜਾਂ ਜੰਗਬਾਜ਼ ਕਿਸਮ ਦਾ ਰਾਸ਼ਟਰਪਤੀ ਹੈਗਾ। ਸੋ ਉਹਨੇ ਮੈਨੂੰ ਲੱਗਦੀ ਵੀ ਗਲਤ ਅਸੈਸਮੈਂਟ ਚੋਂ ਜਾਂ ਅੰਡਰ ਐਸਟੀਮੇਟ ਕਰਕੇ ਹੈਗਾ ਜਿਹੜਾ ਉਹ ਇਰਾਨ ਨਾਲ ਪੰਗਾ ਲੈ ਰਿਹਾ। ਨਿੱਤ ਆਏ ਦਿਨ ਉਹਨਾਂ ਦਾ ਬਿਆਨ ਵੀ ਬਦਲ ਜਾਂਦਾ। ਸਟ੍ਰੇਟ ਆਫ ਹਾਰਮੁਜ਼ ਬਲੌਕ ਹੋ ਗਈ, ਉੱਤੇ ਬਲੌਕੇਡ ਲਾਤਾ, ਚਾਈਨਾ ਦੇ ਲਈ ਓਪਨ ਕਰਤੀ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਸੇ ਨੂੰ ਸਟੇਬਿਲਿਟੀ ਨਹੀਂ ਨਜ਼ਰ ਆ ਰਹੀ। ਪਤਾ ਨਹੀਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਆ। US ਦੇ ਪ੍ਰੈਜ਼ੀਡੈਂਟ ਦੇ ਅੱਗੇ ਕਿਤੇ ਬਿਆਨ ਨੂੰ ਬੜੇ ਸੰਜੀਦਗੀ ਦੇ ਨਾਲ ਲਿਆ ਜਾਂਦਾ ਸੀਗਾ। ਉਹ ਅਮਰੀਕਾ ਇਹ ਦਬਾਅ ਪਾ ਰਿਹਾ ਹੈਗਾ ਵੀ ਉਹ ਆਪਣਾ ਜਿਹੜਾ ਹਥਿਆਰ ਬਣਾਉਣ ਦਾ, ਪਰਮਾਣੂ ਹਥਿਆਰ ਬਣਾਉਣ ਦਾ ਜਿਹੜਾ ਜ਼ਖੀਰਾ ਹੈਗਾ ਉਹ ਜਾਂ ਤਾਂ ਨਸ਼ਟ ਕਰ ਦੇਵੇ ਜਾਂ ਕਿਸੇ ਫੋਰਸ ਦੇ ਜਿਹੜੇ ਹਵਾਲੇ ਆ ਉਹ ਕਰ ਦੇਵੇ। ਉਹ ਕਹਿੰਦੇ ਵੀ ਇਰਾਨ ਮੰਨ ਗਿਆ ਸੀ। ਸੋ ਇਹ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਦੀ ਓਮਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਇਰਾਨ ਮੰਨ ਗਿਆ। ਗੱਲਬਾਤ ਦੇ ਦੌਰਾਨ ਨੇਤਨਯਾਹੂ ਦੀ ਕਾਲ ਆ ਗਈ ਸੀਗੀ JD ਵੈਂਸ ਨੂੰ। ਉਸ ਤੋਂ ਬਾਅਦ ਦੇ ਵਿੱਚ ਗੱਲ ਜਿਹੜੀ ਉਹ ਵਿਗੜਨੀ ਹੋਰ ਸ਼ੁਰੂ ਹੋ ਗਈ। ਕਹਿੰਦੇ ਵੀ ਟਰੰਪ ਹੋਣਾ ਦੇ ਨਾਲ JD ਵੈਂਸ ਦੀਆਂ ਬਹੁਤ ਕਾਲਾਂ ਹੋਈਆਂ। ਹਾਂਜੀ। ਸੋ ਇਹਦਾ ਪ੍ਰਭਾਵ ਇਹ ਜਾਂਦਾ ਹੈਗਾ ਵੀ ਜੇ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਵੀ ਨੇਤਨਯਾਹੂ ਦੇ ਅਧੀਨ ਕੰਮ ਕਰ ਰਿਹਾ, ਸੋ ਇਹ ਅਮਰੀਕਨ ਡਿਪਲੋਮੇਸੀ ਜਾਂ ਅਮਰੀਕਨ ਪ੍ਰੈਜ਼ੀਡੈਂਟਸ਼ਿਪ ਤੇ ਸਵਾਲ ਹੋ ਰਹੇ ਹੈਗੇ। ਮੋਦੀ ਨੂੰ ਵੀ ਸਵਾਲ ਕੀਤੇ ਜਾ ਰਹੇ ਆ ਵੀ ਤੂੰ ਤਾਂ ਵਿਸ਼ਵ ਗੁਰੂ ਸੀਗਾ, ਵੀ ਨੈਗੋਸ਼ੀਏਸ਼ਨ ਪਾਕਿਸਤਾਨ ਵਾਲੇ ਕਰਾਈ ਜਾਂਦੇ ਆ। ਇਸ ਤਰ੍ਹਾਂ ਨਾਲ ਇੰਡੀਆ ਲਈ ਹਲੇ ਕਾਫੀ ਸਾਰੇ ਦਰਵਾਜ਼ੇ ਆ ਜਿਹੜੇ ਉੱਥੇ ਲੋਕਲ ਪੋਲਿਟਿਕਸ ਵਿੱਚ ਖੁੱਲ ਰਹੇ ਹੈਗੇ ਆ ਵਿੰਡੋਜ਼, ਜਿਨ੍ਹਾਂ ਨੂੰ ਜਿਹੜਾ ਹੈਗਾ ਮੈਨੇਜ ਕਰਨਾ ਇੰਡੀਆ ਦੀ ਡਿਪਲੋਮੇਸੀ ਲਈ ਸਿਰਦਰਦੀ ਬਣਿਆ ਹੋਇਆ। ਉਹਦਾ ਫਾਇਦਾ ਉਠਾ ਕੇ ਜਿਹੜਾ ਪਾਕਿਸਤਾਨ, ਫਿਰ ਇਹ ਹੈਗਾ ਵੀ ਕਿਉਂਕਿ ਜਿੰਨੀ ਸੰਭਾਵਨਾ ਪਾਕਿਸਤਾਨ ਦੀ ਚੀਨ ਨਾਲ ਨਿੱਘੇ ਰਿਸ਼ਤਿਆਂ ਵਿੱਚ ਗੱਲ ਕਰਨ ਦੀ ਸੀ, ਉਹ ਮੇਰਾ ਖਿਆਲ ਇੰਡੀਆ ਕੋਲ ਨਹੀਂ ਸੀ। ਸੋ ਚੀਨ ਵੀ ਇੰਡੀਆ ਨਾਲ ਉਨੀ ਨਿੱਘੀ ਗੱਲ ਨਹੀਂ ਸੀ ਕਰ ਸਕਦਾ ਜਿੰਨੀ ਪਾਕਿਸਤਾਨ ਨਾਲ ਕਰ ਸਕਦਾ ਸੀ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ। ਜੁੜ ਚੁੱਕੇ ਨੇ ਆਪਣੇ ਨਾਲ ਜਿਹੜੇ ਜੀਓ ਪੋਲੀਟਿਕਸ ਦੇ ਵਿਸ਼ਲੇਸ਼ਕ ਤੇ ਨਾਲ ਦੇ ਨਾਲ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਸ ਟਾਈਮ ਜੀਓਪੋਲੀਟਿਕਲੀ ਖਾਸ ਕਰਕੇ ਜੋ ਈਰਾਨ ਦੀ ਵਾਰ ਜਿਹੜੀ ਚੱਲ ਰਹੀ ਆ US ਤੇ ਇਜ਼ਰਾਈਲ ਦੇ ਦੁਆਰਾ, ਜੋ ਫਰਵਰੀ ਦੇ ਅਖੀਰ ਦੇ ਵਿੱਚ ਈਰਾਨ ਦੇ ਉੱਤੇ ਹਮਲੇ ਸ਼ੁਰੂ ਕੀਤੇ ਗਏ ਸੀ, ਉਸ ਤੋਂ ਲੈ ਕੇ ਹੁਣ ਤੱਕ ਕਾਫੀ ਕੁਛ ਬਦਲਿਆ। ਜਦੋਂ ਸ਼ੁਰੂਆਤ ਸੀ ਉਦੋਂ ਹੋਰ ਸੀ, ਮਿਡਲ ਦੇ ਵਿੱਚ ਆ ਕੇ ਹੋਰ ਆ। ਹੁਣ ਆਪਾਂ ਨੂੰ ਇੱਦਾਂ ਲੱਗ ਰਿਹਾ ਹੈ ਵੀ ਸ਼ਾਇਦ ਅਖੀਰ ਵੱਲ ਨੂੰ, ਪੜਾਅ ਵੱਲ ਨੂੰ ਇਹ ਜਿਹੜੀ ਲੜਾਈ ਆ ਉਹ ਵੱਧ ਰਹੀ ਆ। ਪਰ ਕੀ ਵਾਕਈ ਖਤਮ ਹੋ ਜਾਊਗੀ? ਬਹੁਤ ਸਾਰੇ ਇਸ ਦੇ ਨਾਲ ਜੁੜੇ ਹੋਏ ਸਵਾਲ ਨੇ। ਕੀ ਕੁਛ ਹੋਰ ਚੱਲ ਰਿਹਾ ਆ? ਕਿੱਦਾਂ ਦੇ ਸਟਾਂਸ ਚੱਲ ਰਹੇ ਆ? ਕਿੱਦਾਂ ਦੇ ਐਂਗਲ ਆ ਰਹੇ ਆ ਸਾਹਮਣੇ? ਨੈਗੋਸ਼ੀਏਸ਼ਨਸ ਵੀ ਹੋ ਰਹੀਆਂ ਆ, ਕਿਸੇ ਅਜੇ ਤਣ ਪੱਤਣ ਨਹੀਂ ਲੱਗ ਰਹੀਆਂ। ਕੀ ਅਸਾਰ ਹੋਰ ਬਣ ਸਕਦੇ ਆ? ਉਹ ਸਾਰੀਆਂ ਚੀਜ਼ਾਂ ਦਾ ਉੱਤੇ ਗੱਲਬਾਤ ਆਪਾਂ ਸਰਦਾਰ ਅਵਤਾਰ ਸਿੰਘ ਜੀ ਦੇ ਨਾਲ ਕਰਾਂਗੇ। ਅਵਤਾਰ ਸਿੰਘ ਜੀ, ਅਮਰੀਕਾ, ਈਰਾਨ, ਇਜ਼ਰਾਈਲ ਦੀ ਜਿਹੜੀ ਇਹ ਜੰਗ ਆ, ਇਸ ਦੇ ਵਿੱਚ ਕੋਈ ਸਮਝੌਤਾ ਨਹੀਂ ਹੋ ਪਾ ਰਿਹਾ ਹੈਗਾ। ਕੋਈ ਨਹੀਂ ਹੋ ਸਕਿਆ ਹੁਣ ਤੱਕ। ਜਿੰਨਾ ਕਿ ਇਹਨਾਂ ਨੇ ਕਿਆਸਰਾਈ ਲਾਈ ਸੀ, ਸ਼ਾਇਦ ਉਸ ਤੋਂ ਲੰਬੀ ਜਿਹੜੀ ਇਹ ਚੱਲ ਚੁੱਕੀ ਆ। ਤੇ ਕੀ ਹੋਰ ਵੀ ਅੱਗੇ ਲੰਬੀ ਚੱਲ ਸਕਦੀ ਹੈ ਇਹ ਜਿਹੜੀ ਲੜਾਈ? ਹਾਂਜੀ। ਸੋ ਆਪਾਂ ਕਈ ਵਾਰ ਡਿਸਕਸ ਕਰਿਆ ਵੀ ਜੰਗ ਲਾਉਣੀ ਸੌਖੀ ਹੁੰਦੀ ਆ, ਜੰਗ ਸਮੇਟਣੀ ਬਹੁਤ ਔਖੀ ਹੁੰਦੀ ਆ। ਸੋ ਇਹ ਦੇਖੋ ਹੁਣ ਬਿਲਕੁਲ ਆਪਣੇ ਜਿਹੜੀਆਂ ਪੇਸ਼ਨ ਗੋਈਆਂ ਉਹ ਠੀਕ ਹੋਈਆਂ। ਸੋ ਜੰਗ ਦਾ ਆਪਣਾ ਲੌਜਿਕ ਹੋ ਜਾਂਦਾ। ਜੰਗ ਤੁਹਾਨੂੰ ਧੂ ਕੇ ਲੈ ਜਾਂਦੀ ਹੈਗੀ ਆ। ਸੋ ਇੰਡੀਆ ਤੇ ਪਾਕਿਸਤਾਨ ਦੇ ਜਦੋਂ ਪਿਛਲੇ ਸਾਲ ਜੰਗ ਲੱਗੀ ਆ, ਤੇ ਉਹ ਤੁਸੀਂ ਦੇਖੋ ਇੱਕਦਮ ਉਹ ਸਿਆਣੇ ਨਿਕਲੇ ਦੋਨੋਂ ਹੀ। ਵੈਸੇ ਜੇ ਆਪਾਂ ਕਹੀਏ ਐਡੇ ਵੱਡੇ ਦੁਸ਼ਮਣ ਸਿਆਣੇ ਨਿਕਲੇ ਵੀ ਉਹਨਾਂ ਨੇ ਜੰਗ ਸਮੇਟ ਲਈ। ਨਹੀਂ, ਜੰਗਾਂ ਸਮੇਟਣੀਆਂ ਬਹੁਤ ਔਖੀਆਂ ਹੁੰਦੀਆਂ। ਇਹ ਜੰਗ ਆ ਹੁਣ ਤੁਸੀਂ ਦੇਖੋ ਵੀ ਸਿਮਟ ਨਹੀਂ ਰਹੀ, ਹਨਾ। ਲਗਾਤਾਰ ਉਹ ਹੁਣ ਧੂ ਕੇ ਲਿਜਾ ਰਹੀ। ਉਹਦੇ ਵਿੱਚ ਕਿੰਨੇ ਪਲੇਅਰ ਆ ਹੋਰ ਆ ਰਹੇ ਹੈਗੇ ਆ। ਅਸੈਸਮੈਂਟ ਦੀ ਕਮੀ ਆ, ਜਾਂ ਇਹ ਸੀਗਾ ਵੀ ਜਿਹੜਾ ਈਰਾਨ ਨੂੰ ਆਪਾਂ ਦੇਖਿਆ ਵੀ ਉਹ ਜਸਟ ਗਾਜ਼ਾ ਤੇ ਜਿੱਦਾਂ ਲਿਬਨਾਨ ਹੀ ਸਮਝ ਲਿਆ ਗਿਆ, ਉਹਦੀ ਅਸੈਸਮੈਂਟ ਦਾ ਕਿਤੇ ਟੈਕਨੀਕਲ ਫਾਲਟ ਆਇਆ। ਸੋ ਬਹੁਤ ਕੁਝ ਹੋ ਸਕਦਾ ਵੀ ਅਸੈਸਮੈਂਟ ਆ, ਹਥਿਆਰਾਂ ਦਾ, ਜਾਂ ਜਿਹੜੇ ਬਿਹਾਈਂਡ ਦੀ ਸੀਨ ਡੀਪ ਪਲੇਅਰ ਆ, ਪ੍ਰੋ ਇਰਾਨੀ ਆ, ਉਹ ਖੇਡ ਰਹੇ ਆ। ਇਟ ਮੀਨਸ ਜਿਹੜੀ ਬਹੁਤ ਸਾਰੇ ਆਸਪੈਕਟਸ ਹੁੰਦੇ ਆ ਜੰਗ ਦੇ, ਜਿਹੜੇ ਕਿ
ਜੇ ਵਿਚਾਰੇ ਵੀ ਗਏ ਨੇ ਤਾਂ ਉਹ ਕਿੱਥੇ ਤੱਕ ਵਿਚਾਰੇ ਗਏ ਨੇ, ਜਾਂ ਨਹੀਂ ਵਿਚਾਰੇ ਗਏ ਤਾਂ ਕਿਉਂ ਨਹੀਂ ਵਿਚਾਰੇ ਗਏ। ਸੋ ਜੰਗ ਨੇ ਆਪਣੇ ਲੌਜਿਕ ਦੇ ਨਾਲ ਆ ਜਿਹੜਾ ਸਥਿਤੀ ਨੂੰ ਧੂ ਲਿਆ ਹੋਇਆ, ਇਸੇ ਕਰਕੇ ਜੰਗ ਲੰਬੀ ਹੋ ਰਹੀ ਹੈ। ਸਮਝੌਤੇ ਦਾ ਵੀ ਯਤਨ ਹੋਇਆ ਪਾਕਿਸਤਾਨ ਵਿੱਚ, ਪਰ ਸਮਝੌਤਾ ਵੀ ਹਲੇ ਕਿਸੇ ਤਣ ਪੱਤਣ ਨਹੀਂ ਆ ਜਿਹੜਾ ਲੱਗ ਰਿਹਾ ਹੈਗਾ। ਸੋ ਇਹ ਕਾਫੀ ਕੰਪਲਿਕੇਟਡ ਜਿਹੜੀ ਸਿਚੁਏਸ਼ਨ ਆ ਉਹ ਸਾਡੇ ਸਾਹਮਣੇ ਆ ਜੰਗ ਦੀ ਖੜੀ ਹੋ ਰਹੀ ਹੈ। ਇਜ਼ਰਾਈਲ ਦੀ ਕਾਹਲੀ ਨੇ ਜਿਹੜਾ ਹੈਗਾ ਉਹ ਅਮਰੀਕਨ ਪ੍ਰੈਜ਼ੀਡੈਂਟ ਨੂੰ ਵੀ ਜਾਂ ਅਮਰੀਕਨ ਸਟੇਟ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਇੱਕ ਉਲਝਾ ਜਿਹਾ ਲਿਆ ਹੋਇਆ। ਸੋ ਇਟ ਮੀਨਸ ਇਜ਼ਰਾਈਲ ਦੀ ਵੱਡੀ ਅਸੈਸਮੈਂਟ ਨਹੀਂ ਸੀ। ਉਹਨੇ ਜਿੱਦਾਂ ਨੇਤਨਯਾਹੂ ਦਾ ਆਪਾਂ ਦੇਖਿਆ ਹੀ ਹੈਗਾ ਵੀ ਉਹ ਜੰਗਜੂ ਕਿਸਮ ਦਾ ਜਾਂ ਜੰਗਬਾਜ਼ ਕਿਸਮ ਦਾ ਰਾਸ਼ਟਰਪਤੀ ਹੈਗਾ। ਸੋ ਉਹਨੇ ਮੈਨੂੰ ਲੱਗਦੀ ਵੀ ਗਲਤ ਅਸੈਸਮੈਂਟ ਚੋਂ ਜਾਂ ਅੰਡਰ ਐਸਟੀਮੇਟ ਕਰਕੇ ਹੈਗਾ ਜਿਹੜਾ ਉਹ ਇਰਾਨ ਨਾਲ ਪੰਗਾ ਲੈ ਰਿਹਾ। ਉਸ ਸਥਿਤੀ ਵਿੱਚ ਆ ਜਿਹੜਾ ਹੈਗਾ ਹੁਣ ਅਮਰੀਕਾ ਦੇ ਉਹ ਸਾਰਾ ਹੈਗਾ ਉਹਦੇ ਸਿਰ ਤੇ ਜ਼ਿੰਮੇਵਾਰੀ ਆ ਰਹੀ ਹੈ, ਕਿਉਂਕਿ ਲਗਾਤਾਰ ਤੁਸੀਂ ਦੇਖੋ JD ਵੈਂਸ ਨੂੰ ਉਹਨਾਂ ਨੇ ਭੇਜਿਆ, ਉਧਰੋਂ ਇਰਾਨ ਦਾ ਡੈਲੀਗੇਟ ਵੀ ਆਇਆ, ਪਰ ਇਹਦੇ ਬਾਵਜੂਦ ਵੀ ਜਿਹੜੀ ਗੱਲ ਆ ਤਣ ਪੱਤਣ ਨਹੀਂ ਲੱਗੀ। ਸੋ ਉਹਦੇ ਵਿੱਚ ਅਸੈਸਮੈਂਟ ਦਾ, CIA ਦੀ ਇਨਵੋਲਵਮੈਂਟ ਦਾ ਜਾਂ ਹੋਰ ਏਜੰਸੀਜ਼ ਦੀ ਇਨਵੋਲਵਮੈਂਟ ਦਾ ਜਾਂ ਈਵਨ ਨੈਟੋ ਦਾ ਵੀ ਤੁਸੀਂ ਦੇਖੋ ਨਾ, ਨੈਟੋ ਦੀ ਇਨਵੋਲਵਮੈਂਟ ਆ ਜਿਹੜੀ ਘੱਟ ਹੋ ਰਹੀ ਆ। ਜਿਹੜੇ ਮਿੱਤਰ ਦੇਸ਼ ਨੇ ਉਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਸੰਗਠਨ ਨਹੀਂ ਹੋਏ ਜਿਸ ਤਰ੍ਹਾਂ ਇਰਾਕ ਦੀ ਜੰਗ ਵੇਲੇ ਜਾਂ ਅਫਗਾਨਿਸਤਾਨ ਦੀ ਜੰਗ ਵੇਲੇ ਹੋਏ ਆ। ਸੋ ਪੋਲੀਟੀਕਲ ਸਿਚੁਏਸ਼ਨ ਚੇਂਜ ਹੋ ਰਹੀ ਹੈਗੀ ਆ। ਉਹਦੇ ਚੋਂ ਜਿਹੜੀ ਹੈਗੀ ਆ ਗਰਾਊਂਡ ਤੇ ਜਿਹੜੀ ਅਸੈਸਮੈਂਟ ਆ ਉਹ ਹਾਂ ਜਿੱਦਾਂ ਪਹਿਲੇ ਹੱਲੇ 'ਚ ਤੁਸੀਂ ਦੇਖੋ ਵੀ ਟੌਪ ਲੀਡਰਸ਼ਿਪ ਮਾਰੀ ਗਈ ਆ ਹਨਾ, ਇਹ ਨਹੀਂ ਵੀ ਹੈਗਾ ਵੀ ਉਹਨਾਂ ਨੇ ਕੋਈ ਸਫਲਤਾ ਹਾਸਲ ਨਹੀਂ ਕਰੀ। ਸੋ ਪਹਿਲਿਆਂ ਹੱਲਿਆਂ 'ਚ ਟੌਪ ਲੀਡਰਸ਼ਿਪ ਦਾ ਮਾਰਿਆ ਜਾਣਾ, ਆਇਤੁੱਲਾ ਖਮੀਨੀ ਦਾ ਮਾਰਿਆ ਜਾਣਾ ਤੇ ਹੋਰ 10-11 ਬੰਦਿਆਂ ਦਾ ਮਾਰਿਆ ਜਾਣਾ, ਖਾਸ ਕਰਕੇ ਇੰਟੈਲੀਜੈਂਸ ਚੀਫ ਦਾ ਤੇ ਹੋਰ ਜਿਹੜੀਆਂ ਫੌਜ ਦੇ ਮੁਖੀ ਵਗੈਰਾ ਸੀਗੇ, ਉਹ ਸਫਲਤਾਵਾਂ ਵੱਡੀਆਂ ਹੋਈਆਂ ਨੇ। ਪਰ ਹਲੇ ਰੈਜ਼ਿਸਟੈਂਸ ਆ ਜਿਹੜੀ ਕਾਇਮ ਹੈਗੀ। ਉਹ ਆਪਾਂ ਪਿਛਲੀ ਵਾਰ ਵੀ ਗੱਲ ਕਰੀ ਸੀ ਵੀ ਉਹਨਾਂ ਨੇ ਮਿਲਟਰੀ ਨੂੰ ਜਿਹੜਾ ਹੈਗਾ ਡੀਸੈਂਟਰਲਾਈਜ਼ ਕੀਤਾ ਹੋਇਆ, ਵੱਡਾ ਮੁਲਕ ਹੈਗਾ। ਸੋ ਰਿਸੋਰਸਿਸ ਬਹੁਤ ਥਾਵਾਂ ਤੇ ਪਏ ਹੋ ਸਕਦੇ ਆ, ਕਿਸੇ ਨਾ ਕਿਸੇ ਪਾਕਟ ਚੋਂ ਜਿਹੜੀ ਹੈਗੀ ਆ ਉਹ ਰੈਜ਼ਿਸਟੈਂਸ ਆ ਰਹੀ ਹੈਗੀ ਆ। ਸੋ ਇਸ ਕਰਕੇ ਜਿੱਦਾਂ ਤੁਸੀਂ ਸਵਾਲ ਕਰਿਆ ਲੰਬੀ ਚੱਲ ਸਕਦੀ ਹੈ। ਸੋ ਹਾਲ ਦੀ ਘੜੀ ਇੱਕਦਮ ਸਮਝੌਤਾ ਹੋਣਾ, ਕਿਉਂਕਿ ਈਰਾਨ ਨੇ ਸਟ੍ਰੈਟਜੀ ਵਰਤਦਿਆਂ ਨਾਲ ਦੇ ਮਿਡਲ ਈਸਟ ਕੰਟਰੀ ਨੂੰ ਵੀ ਆਪਣੇ ਨਾਲ ਲਪੇਟ ਲਿਆ ਹੋਇਆ। ਹੁਣ ਉਹਨਾਂ ਕੋਲ ਕੋਈ ਵੀ ਕੋਈ ਫੌਜੀ ਤਾਕਤ ਜਾਂ ਕੋਈ ਨਿਊਕਲੀਅਰ ਪਾਵਰ ਜਾਂ ਉਸ ਤਰ੍ਹਾਂ ਦੀ ਲੜਨ ਦੀ ਸ਼ਕਤੀ ਨਹੀਂ, ਉਹ ਤਾਂ ਪੂਰੀ ਤਰ੍ਹਾਂ ਅਮਰੀਕਾ ਤੇ ਡਿਪੈਂਡੈਂਟ ਨੇ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਚੁਣੌਤੀਆਂ ਦੇ ਨਾਲ ਆ ਜਿਹੜਾ ਇਸ ਵੇਲੇ ਇਜ਼ਰਾਈਲ ਤੇ ਅਮਰੀਕਾ ਨੂੰ ਸਾਹਮਣਾ ਕਰਨਾ ਪੈ ਰਿਹਾ। ਜੰਗ ਆਪਣੇ ਲੌਜਿਕ ਨਾਲ ਧੂ ਰਹੀ ਆ, ਉਹ ਇਰਾਨ ਨੂੰ ਵੀ ਧੂ ਰਹੀ ਆ। ਐ ਨਹੀਂ ਹੈਗਾ ਵੀ ਕੱਲਾ ਅਮਰੀਕਾ ਤੇ ਇਜ਼ਰਾਈਲ ਨੂੰ ਜਾਂ ਉਹਦੇ ਅਲਾਈਜ਼ ਨੂੰ ਧੂ ਰਹੀ ਹੈਗੀ, ਇਰਾਨ ਨੂੰ ਵੀ ਧੂ ਰਹੀ ਹੈ। ਸੋ ਇਰਾਨ ਦਾ ਜਿੰਨਾ ਨੁਕਸਾਨ ਹੋਇਆ ਇੰਨਾ ਇਰਾਨ ਨੇ ਵੀ ਜਿਹੜਾ ਹੈਗਾ ਅਸੈਸਮੈਂਟ ਨਹੀਂ ਸੀ ਕੀਤੀ ਹੋਈ ਵੀ ਪਹਿਲੇ ਹੱਲੇ 'ਚ ਸਾਰੀ ਟੌਪ ਲੀਡਰਸ਼ਿਪ ਆ ਜਿਹੜੀ ਖਤਮ ਕਰ ਦਿੱਤੀ ਜਾਏਗੀ। ਉਹ ਕਿੰਨਾ ਜ਼ਖਮਾਂ ਨਾਲ ਜੰਗ ਲੜ ਰਹੇ ਆ, ਕਿੰਨੇ ਡਰੇ ਹੋਏ ਨੇ ਜਾਂ ਕਿੰਨਾ ਕੁ ਉਹਨਾਂ 'ਚ ਹੌਸਲਾ ਬਚਿਆ। ਸੋ ਉਹਨਾਂ ਦੀ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਆਪਾਂ ਕਹਿ ਸਕਦੇ ਵੀ ਕਮਰ ਤੋੜੀ ਗਈ ਹੈਗੀ। ਸੋ ਇੱਕ ਟੁੱਟੇ ਹੋਏ ਕਮਰ ਨਾਲ ਲੜਨਾ, ਕਿੰਨਾ ਕੁ ਦੂਰੇ ਲੜਨਗੇ, ਕਿੰਨੀ ਕੁ ਰੈਜ਼ਿਸਟ ਕਰਦੇ ਹੈਗੇ ਆਇਆ ਉਹਨਾਂ ਦੀ ਬਿਹਾਈਂਡ ਦੀ ਸੀਨ ਪਿੱਠ ਤੇ ਕੌਣ ਖੜੇ ਆ। ਕਾਫੀ ਲੌਜਿਕ ਨੇ ਜਿਹੜੇ ਇਸ ਜੰਗ ਨੂੰ ਅਨਫੋਲਡ ਕਰ ਰਹੇ ਆ ਔਰ ਹੋਰ ਲਗਾਤਾਰ ਅਨਫੋਲਡ ਹੁੰਦੇ ਰਹਿਣਗੇ। ਇਸ ਦੇ ਵਿੱਚ ਅਵਤਾਰ ਸਿੰਘ ਜੀ, ਜਿੱਦਾਂ ਤੁਸੀਂ ਇਸ ਦੇ ਵਿੱਚ ਜ਼ਿਕਰ ਕੀਤਾ ਵੀ ਨੇਤਨਯਾਹੂ ਜਾਂ ਇਜ਼ਰਾਈਲ ਧੱਕੇ ਨਾਲ ਧੂ ਕੇ ਲੈ ਗਿਆ, ਓਬਵੀਅਸਲੀ ਅਮਰੀਕਾ ਦੇ ਵਿੱਚ ਹੁਣ ਫਰਕ ਬਹੁਤ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਪੈ ਰਿਹਾ, ਖਾਸ ਕਰਕੇ ਇਜ਼ਰਾਈਲ ਦੇ ਜਿਹੜੇ ਦਬਾਅ ਨੂੰ ਜਿਹੜਾ ਲੈ ਕੇ US ਇਜ਼ਰਾਈਲ ਦੇ ਰਿਸ਼ਤਿਆਂ ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਜਿਹੜੇ ਉੱਠ ਰਹੇ ਆ। ਤੁਸੀਂ ਵਿੱਚ ਜ਼ਿਕਰ ਕੀਤਾ ਵੀ ਇਹ ਵੀ ਲੱਗ ਰਿਹਾ ਆ ਵੀ ਅੰਦਰ ਖਾਤੇ ਤਿਆਰ ਨਹੀਂ ਸੀ ਜਿੱਦਾਂ ਧੂ ਕੇ ਲੈ ਗਏ। ਵੀ ਖਬਰਾਂ ਇਹ ਆ ਰਹੀਆਂ ਵੀ CIA ਤੇ ਟਰੰਪ ਇਸ ਲੜਾਈ ਦੇ ਉੱਤੇ ਇੱਕ ਸੁਰ ਨਹੀਂ ਸੀਗੇ, ਇਜ਼ਰਾਈਲ ਨੇ ਦਬਾਅ ਬਣਾ ਕੇ ਹਮਲਾ ਜਿਹੜਾ ਉਹ ਕਰਵਾ ਲਿਆ। ਇੱਥੇ ਨਾਲ ਫਿਰ ਇਹ ਵੀ ਸਵਾਲ ਅਵਤਾਰ ਸਿੰਘ ਜੀ ਆਉਂਦਾ ਵੀ ਕੀ ਟਰੰਪ ਹੁਣੀ ਇਹ ਸੋਚ ਨਹੀਂ ਪਾਏ ਜਾਂ ਉਹ ਇੰਨੇ ਗਲੀਬਲ ਨੇ ਵੀ ਗੱਲਾਂ 'ਚ ਹੀ ਉਹਦੀਆਂ ਨੇਤਨੀਆਂ ਉਹਦੀਆਂ ਆ ਗਏ, ਕਿਉਂਕਿ 20 ਸਾਲ ਤੋਂ ਵੱਧ ਹੋ ਗਏ ਉਸ ਨੂੰ ਇਹੀ ਰਾਗ ਜਿਹੜਾ ਉਹ ਲਾਪਦੇ ਹੋਏ ਈਰਾਨ ਨੂੰ ਲੈ ਕੇ ਇਵੈਂਚੁਅਲੀ ਉਹਨਾਂ ਨੂੰ ਧੂ ਕੇ ਲੈ ਗਏ। ਇਕਸੁਰਤਾ ਨਾ ਹੋਣੀ, ਇਜ਼ਰਾਈਲ ਦਾ ਦਬਾਅ, ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਿਆ ਜਾ ਰਿਹਾ? ਹਾਂਜੀ। ਸੋ CIA ਤੇ ਟਰੰਪ ਦਰਮਿਆਨ ਜਿੱਦਾਂ ਖਬਰਾਂ ਨੇ ਮੇਨ ਅਖਬਾਰਾਂ 'ਚ ਛਪੀਆਂ ਨੇ ਵੀ ਕੁਝ ਤਰੇੜਾਂ ਹੈਗੀਆਂ ਨੇ। CIA ਦੀ ਅਸੈਸਮੈਂਟ ਹੋਰ ਵੱਖਰੀ ਸੀ, ਪਰ ਉਹਦੇ ਚੋਂ ਇਜ਼ਰਾਈਲ ਦੇ ਦਬਾਅ ਕਾਰਨ ਜਿਹੜਾ ਹੈਗਾ ਇਹ ਸਾਰਾ ਕੁਝ ਹੋਇਆ। ਸੋ ਤੁਸੀਂ ਦੇਖੋ ਵੀ ਟਰੰਪ ਪ੍ਰਸ਼ਾਸਨ ਵਿੱਚ ਵੀ ਕੁਝ ਲੋਕ ਆ ਜਿਹੜੇ, ਕਿਉਂਕਿ ਕੁਝ ਫੌਜੀ ਅਫਸਰ ਵੀ ਜਿਹੜਾ ਹੈਗੇ ਸੈਕ ਕੀਤੇ ਗਏ ਹੈਗੇ ਆ। ਸੋ ਇਟ ਮੀਨਸ ਕਾਫੀ ਕੁਛ ਆ ਜਿਹੜੀਆਂ ਤਰੇੜਾਂ ਸਾਹਮਣੇ ਆ ਜਿਹੜੀਆਂ ਆ ਰਹੀਆਂ। ਜਿਹੜਾ ਹਮਲੇ ਹੋਣ ਦਾ ਸਿਸਟਮ ਹੈਗਾ ਮੈਨੂੰ ਯਾਦ ਹੈਗਾ 2005 ਵਿੱਚ ਇਰਾਕ ਦਾ ਉਹਨਾਂ ਨੇ ਇੱਕ ਤਰ੍ਹਾਂ ਨਾਲ 2003 'ਚ ਹਮਲਾ ਹੋਇਆ, 5 ਤੱਕ ਆ ਕੇ ਇੱਕ ਤਰ੍ਹਾਂ ਨਾਲ
ਸਟੇਬਿਲਿਟੀ ਦਾ ਐਲਾਨ ਜਿਹੜਾ ਹੈਗਾ ਕਰ ਦਿੱਤਾ ਹੋਇਆ ਸੀ, ਹਨਾ, ਵੀ ਹਾਂ ਅਸੀਂ ਗਵਰਨਮੈਂਟ ਬਣਾ ਕੇ ਜਾਂ ਕੁਛ ਕਰ ਦਾਂਗੇ। 2005 ਦੇ ਅਕਤੂਬਰ ਜਾਂ ਨਵੰਬਰ ਵਿੱਚ ਸੰਡੇ ਟਾਈਮਜ਼ ਵਿੱਚ ਮੇਨ ਆਰਟੀਕਲ ਛਪਿਆ, ਨੈਕਸਟ ਡੈਸਟੀਨੇਸ਼ਨ ਈਰਾਨ। ਦੇਖੋ 2005 ਦੇ ਅਕਤੂਬਰ 'ਚ ਛਪਿਆ ਤੇ 2005 ਤੋਂ ਲੈ ਕੇ 2026 ਤੁਸੀਂ ਲਾ ਲਓ ਵੀ ਉਹਨਾਂ ਨੇ 20-21 ਸਾਲ ਆ ਜਿਹੜੇ ਉਹ ਲਾ ਦਿੱਤੇ ਹੋਏ ਆ। ਸੋ ਮੇਨ ਆਰਟੀਕਲ ਸੰਡੇ ਟਾਈਮਜ਼ ਛਪਿਆ ਮੈਗਜ਼ੀਨ ਸੈਕਸ਼ਨ, ਨੈਕਸਟ ਡੈਸਟੀਨੇਸ਼ਨ ਈਰਾਨ। ਇਟ ਮੀਨਸ ਉਦੋਂ ਤੋਂ ਜਿਹੜੀ ਬਰੀਊਇੰਗ ਸੀ, ਜਿਹੜੀ ਇਹ ਜੰਗ ਹੈਗੀ ਆ 2005 ਤੋਂ, ਉਹ ਅਸੈਸ ਕਰ ਰਹੇ ਸੀ, ਕਿਉਂਕਿ ਬਹੁਤ ਸਾਰੀ ਤਾਂ ਪ੍ਰੋਕਸੀ ਵਾਰ ਵੀ ਹੋਈ ਉਹਨਾਂ ਦੇ, ਬਹੁਤ ਸਾਰੇ ਨਿਊਕਲੀਅਰ ਸਾਇੰਟਿਸਟ ਆ ਜਿਹੜੇ ਮਾਰੇ ਗਏ, ਹੋਰ ਬਹੁਤ ਕੁਛ ਆ ਜਿਹੜਾ ਹੋਇਆ ਬਿਹਾਈਂਡ ਦੀ ਸੀਨ, ਨਿਊਕਲੀਅਰ IAEA ਦਾ ਹੋਇਆ, ਪਰ ਜੰਗ ਤਾਂ ਅਟਲ ਸੀ। ਜਿਹੜਾ 2005 ਦਾ ਉਹਨਾਂ ਦਾ ਇਹ ਆਰਟੀਕਲ ਹੈਗਾ ਨੈਕਸਟ ਡੈਸਟੀਨੇਸ਼ਨ ਈਰਾਨ, ਸੋ ਉਹ ਜੰਗ ਅਟਲ ਸੀ। ਪਰ ਉਹ ਕਦੋਂ ਹੋਣੀ ਸੀ, ਇੰਨੇ ਸਾਲਾਂ ਬਾਅਦ ਵੀ ਜਦੋਂ ਹੋਈ, ਉਹਦੇ ਵਿੱਚ ਕੀ ਡਿਸਕ੍ਰਿਪੈਂਸੀਜ਼ ਰਹੀਆਂ, ਆਇਆ ਅੰਡਰ ਐਸਟੀਮੇਟ ਹੋਇਆ। ਹਾਲਾਂਕਿ ਇਜ਼ਰਾਈਲ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਜਿਹੜੀ ਹੈਗੀ ਆ ਉਹਦੇ ਵਿੱਚ ਦਖਲ ਅੰਦਾਜ਼ੀ ਹੈਗੀ ਆ ਨਾ, ਬਹੁਤ ਪੂਰੀ ਤਰ੍ਹਾਂ ਘੁਸਪੈਠ ਆ ਜਿਹੜੀ ਉਹ ਹੈਗੀ ਆ। ਪਰ ਇਹਦੇ ਬਾਵਜੂਦ ਵੀ ਅਸੈਸ ਨਾ ਕਰ ਸਕਣਾ ਉਨੀ ਤਾਕਤ ਨੂੰ, ਇਟ ਮੀਨਸ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਦੇ ਫਲॉज ਸਾਹਮਣੇ ਆਏ ਹੈਗੇ ਆ। ਹੁਣ ਇਹ ਵੀ ਹੈਗਾ ਵੀ ਅਮਰੀਕਾ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਹਰਾ ਨਹੀਂ ਸਕਦਾ। ਇਟ ਮੀਨਸ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਜਿਹੜੀ ਨਿਊਕਲੀਅਰ ਪਾਵਰ ਆ, ਜ਼ਿੰਮੇਵਾਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਕੋਲ ਹੀ ਹੋਣੀ ਚਾਹੀਦੀ ਹਨਾ। ਹੁਣ ਹਾਲਾਂਕਿ ਅਮਰੀਕਨ ਪਾਵਰ ਨੂੰ ਆਪਾਂ ਅੰਡਰ ਐਸਟੀਮੇਟ ਨਾ ਕਰੀਏ, ਜੇ ਉਹ ਬੰਬਾਰਡਮੈਂਟ ਕਰਨ ਤੇ ਆ ਜਾਵੇ ਤਾਂ ਆਪਾਂ ਦੇਖਿਆ ਵੀ ਤੋਰਾ ਬੋਰਾ ਦੀਆਂ ਪਹਾੜੀਆਂ ਤੇ ਕਿੱਦਾਂ ਕਾਰਪੈਟ ਬੰਬਿੰਗ ਹੋਈ ਸੀ ਜਦੋਂ ਅਫਗਾਨਿਸਤਾਨ ਵਿੱਚ ਸਾਰਾ ਹੋਇਆ ਹਨਾ। ਉਹ ਕਰ ਸਕਦੇ ਹੈਗੇ ਆ, ਪਰ ਹਾਲੇ ਵੀ ਉਹ ਚਾਹੁੰਦੇ ਹੈਗੇ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਨਾ ਵੀ ਪੂਰੀ ਸਿਵਲਾਈਜੇਸ਼ਨ ਖਤਮ ਹੋ ਜਾਊਗੀ ਪਿਛਲੇ ਹਫ਼ਤੇ, ਵੀ ਉਹ ਸਿਵਲਾਈਜੇਸ਼ਨ ਖਤਮ ਨਹੀਂ ਕਰਨਾ ਚਾਹੁੰਦੇ। ਠੀਕ ਆ, ਉਹਨਾਂ ਨੇ ਦਬਕਾ ਮਾਰਿਆ ਸੀਗਾ। ਸੋ ਜ਼ਿੰਮੇਵਾਰ ਜਿਹੜੀਆਂ ਨਿਊਕਲੀਅਰ ਪਾਵਰਸ ਆ ਉਹ ਜ਼ਿੰਮੇਵਾਰੀ ਨਾਲ ਵੀ ਕੁਝ ਚੱਲਦੀਆਂ। ਹੁਣ ਅਮਰੀਕਨ ਪ੍ਰਸ਼ਾਸਨ ਵੀ ਮੈਨੂੰ ਲੱਗਦੀ ਕੁਝ ਜ਼ਿੰਮੇਵਾਰੀ ਤੋਂ ਵੀ ਜਿਹੜਾ ਹੈਗਾ ਉਹ ਅੱਗੇ ਲੈਣਗੇ, ਕਿਉਂਕਿ ਪਹਿਲੇ ਝਟਕੇ 'ਚ ਹੁੰਦਾ ਵੀ ਦੁਸ਼ਮਣ ਨੂੰ ਡਰਾ ਕੇ ਮੁੜ ਕੇ ਟੇਬਲ ਟਾਕ ਲਈ ਜਿਹੜਾ ਹੈਗਾ ਉਹਨੂੰ ਆਪਣੀਆਂ ਸ਼ਰਤਾਂ ਤਾਂ ਮਨਾ ਲਓ। ਹੁਣ ਸ਼ਰਤਾਂ ਤੇ ਨੇੜੇ ਤੇੜੇ ਗੱਲ ਪਹੁੰਚੀ ਹੋਈ ਆ, ਹੋ ਸਕਦਾ ਅਗਲੇ ਰਾਉਂਡ ਦੀ ਗੱਲਬਾਤ ਹੋਵੇ ਜਾਂ ਕਿਸੇ ਤਰ੍ਹਾਂ ਹੋਵੇ, ਪਰ ਇਹ ਹੈਗਾ ਵੀ ਈਰਾਨ ਤੇ ਹਮਲਾ ਹੋਣਾ ਹੀ ਹੋਣਾ ਸੀ। 2005 ਦਾ ਆਰਟੀਕਲ ਨੈਕਸਟ ਡੈਸਟੀਨੇਸ਼ਨ ਈਰਾਨ ਆ ਜਿਹੜੀ, ਉਹ ਮੈਂ ਬਹੁਤ ਦੇਰ ਸਾਂਭ ਕੇ ਰੱਖਿਆ, ਹੁਣ ਸ਼ਾਇਦ ਮੇਰੇ ਕੋਲ ਨਾ ਹੋਵੇ, ਪਰ ਇਹ ਹੈਗਾ ਵੀ ਉਹ ਹਰ ਵਾਰ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕਰੀ ਸੀ ਵੀ ਇਰਾਕ ਦੀ ਹਾਰ ਤੋਂ ਬਾਅਦ ਈਰਾਨ ਨੇ ਵੀ ਆਪਣੇ ਆਪ ਨੂੰ ਮੁੜ ਤੋਂ ਸੰਗਠਿਤ ਕਰਿਆ। ਹਾਂਜੀ, ਇੰਟੈਲੀਜੈਂਸ ਵਾਈਜ਼ ਵੀ ਕਰਿਆ ਉਹਨੇ, ਮਿਲਟਰੀ ਵਾਈਜ਼ ਵੀ ਤੇ ਡਿਪਲੋਮੈਟਿਕਲੀ। ਤੁਸੀਂ ਦੇਖੋ ਕਿੰਨਾ ਸਕਸੈਸਫੁਲੀ ਕਿੰਨੇ ਸਾਲ ਜੇ ਸੀਰੀਆ ਵਿੱਚੋਂ ਖੜਿਆ ਰਿਹਾ। ਹੁਣ ਸੀਰੀਆ ਦਾ ਜਿਹੜਾ ਰੈਵੋਲੂਸ਼ਨ ਆ 2011 ਵਿੱਚ ਸ਼ੁਰੂ ਹੋਇਆ ਸੀ, ਜੇ ਤੁਹਾਨੂੰ ਯਾਦ ਹੋਵੇ, ਜਦੋਂ ਅਰਬ ਸਪਰਿੰਗ ਆਇਆ। ਅਰਬ ਸਪਰਿੰਗ ਦੇ ਨਾਲ ਹੀ ਸੀਰੀਆ ਦਾ ਸ਼ੁਰੂ ਹੋਇਆ। ਉਹਨਾਂ ਦਿਨਾਂ ਦੌਰਾਨ ਹੀ ਕਰਨਲ ਗਦਾਫੀ ਵਾਲਾ ਜਿਹੜਾ ਸ਼ੁਰੂ ਹੋਇਆ ਸੀ, ਉਹ ਵੀ ਅਰਬ ਸਪਰਿੰਗ ਦੇ ਨਾਲ ਹੀ ਜਿਹੜਾ ਹੈਗਾ ਆਇਆ ਸੀ। ਸੋ ਸੀਰੀਆ ਦਾ ਰਾਸ਼ਟਰਪਤੀ 1.5 ਸਾਲ ਪਹਿਲਾਂ ਭੱਜਿਆ ਇੱਥੋਂ, ਸਾਲ 1.5 ਸਾਲ ਪਹਿਲਾਂ। 2011 ਤੋਂ ਜੇ ਸੀਰੀਆ ਰਜਿਸਟ ਕਰ ਰਿਹਾ ਸੀ ਤਾਂ ਈਰਾਨ ਦਾ ਬੜਾ ਵੱਡਾ ਹੱਥ ਸੀ ਉਹਦੇ ਵਿੱਚ ਹਨਾ। ਈਰਾਨ ਤੇ ਰਸ਼ੀਆ ਦਾ ਬਹੁਤ ਵੱਡਾ ਹੱਥ ਸੀਗਾ ਹਨਾ। ਸੋ ਚਾਈਨਾ ਦਾ ਕਿੰਨਾ ਸੀ ਇਹਦੇ ਬਾਰੇ ਖੁੱਲ ਕੇ ਸਾਹਮਣੇ ਨਹੀਂ ਆ ਰਿਹਾ। ਇਟ ਮੀਨ ਜੇ ਈਰਾਨ ਦੀ ਕੈਪੇਬਿਲਿਟੀ ਸੀ ਵੀ ਉਹ ਇੰਨੇ ਸਾਲ ਤੱਕ ਸੀਰੀਆ ਨੂੰ ਪ੍ਰੋਟੈਕਟ ਕਰਦਾ ਰਿਹਾ, ਈਵਨ ਫਲਸਤੀਨ ਨੂੰ, ਗਾਜ਼ਾ ਇਹਨੂੰ, ਹਮਾਸ ਨੂੰ ਪ੍ਰੋਟੈਕਟ ਕਰਦਾ ਰਿਹਾ, ਜਾਂ ਜਿਹੜਾ ਲਬਨਾਨ ਵਾਲਾ ਹਿਜ਼ਬੁੱਲਾ ਉਹਨੂੰ ਪ੍ਰੋਟੈਕਟ ਕਰਦਾ ਰਿਹਾ। ਸੋ ਇਹ ਕਾਫੀ ਕੁਛ ਹੈਗਾ ਜਿਹਦੀ ਅਸੈਸਮੈਂਟ ਹੋਣੀ ਬਣਦੀ ਸੀ ਵੀ ਉਹ ਆਪਣੇ ਅੰਦਰ ਉਹਦੇ ਕੀ ਹੋ ਸਕਦਾ। ਹੁਣ ਇਹ ਅੰਡਰ ਐਸਟੀਮੇਟ ਹੋਇਆ ਜਾਂ ਕਾਹਲੀ ਨਾਲ ਕਰ ਲਿਆ, ਜਾਂ ਇਜ਼ਰਾਈਲ ਨੇ ਜਿਹੜਾ ਹੈਗਾ ਧੱਕੇ ਨਾਲ ਉਹ ਖਿੱਚ ਕੇ ਲੈ ਗਏ, ਜਿਹਦੇ ਕਰਕੇ ਅਮਰੀਕਾ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ। ਹੁਣ ਟਰੰਪ ਤੇ ਉਂਗਲ ਉੱਠ ਰਹੀ ਹੈ, ਅਮਰੀਕਨ ਪ੍ਰਸ਼ਾਸਨ ਤੇ ਉਂਗਲ ਨਹੀਂ ਉੱਠ ਰਹੀ, ਟਰੰਪ ਤੇ ਉਂਗਲ ਉੱਠ ਰਹੀ ਹੈ ਵੀ ਉਹਨਾਂ ਨੇ ਜਿਹੜਾ ਹੈਗਾ ਇਜ਼ਰਾਈਲ ਦੇ ਮਗਰ ਲੱਗ ਕੇ, ਜਿਸ ਤਰ੍ਹਾਂ ਤੁਸੀਂ ਗੱਲ ਕਰੀ ਹੈਗੀ ਆ ਵੀ ਅਮਰੀਕਾ ਵਿੱਚ ਆਵਾਜ਼ ਉੱਠਣ ਲੱਗ ਗਈ ਆ ਵੀ ਜਿਹੜਾ ਇਜ਼ਰਾਈਲ ਤੇ ਅਮਰੀਕਾ ਦਾ ਜਿਹੜਾ ਰਿਸ਼ਤਾ ਹੈਗਾ ਉਹ ਕਿੰਨਾ ਟਰਮਸ ਐਂਡ ਕੰਡੀਸ਼ਨਸ ਤੇ ਹੋਵੇ, ਜਾਂ ਅਸੀਂ ਕਿੱਥੇ ਤੱਕ ਜਾਣਾ ਉਹਨੂੰ ਬਚਾਉਣ ਲਈ, ਇਹਦੀਆਂ ਜਿਹੜੀਆਂ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ। ਇਹ ਅਮਰੀਕਨ ਸੁਸਾਇਟੀ ਵਿੱਚ ਗੱਲਾਂ ਤੁਰ ਪਈਆਂ ਨੇ। ਮੈਂ ਦੇਖ ਰਿਹਾ ਸੀਗਾ ਲੇਟੈਸਟ ਸਰਵੇ ਦੇ ਵਿੱਚ 60% ਲੋਕ ਅਨਫੇਵਰੇਬਲੀ ਦੇਖ ਰਹੇ ਨੇ ਇਜ਼ਰਾਈਲ ਨੂੰ, ਜਿਹੜਾ ਕਿ ਪਹਿਲਾਂ ਬਹੁਤ ਘੱਟ ਪਰਸੈਂਟੇਜ ਦੇ ਉੱਤੇ ਹੁੰਦਾ ਸੀ, ਕਿਉਂਕਿ ਉਹੀ ਲੋਕ ਜਿਹੜੇ ਸਵਾਲ ਕਰਦੇ ਸੀ ਵੀ ਯੂਕਰੇਨ ਨੂੰ ਪੈਸਾ ਕਿਉਂ ਜਾਂਦਾ, ਉੱਧਰ ਕਿਉਂ ਜਾਂਦਾ, ਹੋਰ ਥਾਵਾਂ ਤੇ ਕਿਉਂ ਜਾਂਦਾ, ਹੁਣ ਉਹ ਵੀ ਸਵਾਲ ਜਿਹੜਾ ਉਹ ਕਰਨ ਲੱਗ ਗਏ ਆ ਵੀ ਇਜ਼ਰਾਈਲ ਨੂੰ ਕਿਉਂ ਜਾਂਦਾ ਆ, ਵੀ ਇਜ਼ਰਾਈਲ ਦਾ ਇੰਨਾ ਦਬਦਬਾ ਅਮਰੀਕਾ ਦੀ ਪੋਲੀਟਿਕਸ ਦੇ ਉੱਤੇ, ਸਿਆਸਤਦਾਨਾਂ ਦੇ ਉੱਤੇ, ਇਹਨਾਂ ਦੇ ਉੱਤੇ ਜਿਹੜਾ ਉਹ ਕਿਉਂ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਸਵਾਲ ਆ ਉਹ ਇੱਥੇ ਜਿਹੜੇ ਉੱਠ ਰਹੇ ਹੈਗੇ ਆ। ਪਰ ਫਿਰ ਵੀ ਇਜ਼ਰਾਈਲ ਵਾਲਿਆਂ ਨੇ ਲੌਬੀ ਫਿਰ ਵੀ ਬਹੁਤ ਜ਼ਿਆਦਾ ਸਟਰੋਂਗ ਆ ਇੱਥੇ,
ਉਹ ਬਹੁਤ ਇਹਨਾਂ ਚੀਜ਼ਾਂ ਨੂੰ ਦੱਬਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ। ਪਰ ਇਹ ਆ ਵੀ ਲੋਕਾਂ ਦੇ ਮਨਾਂ 'ਚ ਕਾਫੀ ਅਪਰੂਵਲ ਰੇਟਿੰਗਸ ਕਹਿ ਲਓ ਵੀ ਇਸ ਦੇ ਬਾਬਤ ਘਟੀਆਂ, ਤੇ ਜੋ ਇੱਥੇ ਦੇ ਪੋਲੀਟੀਕਲ ਪੰਡਤ ਆ ਉਹ ਇਹੀ ਦੱਸਦੇ ਨੇ ਵੀ ਇਸ ਚੀਜ਼ ਦਾ ਜਿਹੜਾ ਖਾਮਿਆਜ਼ਾ ਮੌਜੂਦਾ ਸਰਕਾਰ ਨੂੰ ਆਉਂਦੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਭੁਗਤਣਾ ਜਿਹੜਾ ਉਹ ਪੈ ਸਕਦਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਜਦੋਂ ਟਰੰਪ ਹੋਣਾ ਦੀ ਤੁਸੀਂ ਗੱਲ ਕਰਦੇ ਅਵਤਾਰ ਸਿੰਘ ਜੀ, ਇਹ ਵੀ ਥੋੜਾ ਜਿਹਾ ਦੱਸੋ ਵੀ ਨਿੱਤ ਆਏ ਦਿਨ ਉਹਨਾਂ ਦਾ ਬਿਆਨ ਵੀ ਬਦਲ ਜਾਂਦਾ। ਸਟ੍ਰੇਟ ਆਫ ਹਾਰਮੁਜ਼ ਬਲੌਕ ਹੋ ਗਈ, ਉੱਤੇ ਬਲੌਕੇਡ ਲਾਤਾ, ਚਾਈਨਾ ਦੇ ਲਈ ਓਪਨ ਕਰਤੀ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਸੇ ਨੂੰ ਸਟੇਬਿਲਿਟੀ ਨਹੀਂ ਨਜ਼ਰ ਆ ਰਹੀ, ਪਤਾ ਨਹੀਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਆ। US ਦੇ ਪ੍ਰੈਜ਼ੀਡੈਂਟ ਦੇ ਅੱਗੇ ਕਿਤੇ ਬਿਆਨ ਨੂੰ ਬੜੇ ਸੰਜੀਦਗੀ ਦੇ ਨਾਲ ਲਿਆ ਜਾਂਦਾ ਸੀਗਾ, ਸਮਝ ਦੇ ਨਾਲ ਲਿਆ ਜਾਂਦਾ ਸੀਗਾ। ਜਦੋਂ ਰਾਸ਼ਟਰਪਤੀ ਟਰੰਪ ਇੰਨਾ ਜਿਹੜਾ ਤਾਂ ਕਰ ਰਹੇ ਆਪਣੀ ਬਿਆਨਬਾਜ਼ੀ, ਇਸ ਦਾ ਕੀ ਅਸਰ ਹੁੰਦਾ ਹੈ ਓਵਰਆਲ ਜੀਓ ਪੋਲਿਟਿਕਸ ਦੇ ਉੱਤੇ? ਹਾਂਜੀ, ਇਕੱਲਾ ਜੀਓ ਪੋਲਿਟਿਕਸ ਨੇ ਵਰਲਡ ਪੋਲਿਟਿਕਸ ਤੇ ਜਿਹੜਾ ਹੈਗਾ ਉਹ ਵੱਡਾ ਅਸਰ ਹੋਣਾ। ਸੋ ਅਮਰੀਕਾ ਦੇ ਰਾਸ਼ਟਰਪਤੀ ਦਾ ਜਿਹੜਾ ਰੁਤਬਾ ਹੈਗਾ ਉਹ ਤੁਸੀਂ ਜਿਸ ਤਰ੍ਹਾਂ ਦੱਸਿਆ ਬਹੁਤ ਵੱਡਾ ਹੈਗਾ। ਸੋ ਹੁਣ ਇਹ ਉਹਨਾਂ ਦੀ ਆਪਣੀ ਪਰਸਨਲ ਪ੍ਰੋਬਲਮ ਆ ਜਾਂ ਉਹਨਾਂ ਦੀ ਟੀਮ ਵਿੱਚ ਕੋਈ ਪ੍ਰੋਬਲਮਸ ਨੇ ਜਿਹੜੀਆਂ ਇੱਕਦਮ ਫਲਕਚੁਏਟਿੰਗ ਆ ਰਹੀ ਹੈਗੀ ਆ। ਫਲਕਚੁਏਸ਼ਨਸ ਆ ਲਗਾਤਾਰ ਉਹਨਾਂ ਦੇ ਬਿਆਨਾਂ ਵਿੱਚ, ਉਹਨਾਂ ਦੀ ਕਾਰਵਾਈਆਂ ਵਿੱਚ। ਇੱਕ ਦਿਨ ਪਹਿਲਾਂ ਕਹਿੰਦੇ ਇਰਾਨ ਨੂੰ ਅਸੀਂ ਵਾਈਪ ਆਊਟ ਕਰ ਦਿਆਂਗੇ, ਫਿਰ ਸਮਝੌਤੇ ਦੀ ਗੱਲ ਤੁਰ ਪੈਂਦੀ ਹੈਗੀ ਆ। ਉਹ ਤੋਂ ਪਹਿਲਾਂ ਵੀ ਸਾਰਾ ਕੁਝ ਹੋਇਆ। ਇਹ ਉਹਨਾਂ ਦੀ ਇੱਕ ਤਰ੍ਹਾਂ ਨਾਲ ਰਿਪਬਲਿਕਨ ਪਾਰਟੀ ਦੇ ਐਕਸ ਲਈ ਵੀ ਜਿਹੜਾ ਹੈਗਾ ਉਹ, ਜਿਸ ਤਰ੍ਹਾਂ ਤੁਸੀਂ ਕਿਹਾ ਨਵੰਬਰ ਦੀਆਂ ਚੋਣਾਂ ਵਿੱਚ ਉਹਦਾ ਖਮਿਆਜ਼ਾ ਭੁਗਤਣਾ ਪਵੇਗਾ। ਸੋ ਡੀਸੈਂਸੀ ਆ ਜਿਹੜੀ ਕਿਤੇ ਨਾ ਕਿਤੇ ਪੋਲਿਟਿਕਸ ਵਿੱਚੋਂ ਥੋੜੀ ਜਿਹੀ ਇਰੋਡ ਹੋ ਰਹੀ ਹੈਗੀ ਆ। ਸੋ ਈਵਨ ਜੋ ਬਾਈਡਨ ਇਸ ਤਰ੍ਹਾਂ ਦਾ ਨਹੀਂ ਸੀ ਕਰਦੇ, ਬਾਰਕ ਓਬਾਮਾ ਨੇ ਕਦੀ ਇਸ ਤਰ੍ਹਾਂ ਦਾ ਨਹੀਂ ਸੀ ਕਰਿਆ। ਹਾਲਾਂਕਿ ਬਾਰਕ ਓਬਾਮਾ ਦੇ ਟਾਈਮ ਆ ਬਿਨ ਲਾਦਨ ਦਾ ਜਿਹੜਾ ਕਤਲ ਆ ਉਹ ਹੁੰਦਾ ਹੈਗਾ, ਪਰ ਜਿਸ ਡਿਪਲੋਮੇਸੀ ਨਾਲ ਬਾਰਕ ਓਬਾਮਾ ਨੇ ਉਹ ਸਾਰੀ ਸਿਚੁਏਸ਼ਨ ਨੂੰ ਸਾਂਭਿਆ। ਸੋ ਇਰਾਨ ਵਰਗਾ ਹੀ ਚੈਲੰਜ ਬਾਰਕ ਓਬਾਮਾ ਸੀਗਾ। ਸੋ ਉਹ ਸਾਰਾ ਬੜਾ ਡਿਪਲੋਮੈਟਿਕਲੀ ਸਾਂਭਿਆ। ਪਰ ਹੁਣ ਇਹ ਹੈਗਾ ਵੀ ਡਿਪਲੋਮੇਸੀ ਆ ਜਿਹੜੀ ਉਹ ਥੋੜੀ ਉਹਦੇ ਨੂੰ ਖੋਰਾ ਲੱਗ ਰਿਹਾ ਹੈਗਾ। ਸੋ ਜਿਹੜੀ ਡੀਸੈਂਸੀ ਆ ਪੋਲਿਟਿਕਸ ਵਿੱਚ ਜਾਂ ਡਿਪਲੋਮੇਸੀ ਵਿੱਚ ਆ, ਹੁਣ ਉਹਨਾਂ ਦੀ ਤੁਸੀਂ ਦੇਖੋ ਵੀ ਜਿਹੜੀ ਉਹਨਾਂ ਦੇ ਬਿਹਾਈਂਡ ਸੀਨ ਉਹਨਾਂ ਦੀ ਜਿਹੜੀ ਟੀਮ ਵੀ ਹੈਗੀ ਆ, ਜਾਂ ਜਿਹੜੇ BBC ਨੇ, ਜਿਹੜੇ ਵਾਈਟ ਹਾਊਸ ਦੇ ਸਪੋਕਸਪਰਸਨ ਨੇ, ਸੋ ਇਕੱਲੇ ਹੀ ਹੈਗੇ ਜਿਹੜੇ ਉਹ ਮੋਰਚੇ ਤੇ ਡਟੇ ਹੋਏ ਨੇ। ਸੋ ਕੋਈ ਹੋਰ ਬਿਹਾਈਂਡ ਦੀ ਸੀਨ ਜਾਂ ਜਿਹੜਾ ਫੇਸ ਵਾਈਟ ਹਾਊਸ ਨੂੰ ਜਿਹੜਾ ਫੇਸ ਕਰ ਸਕੇ, ਉਹ ਇੱਕ ਗਰੁੱਪ ਜਿਹੜਾ ਚਾਹੀਦਾ ਹੈਗਾ, ਉਸ ਗਰੁੱਪ ਦੀ ਜਿਹੜੀ ਕਮੀ ਆ ਜਿਹੜੀ ਵਾਈਟ ਹਾਊਸ ਵਿੱਚ ਨਜ਼ਰ ਆ ਰਹੀ ਹੈਗੀ। ਸੋ ਸਾਰੇ ਕੁਛ ਨੂੰ ਇੰਨੇ ਜ਼ਿਆਦਾ ਹਮਲਾਵਰ ਰੁਖ ਨੂੰ ਵੀ ਬਹੁਤ ਡਿਪਲੋਮੈਟਿਕਲੀ ਵਧੀਆ ਸ਼ਬਦਾਂ ਨਾਲ, ਚੰਗੇ ਪੱਤਰਕਾਰਾਂ ਦੀ ਮਦਦ ਨਾਲ ਜਾਂ ਚੰਗੇ ਡਿਪਲੋਮੈਟਸ ਦੀ ਮਦਦ ਨਾਲ ਜਿਹੜਾ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ। ਪਰ ਕਿਤੇ ਨਾ ਕਿਤੇ ਗੜਬੜਾਂ ਨੇ। ਹੁਣ ਵਾਈਟ ਹਾਊਸ ਦੇ ਅੰਦਰੂਨੀ ਹਾਲਾਤ ਤੱਕ ਸਾਡੀ ਰਸਾਈ ਨਹੀਂ ਹੈ, ਸਾਡੀ ਇਨਫੋਰਮੇਸ਼ਨ ਨਹੀਂ ਹੈ। ਆਪਾਂ ਨੂੰ ਇਹ ਪਤਾ ਵੀ ਗੜਬੜਾਂ ਕਿਧਰੇ ਹੈਗੀਆਂ, ਗੜਬੜਾਂ ਹੈ ਕੀ ਨੇ, ਇਹਦੇ ਲਈ ਤਾਂ ਬਹੁਤ ਵੱਡੇ ਪੱਤਰਕਾਰਾਂ ਨੂੰ ਤੇ ਅੰਦਰ ਦੇ ਜਿਹੜੀ ਖਬਰ ਰੱਖਣ ਵਾਲੇ ਡਿਪਲੋਮੈਟਸ ਆ ਉਹਨਾਂ ਨੂੰ ਹੋਏਗਾ। ਹਾਂ, ਰਾਸ਼ਟਰਪਤੀ ਉਹਨਾਂ ਨੂੰ ਚਾਹੀਦਾ ਹੈਗਾ ਵੀ ਹਰ ਰੋਜ਼ ਦੀ ਫਲਕਚੁਏਸ਼ਨ ਵਾਲੀ ਜਿਹੜੀ ਬਿਆਨਬਾਜ਼ੀ ਹੈਗੀ ਆ, ਉਹ ਜਿਹੜੀ ਹੈਗੀ ਪੂਰੀ ਗਲੋਬਲ ਪੋਲਿਟਿਕਸ ਦੀ ਜਿਹੜੀ ਲਿਬਰਲ ਪੋਲਿਟਿਕਸ ਆ ਉਹਦੇ ਅਕਸ ਤੇ ਜਿਹੜਾ ਹੈਗਾ ਉਹ ਧੱਬਾ ਲਾ ਰਹੀ ਹੈ। ਜੀ, ਆਪਾਂ ਜੇ ਇਸ ਦੇ ਵਿੱਚ ਗੱਲ ਕਰੀਏ ਅਵਤਾਰ ਸਿੰਘ ਜੀ, ਜਿਹੜਾ ਅਮਰੀਕਾ ਤੇ ਜਿਹੜਾ ਈਰਾਨ ਆ, ਅਕਸਰ ਇਹਨਾਂ ਦੀਆਂ ਸ਼ਰਤਾਂ ਕਿਹੜੀਆਂ ਜਿਹੜੀਆਂ ਉਹ ਮਨਵਾਉਣੀਆਂ ਚਾਹੁੰਦੇ ਆ? ਹਾਂਜੀ, ਸੋ ਜਿੰਨਾ ਕਿ ਸਾਨੂੰ ਪਤਾ ਲੱਗਿਆ, ਕਿਉਂਕਿ ਪਾਕਿਸਤਾਨ ਦੇ ਨਾਲ ਓਮਾਨ ਦੇ ਰਾਸ਼ਟਰਪਤੀ ਜਿਹੜੇ ਮਿਸਟਰ ਸੁਲਤਾਨ ਨੇ, ਉਹ ਜਿਹੜੇ ਹੈਗੇ ਆ ਬਹੁਤ ਵੱਡੀ ਪੱਧਰ ਤੇ ਈਰਾਨ ਨਾਲ ਇੰਟਰੈਕਟਡ ਸੀਗੇ। ਸੋ ਓਮਾਨ ਦੇ ਫੋਰਨ ਮਿਨਿਸਟਰ ਦਾ ਮੈਂ ਸਾਰਾ ਵੀਡੀਓ ਸੁਣਿਆ ਕਿਸੇ ਚੈਨਲ ਨਾਲ, ਉਹਨਾਂ ਦਾ ਲੰਬਾ ਇੰਟਰਵਿਊ ਸੀ। ਉਹਨਾਂ ਨੇ ਇਹ ਆਖਿਆ ਵੀ ਉਹ ਅਮਰੀਕਾ ਇਹ ਦਬਾਅ ਪਾ ਰਿਹਾ ਹੈਗਾ ਵੀ ਉਹ ਆਪਣਾ ਜਿਹੜਾ ਹਥਿਆਰ ਬਣਾਉਣ ਦਾ, ਪਰਮਾਣੂ ਹਥਿਆਰ ਬਣਾਉਣ ਦਾ ਜਿਹੜਾ ਜ਼ਖੀਰਾ ਹੈਗਾ ਉਹ ਜਾਂ ਤਾਂ ਨਸ਼ਟ ਕਰ ਦੇਵੇ ਜਾਂ ਕਿਸੇ ਫੋਰਸ ਦੇ ਜਿਹੜੇ ਹਵਾਲੇ ਆ ਉਹ ਕਰ ਦੇਵੇ। ਸੋ ਡਿਸਮੈਂਟਲ ਕਰ ਦੇਣ, ਉਹ ਕਹਿੰਦੇ ਸੀ 10-15-20% ਤੱਕ ਉਹਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਕਿ ਉਹ ਆਪਣੀ ਜਿਹੜੀ ਹੈਗੀ ਬਿਜਲੀ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਕਰਨ ਲਈ ਹੋਵੇ, ਵੀ ਉਹਨੂੰ ਪੀਸਫੁਲ ਪਰਪਸ ਲਈ ਵਰਤ ਸਕਦਾ। ਸੋ ਉਹ ਕਹਿੰਦੇ ਵੀ ਈਰਾਨ ਮੰਨ ਗਿਆ ਸੀ। ਸੋ ਇਹ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਦੀ ਓਮਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਈਰਾਨ ਮੰਨ ਗਿਆ ਹੋਇਆ ਹੈਗਾ। ਸੋ ਮੇਨ ਸ਼ਰਤ ਹੈ ਜਿਹੜੀ ਇਹੀ ਸੀਗਾ ਵੀ, ਕਿਉਂਕਿ ਸਾਰਾ ਹਮਲੇ ਦਾ ਕਾਰਨ ਹੀ ਇਹ ਹੈਗਾ ਵੀ ਜਿਹੜਾ ਉਹਦੇ ਪਰਮਾਣੂ ਹਥਿਆਰ ਆ ਉਹ ਖਤਮ ਕੀਤੇ ਜਾਣੇ। ਸੋ ਈਰਾਨ ਮੰਨ ਗਿਆ ਸੀ ਵੀ ਅਸੀਂ ਜਿਹੜਾ ਹੈਗਾ ਉਹ ਕਰ ਲੈਂਦੇ। ਪਰ ਬਾਅਦ ਚੋਂ ਕੀ ਹੋਇਆ, ਆਇਆ ਚੀਨ ਤੇ ਰੂਸ ਆ ਜਿਹੜੇ, ਉਹਨਾਂ ਦੇ ਦਬਾਅ ਪਿਆ ਜਾਂ ਉਹਨਾਂ ਦੀ ਆਪਣੀ ਕੋਈ ਡਿਪਲੋਮੈਟਿਕ ਐਫਰਟ ਆ ਜਿਹੜੀ ਹੋਈ, ਉਹ ਤਾਂ ਕਰਕੇ ਜਿਹੜੀ ਗੱਲ ਆ ਇੰਨੇ ਆਪਾਂ ਕਹਿ ਸਕਦੇ ਆ ਵੀ ਇੰਨੀ ਸਰਗਰਮੀ ਨਾਲ ਗੱਲ ਸ਼ੁਰੂ ਹੋਈ। ਉਹਨਾਂ ਦੀ ਟੀਮ ਨੂੰ ਲਿਆਂਦਾ ਗਿਆ ਪਾਕਿਸਤਾਨ ਦੇ ਹਵਾਈ ਜਹਾਜ਼ਾਂ ਵੱਲੋਂ, ਜਿਹੜੀ ਵੈਂਸ ਉੱਥੇ ਗਏ,
ਹਾਲਾਂਕਿ ਮਾਰਕੋ ਰੂਬੀਓ ਨੂੰ ਜਾਣਾ ਚਾਹੀਦਾ ਸੀ, ਪਰ ਜਿਹੜੀ ਵੈਂਸ ਦਾ ਜਿੱਦਾਂ ਉਹਨਾਂ ਨੇ ਦਾ ਲਾਇਆ ਰਾਸ਼ਟਰਪਤੀ ਨੇ, ਇਟ ਮੀਨਸ ਬਹੁਤ ਇੰਪੋਰਟੈਂਟ ਗੱਲਬਾਤ ਸੀ ਜੇ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਜਾਂਦਾ ਹੈਗਾ। ਦੂਸਰਾ ਸੀਗਾ ਸਟੇਟ ਆਫ ਫੋਰਮਸ ਦਾ, ਤੇ ਹੋਰ ਜਿਹੜੇ ਇੰਟਰਨਲ ਹੈਗੀ ਆ ਵੀ ਜਿਹੜੀ ਚੇਂਜ ਆ ਗਵਰਨਮੈਂਟ ਦੀ ਸਟਾਂਸ ਵਿੱਚ, ਵੀ ਜਿਹੜਾ ਐਂਟੀ ਅਮਰੀਕਨ ਜਾਂ ਐਂਟੀ ਵੈਸਟ ਸਟਾਂਸ ਲੈ ਕੇ ਬੈਠੇ ਆ, ਉਹਦੇ ਤੇ ਜਿਹੜੀ ਹੈਗੀ ਆ ਗੱਲਬਾਤ ਸੀ। ਇਹ ਤਿੰਨੋਂ ਗੱਲਾਂ, ਸਟੇਟ ਆਫ ਫੋਰਮਸ, ਉਹਨਾਂ ਦੇ ਹਥਿਆਰਾਂ ਨੂੰ ਜਿੱਦਾਂ ਨਕਾਰਾ ਕਰਨਾ, ਤੇ ਦੂਸਰਾ ਹੈਗਾ ਵੀ ਐਂਟੀ ਵੈਸਟ ਸਟਾਂਸ ਆ ਜਿਹੜਾ ਵੀ ਜਿਹੜੀ ਹੈਗੇ ਲਿਬਰਲ ਡੈਮੋਕ੍ਰੇਸੀ ਨਾਲ ਮਿਲ ਕੇ ਚੱਲਣ ਦਾ ਸੀਗਾ। ਸੋ ਹੁਣ ਗੱਲ ਕਿਹੜੇ ਪੁਆਇੰਟ ਤੋਂ ਵਿਗੜੀ ਆ ਤਿੰਨਾਂ ਚੋਂ, ਇਹ ਉਹ ਦੋ ਟੀਮਾਂ ਹੀ ਜਾਣਦੀਆਂ। ਸੋ ਇੰਨਾ ਕਹਿਤਾ ਦਿੱਤਾ ਹੋਇਆ ਵੀ ਸਾਡੀ ਗੱਲ ਨਹੀਂ ਬਣੀ, ਪਰ ਇਹਨਾਂ ਵਿੱਚੋਂ ਕਿਹੜਾ ਪੁਆਇੰਟ ਫਸਟ ਸੀਗਾ ਜਿਹਦੇ ਤੇ ਡਿਫੀਟ ਹੋਈ ਆ, ਸੈਕੰਡ ਸੈਕੰਡਰੀ ਕਿਹੜਾ ਤੇ ਟਰਸ਼ਰੀ ਕਿਹੜਾ ਹੈਗਾ, ਇਹ ਉਹ ਟੀਮ ਗੱਲਬਾਤ ਕਰਨ ਵਾਲੀ ਉਹ ਜਾਣਦੀ ਹੈ। ਜਾਂ ਅਗਲੇ ਦਿਨਾਂ ਦੌਰਾਨ ਜੇ ਨਿਊਯਾਰਕ ਟਾਈਮਜ਼ ਜਾਂ ਵਾਸ਼ਿੰਗਟਨ ਪੋਸਟ ਨੇ ਜਾਂ ਵਾਲ ਸਟਰੀਟ ਜਰਨਲ ਨੇ ਕੋਈ ਵੱਡੀ ਸਟੋਰੀ ਕੱਢੀ, ਤਾਂ ਫਿਰ ਆਪਾਂ ਨੂੰ ਪਤਾ ਲੱਗੇਗਾ ਵੀ ਅੜਿੱਕਾ ਕਿੱਥੇ ਆਇਆ ਹੈਗਾ। ਸੋ ਮੇਨ ਸੀਗਾ ਵੀ ਜਿਹੜੇ ਉਹਨਾਂ ਦੇ ਪਰਮਾਣੂ ਹਥਿਆਰ ਹੈਗੇ ਆ ਉਹ ਖਤਮ ਕੀਤੇ ਜਾਣ। ਅਵਤਾਰ ਸਿੰਘ ਜੀ, ਹੁਣ ਇੱਥੇ ਇਸ ਚੀਜ਼ ਦੀ ਖਿੱਲੀ ਡਾ ਰਹੇ ਆ ਟਰੰਪ ਹੁਣਾਂ ਨੂੰ ਲੈ ਕੇ, ਖਾਸ ਕਰਕੇ ਵੀ ਯਾਰ ਤੁਸੀਂ ਤਾਂ ਹੁਣ ਉਹੀ ਸਮਝੌਤਾ ਕਰਨ ਲੱਗੇ ਆ ਜਿਹੜੇ ਓਬਾਮਾ ਨੇ ਕੀਤਾ ਸੀਗਾ, ਵੀ ਨਿਊਕਲੀਅਰ ਵਾਲੀਆਂ ਜਿਹੜੀਆਂ ਨਹੀਂ ਕਰਨੀਆਂ, ਕਹਿੰਦੇ ਉਹ ਤਾਂ ਪਹਿਲੋਂ ਹੀ ਇਰਾਨ ਵਾਲੇ ਮੰਨੇ ਸੀਗੇ। ਫਿਰ ਵਿੱਚ ਇਹ ਆ ਜਾਂਦਾ ਅੰਦਰੂਨੀ ਗੱਲ ਜਿਹੜੀ ਅਵਤਾਰ ਸਿੰਘ ਜੀ ਕਿ ਪਤਾ ਲੱਗੀ ਸੀ, ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ, ਕਹਿੰਦੇ ਵੀ ਗੱਲਬਾਤ ਦੇ ਦੌਰਾਨ ਨੇਤਨਿਆਹੂ ਦੀ ਕਾਲ ਆ ਗਈ ਸੀਗੀ JD ਵੈਂਸ ਨੂੰ। ਉਸ ਤੋਂ ਬਾਅਦ ਦੇ ਵਿੱਚ ਗੱਲ ਜਿਹੜੀ ਉਹ ਵਿਗੜਨੀ ਹੋਰ ਸ਼ੁਰੂ ਹੋ ਗਈ। ਕਹਿੰਦੇ ਵੀ ਟਰੰਪ ਹੋਣਾ ਦੇ ਨਾਲ JD ਵੈਂਸ ਦੀਆਂ ਬਹੁਤ ਕਾਲਾਂ ਹੋਈਆਂ, ਉਹ ਕਿਸੇ ਗੱਲਬਾਤ ਵੱਲ ਨੂੰ, ਸਮਝੌਤੇ ਵੱਲ ਨੂੰ ਵੱਧ ਰਹੀ ਸੀਗੀ, ਪਰ JD ਵੈਂਸ ਨੂੰ ਨੇਤਨਿਆਹੂ ਦੀ ਕਾਲ ਆਉਣ ਤੋਂ ਬਾਅਦ ਚ ਇਸ ਨੈਗੋਸ਼ੀਏਸ਼ਨ ਦੇ ਵਿੱਚ ਇਹਦਾ ਜਿਹੜਾ ਰੁੱਖ ਜਿਹੜਾ ਉਹ ਟੋਟਲੀ ਜਿਹੜਾ ਉਹ ਬਦਲ ਗਿਆ। ਸੋ ਹੁਣ ਇੱਥੇ ਕੀ ਪ੍ਰਭਾਵ ਜਾਂਦਾ ਹੈ ਜੇ ਵਾਕਈ ਇਹ ਗੱਲ ਸੱਚੀ ਨਿਕਲਦੀ ਹੈ? ਹਾਂਜੀ, ਸੋ ਇਹਦਾ ਪ੍ਰਭਾਵ ਇਹ ਜਾਂਦਾ ਹੈਗਾ ਵੀ ਜੇ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਵੀ ਨੇਤਨਿਆਹੂ ਦੇ ਅਧੀਨ ਕੰਮ ਕਰ ਰਿਹਾ, ਸੋ ਇਹ ਅਮਰੀਕਨ ਡਿਪਲੋਮੇਸੀ ਜਾਂ ਅਮਰੀਕਨ ਪ੍ਰੈਜ਼ੀਡੈਂਟਸ਼ਿਪ ਤੇ ਸਵਾਲ ਹੋ ਰਹੇ ਹੈਗੇ। ਜੇ ਇਸ ਤਰ੍ਹਾਂ ਹੀ ਆ, ਮੈਂ ਵੀ ਕਾਫੀ ਨਿਊਜ਼ ਚੈਨਲ ਤੇ ਜਾਂ ਅਖਬਾਰਾਂ ਵਿੱਚ ਵੀ ਆਇਆ ਹੈਗਾ ਵੀ ਨੇਤਨਿਆਹੂ ਦੀ ਕਾਲ ਤੋਂ ਬਾਅਦ ਆ ਜਿਹੜੀ ਉਹ ਗੱਲ ਆ ਜਿਹੜੀ ਵਿਗੜੀ ਹੋਈ ਆ। ਹੁਣ ਨੇਤਨਿਆਹੂ ਨੇ ਟਾਈਮ ਲਿਆ ਰੀਆਰਗਨਾਈਜ਼ ਕਰਕੇ ਮੁੜ ਕੇ ਦੁਬਾਰੇ ਹਮਲੇ ਕਰਨ ਨੂੰ, ਜਾਂ ਉਹਨਾਂ ਦੀ ਕੋਈ ਆਪਣੀ ਇਨਪੁਟਸ ਹੈਗੀਆਂ, ਸੋ ਇਹ ਨੇਤਨਿਆਹੂ ਜਾਣਦਾ। ਪਰ ਇਹਦੇ ਨਾਲ ਅਮਰੀਕਨ ਰਾਸ਼ਟਰਪਤੀ ਦੀ ਜਿਹੜੀ ਸ਼ਾਨ ਆ ਤੇ ਅਮਰੀਕਾ ਦੀ ਜਿਹੜੀ ਸ਼ਾਨ ਹੈਗੀ ਆ ਗਲੋਬਲ ਕ੍ਰਾਈਸਿਸ ਨੂੰ ਮੈਨੇਜ ਕਰਨ ਦੀ, ਉਹਦੇ ਤੇ ਜਿਹੜਾ ਹੈਗਾ ਉਹ ਵੱਟਾ ਲੱਗਦਾ ਹੈਗਾ। ਹੁਣ ਉਹੀ ਗੱਲ ਵੀ ਅਮਰੀਕਨ ਪੋਪੂਲੇਸ਼ਨ ਜਿਹੜੀ ਪੁੱਛ ਰਹੀ ਆ, ਤੁਸੀਂ ਦੇਖਿਆ ਵੀ 60% ਆ ਜਿਹੜੀ ਪੋਪੂਲੇਸ਼ਨ ਉਹ ਵਿਰੋਧ ਕਰ ਰਹੀ ਹੈਗੀ ਆ ਜਿਹੜੀ ਇਜ਼ਰਾਈਲ ਦੀਆਂ ਟਰਮਸ ਤੇ ਅਮਰੀਕਾ ਵੱਲੋਂ ਕੀਤੀ ਜਾਣ ਵਾਲੀ ਡਿਪਲੋਮੇਸੀ ਦੀਆਂ। ਸੋ ਇਹ ਸਾਰੇ ਹੀ ਮੀਡੀਆ ਤੇ ਆਇਆ ਹੈਗਾ ਵੀ ਨੇਤਨਿਆਹੂ ਦੀ ਕਾਲ ਨੇ ਜਿਹੜਾ ਹੈਗਾ ਕੰਮ ਵਿਗਾੜਿਆ। ਹੁਣ ਉਹ ਕਾਲ ਦੇ ਜਾਂ ਤਾਂ JD ਵੈਂਸ ਦੱਸ ਸਕਦੇ ਆ ਜਾਂ ਨੇਤਨਿਆਹੂ ਦੱਸ ਸਕਦੇ ਹੈਗੇ ਆ, ਪਰ ਕਿਤੇ ਨਾ ਕਿਤੇ ਕੁਛ ਨਾ ਕੁਛ ਗੰਭੀਰ ਆ ਜਿਹੜਾ ਵਾਪਰਿਆ ਹੈਗਾ, ਜਿਹਨੇ ਇਹ ਸਾਰੀ ਵਾਰਤਾ ਨੂੰ, ਜਿਹੜੀ ਕਿ ਬਹੁਤ ਵਧੀਆ ਮਾਹੌਲ ਵਿੱਚ ਹੋ ਰਹੀ ਸੀ, ਇਵਨ ਇਰਾਨ ਦੇ ਵਕਤ ਦਾ ਵੀ ਆਉਣਾ ਹਨਾ, ਇੱਕ ਤਰ੍ਹਾਂ ਨਾਲ ਭਰੋਸਾ ਕਰਕੇ ਆਉਣਾ ਤੇ ਮੁੜ ਕੇ ਖਾਲੀ ਹੱਥ ਚਲੇ ਜਾਣਾ। ਜਾਂ ਤਾਂ ਕੁਛ ਤਾਕਤਾਂ ਹੈ ਨੇ CIA ਤੋਂ ਬਿਨਾਂ ਜਾਂ ਅਮਰੀਕਨ ਪ੍ਰਸ਼ਾਸਨ ਤੋਂ ਬਿਨਾਂ ਜਿਹੜੀਆਂ ਡੀਰੇਲ ਕਰਨਾ ਚਾਹੁੰਦੀਆਂ ਨੇ, ਸੋ ਉਹਨਾਂ ਦਾ ਹੁਣ ਪਿਨ ਪੁਆਇੰਟ ਹੋਏਗਾ। ਉਹ ਤੋਂ ਬਾਅਦ ਨਵੀਂ ਅਸੈਸਮੈਂਟ ਹੋਏਗੀ ਤੇ CIA ਨੂੰ ਇਨਵੋਲਵ ਕਰਕੇ, ਸੀਰੀਅਸਲੀ CIA ਨੂੰ ਇਨਵੋਲਵ ਕਰਕੇ ਅੱਗੇ ਵਧਿਆ ਜਿਹੜਾ ਹੈਗਾ ਉਹ ਜਾ ਸਕਦਾ। ਜੀ ਆਪਣੀ ਅਗਲੀ ਜਿਹੜੀ ਅਵਤਾਰ ਸਿੰਘ ਜੀ ਇਸ 'ਚ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਵੀ ਇਰਾਨ ਤਾਂ ਪਰਮਾਣੂ ਪ੍ਰੋਗਰਾਮ ਨੂੰ ਤਿਆਗ ਕਰਨ ਦੇ ਲਈ ਰਾਜੀ ਜਿਹੜਾ ਉਹ ਹੋ ਗਿਆ ਸੀਗਾ, ਸੋ ਇਹ ਸਮਝੌਤਾ ਨਹੀਂ ਹੋ ਸਕਿਆ। ਸੋ ਇਹ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗੂਗਾ। ਇਹ ਸਾਰੇ ਕਾਸੇ ਦੇ ਵਿੱਚ ਤੁਸੀਂ ਇਹ ਵੀ ਦੱਸ ਰਹੇ ਸੀ ਵੀ ਕਈ ਬਿਹਾਈਂਡ ਦਾ ਸੀਨ ਐਕਟਰਸ ਵੀ ਜਿਹੜੇ ਨਾਲ ਦੇ ਨਾਲ ਕੰਮ ਜਿਹੜੇ ਉਹ ਕਰ ਰਹੇ ਆ। ਸੋ ਇੱਥੇ ਜੇ ਆਪਾਂ ਗੱਲ ਕਰੀਏ ਚੀਨ ਤੇ ਰੂਸ ਨੂੰ ਲੈ ਕੇ, ਉਹਨਾਂ ਦਾ ਕਿੰਨਾ ਕੁ ਦਖਲ ਹੈਗਾ ਇਸ ਪੂਰੀ ਜੰਗ ਦੇ ਵਿੱਚ? ਹਾਂ, ਇਹ ਬਹੁਤ ਉਹਨਾਂ ਨੇ ਰੋਕੀ, ਉਹਨਾਂ ਨੇ ਮੋੜਿਆ। ਤੁਸੀਂ ਦੇਖੋ ਜੇ ਉਹ ਇਸ ਤਰ੍ਹਾਂ ਨਾ ਆਉਂਦੇ ਤਾਂ ਜੰਗ ਦਾ ਰੁਖ ਇਸ ਤਰ੍ਹਾਂ ਨਹੀਂ ਸੀ ਮੁੜਨਾ। ਸੋ ਅਮਰੀਕਾ ਨੂੰ ਚੈਲੰਜਸ ਆ ਇੰਨੇ ਵੱਡੇ ਨਹੀਂ ਸੀ ਆਉਣੇ। ਤੁਸੀਂ ਦੇਖੋ ਜੇ ਇਰਾਨ ਡਿੱਗਦਾ ਤਾਂ ਉਹ ਕੱਲਾ ਇਰਾਨ ਨਹੀਂ ਡਿੱਗੂਗਾ, ਉਹਦੇ ਨਾਲ ਚੀਨ ਤੇ ਰੂਸ ਵੀ ਡਿੱਗਦੇ ਆ। ਸੋ ਉਹਨਾਂ ਦੋਹਾਂ ਮੁਲਕਾਂ ਲਈ ਆਪਣੇ ਪ੍ਰੈਸਟੀਜ ਦਾ ਸਵਾਲ ਆ। ਉਹਨਾਂ ਦੀ ਸਾਰੀ ਰਾਜਨੀਤੀ ਦਾਅ ਤੇ ਲੱਗੀ ਹੋਈ ਹੈ ਇਸ ਜੰਗ ਵਿੱਚ, ਚੀਨ ਤੇ ਰੂਸ ਦੀ ਹਨਾ। ਸੋ ਬਿਹਾਈਂਡ ਦੀ ਸੀਨ ਡਿਪਲੋਮੈਟਿਕਲੀ, ਫੌਜੀ, ਮਿਲੀਟੈਰੀਲੀ, ਜਾਂ ਜਿਹੜੇ ਆ ਕਿਹਾ ਜਾਂਦਾ ਵੀ ਉਹਨਾਂ ਦੀਆਂ ਮਿਸਾਈਲਾਂ ਨੂੰ ਗਾਈਡਡ ਜਿਹੜੀ ਹੈਗੀ ਆ ਉਹ GPS ਸਾਰਾ ਪ੍ਰੋਵਾਈਡ ਕਰਨਾ। ਸੋ ਉਹਨਾਂ ਦਾ ਸਾਰਾ ਦਾਅ ਲੱਗਿਆ ਹੋਇਆ ਤੋਂ। ਸੋ ਚਾਈਨਾ ਦੇ ਜਿਹੜੇ ਡਿਪਲੋਮੈਟਸ ਨੇ, ਚਾਈਨਾ ਦੀ ਇੱਕ ਗੱਲ ਉਹ ਇਹ ਹੈਗੀ ਵੀ ਚਾਈਨਾ ਆਪਣੀਆਂ ਸਟਰੈਂਥਸ ਨੂੰ ਤੇ ਆਪਣੀਆਂ ਵੀਕਨੈਸਿਸ ਨੂੰ ਖੁੱਲੇ ਰੂਪ ਵਿੱਚ ਮੰਨ ਲੈਂਦਾ ਹੈਗਾ। ਸੋ ਜਿਹੜੇ ਚਾਈਨਾ ਦੇ ਡਿਪਲੋਮੈਟਸ ਆ ਇਹ ਬਿਲਕੁਲ ਗੱਲ ਮੰਨਦੇ ਆ ਵੀ ਅਸੀਂ ਅੱਜ ਵੀ ਕਿਸੇ ਹਾਲਤ ਵਿੱਚ ਨਹੀਂ ਹੈਗੇ ਵੀ ਕਿਸੇ ਵੱਡੀ ਪਾਵਰ ਨਾਲ ਲੜਾਈ ਦੇ ਮੈਦਾਨ ਵਿੱਚ ਸਿੱਧੀ ਜੰਗ ਨੇ ਟੱਕਰ ਦੇ ਸਕੀਏ।
ਉਹ ਕਹਿੰਦੇ ਵੀ ਅਸੀਂ ਸਦੀਆਂ ਦੀ ਗੁਲਾਮੀ ਤੋਂ ਬਾਅਦ ਜਿਹੜੀ ਆਜ਼ਾਦੀ ਹਾਸਲ ਕੀਤੀ ਆ ਉਹਨੂੰ ਮੇਨਟੇਨ ਰੱਖਣ ਲਈ ਸਾਨੂੰ ਹਲੇ ਬਹੁਤ ਲੰਬੀ ਮੁਸ਼ੱਕਤ ਕਰਨੀ ਪਈ ਹੈ। ਸਾਡੇ ਬਜ਼ੁਰਗਾਂ ਨੇ ਬਹੁਤ ਤਸ਼ੱਦਦ ਸਹਿਆ ਦੁਸ਼ਮਣਾਂ ਦਾ, ਬਹੁਤ ਜ਼ਿਆਦਾ ਤਸ਼ੱਦਦ ਸਹਿਣ ਤੋਂ ਬਾਅਦ ਅਸੀਂ ਜੇ ਪੈਰਾਂ ਤੇ ਹੋਏ ਆ। ਸੋ ਅਸੀਂ ਇਹ ਪੈਰਾਂ ਤੇ ਹੋਣ ਦੀ ਸਥਿਤੀ ਨੂੰ ਇੱਕਦਮ ਇੱਕ ਲੜਾਈ ਦੇ ਝਟਕੇ ਨਾਲ ਖਤਮ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੀ ਪੋਪੂਲੇਸ਼ਨ ਨੂੰ ਦੁਬਾਰੇ ਗੁਲਾਮ ਨਹੀਂ ਬਣਾਉਣਾ ਚਾਹੁੰਦੇ। ਉਹਨਾਂ ਦੇ ਡਿਪਲੋਮੈਟਸ ਇਹ ਗੱਲ ਮੰਨਦੇ ਆ ਵੀ ਅਸੀਂ ਕਿਸੇ ਵੱਡੀ ਪਾਵਰ ਨਾਲ ਲੜਾਈ ਲੜਨ ਦੇ ਹਲੇ ਯੋਗ ਹੀ ਹੈ ਨਹੀਂ, ਅਸੀਂ ਨਹੀਂ ਮੰਨਦੇ ਵੀ ਅਸੀਂ ਲੜ ਸਕਦੇ। ਸੋ ਬਿਹਾਈਂਡ ਦੀ ਸੀਨ ਆ, ਜਿਸ ਤਰ੍ਹਾਂ ਮਿਲੀਟੈਰੀਲੀ ਉਹ ਕੈਪੇਬਿਲਿਟੀਆਂ ਹਾਸਲ ਕਰ ਰਹੇ ਆ, ਸਾਰਾ GPS ਦਾ ਤੇ ਹੋਰ ਜਿਹੜੀ ਆਪਾਂ ਕਹਿ ਸਕਦੇ ਵੀ ਹੁਣ ਜਿਹੜੀ ਵਾਰਫੇਅਰ ਇੱਕ ਤਰ੍ਹਾਂ ਨਾਲ ਇੰਟਰਨੈਟ ਨਾਲ ਤੇ ਹੋਰ ਇਹਦੇ ਨਾਲ ਜੁੜ ਗਈ ਹੋਈ ਹੈ। ਸੋ ਉਹ ਸਾਰੀ ਗਲੋਬਲ ਵਾਰਫੇਅਰ ਦਾ ਜਿਹੜਾ ਉਹ ਕੈਪੇਬਿਲਿਟੀ ਹਾਸਲ ਕਰ ਰਹੇ ਆ। ਉਹ ਕੈਪੇਬਿਲਿਟੀ ਉਹਨਾਂ ਨੇ ਪਾਕਿਸਤਾਨ ਨੂੰ ਵੀ ਦਿੱਤੀਆਂ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਜੰਗ ਹੋਈ ਆ, ਤੇ ਹੁਣ ਉਹ ਈਰਾਨ ਨੂੰ, ਮੇਰਾ ਖਿਆਲ ਹਥਿਆਰ ਵੀ ਵੱਡੀ ਪੱਧਰ ਤੇ ਆ ਜਿਹੜੇ ਉਹ ਸਮਗਲ ਹੋ ਰਹੇ ਹੋਣਗੇ। ਸਮਗਲ ਨਹੀਂ ਹੁੰਦਾ ਕਿਉਂਕਿ ਇਹ ਤਾਂ ਦੇਸ਼ਾਂ ਦੇ ਦੇਸ਼ਾਂ ਨਾਲ ਕੰਟਰੈਕਟ ਨੇ। ਸੋ ਜੇ ਅੱਗੇ ਵੀ ਤੁਸੀਂ ਦੇਖੋ ਸੀਰੀਆ ਵਿੱਚ ਵੀ ਸੀਰੀਆ ਦੇ ਜਿਹੜੀਆਂ ਫੌਜਾਂ ਲੜੀਆਂ ਉਹ ਵੀ ਚਾਈਨਾ ਤੋਂ ਲਏ ਹੋਣਗੇ ਹਥਿਆਰ ਇਰਾਨ ਨੇ ਫਿਰ ਡਿਪਲੋਮੈਟਿਕਲੀ, ਕਿਉਂਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਜਿਹੜੇ ਸਮਝੌਤੇ ਹੁੰਦੇ ਆ ਉਹਦੇ ਨਾਲ ਉਹ ਸੀਰੀਆ ਨੂੰ ਜਿਹੜੇ ਹੈਗੇ ਆ ਉਹ ਗਏ ਹੋਣਗੇ। ਸੋ ਇਸ ਤਰ੍ਹਾਂ ਨਾਲ ਇਹ ਡਿਪਲੋਮੈਟਿਕ ਐਫਰਟਸ ਨਾਲ ਚੀਨ ਔਰ ਰੂਸ ਦਾ ਵੀ ਵੱਡਾ ਦਾਅ ਲੱਗਿਆ। ਚੀਨ ਦਾ ਤਾਂ ਹੁਣ ਸਾਰਾ ਤੁਸੀਂ ਦੇਖੋ ਨਾ ਵੀ ਹੁਣ ਦੱਸ ਰਿਹਾ ਵੀ 90% ਜਿਹੜਾ ਤੇਲ ਹੈਗਾ ਉਹ ਚੀਨ ਇਰਾਨ ਤੋਂ ਖਰੀਦ ਰਿਹਾ। ਅੱਗੇ ਤਾਂ ਵੈਨਜ਼ੂਏਲਾ ਤੋਂ ਖਰੀਦਦਾ ਸੀ, ਹੁਣ ਵੈਨਜ਼ੂਏਲਾ ਵਾਲਾ ਜਿਹੜਾ ਉਹ ਬੰਦ ਹੋਣ ਕਾਰਨ ਜਿਹੜਾ ਹੈਗਾ ਉਹ ਚੀਨ ਦਾ ਜਿਹੜਾ એનર્ਜੀ ਕ੍ਰਾਈਸਿਸ ਆ ਉਹ ਆ ਰਿਹਾ। ਸੋ ਇਟ ਮੀਨਸ ਇਕਨੋਮਿਕਲੀ ਵੀ ਇਰਾਨ ਨੂੰ ਥੋੜਾ ਫਾਇਦਾ ਹੋਣ ਲੱਗਿਆ ਹੈ, ਤੇ ਉਹਦੇ ਨਾਲ ਹਥਿਆਰਾਂ ਦਾ ਤੇ ਟੈਕਨੋਲੋਜੀ ਦਾ ਜਿਹੜਾ ਉਹ ਹੈਗਾ ਉਹ ਦੋਵੇਂ ਮੁਲਕ ਕਰ ਰਹੇ ਨੇ। ਦੋਵਾਂ ਦੀ ਆਪਣੀ ਹੋਂਦ ਵੀ ਦਾਅ ਤੇ ਲੱਗੀ ਹੋਈ ਇਸ ਜੰਗ ਵਿੱਚ। ਜੇ ਹਾਰੂਗਾ ਤਾਂ ਕੱਲਾ ਇਰਾਨ ਨਹੀਂ ਹਾਰੂਗਾ, ਉਹਦੇ ਨਾਲ ਰੂਸ ਤੇ ਚੀਨ ਨੂੰ ਜਿਹੜਾ ਬਹੁਤ ਵੱਡਾ ਧੱਕਾ ਲੱਗਣ ਦੀਆਂ ਸੰਭਾਵਨਾਵਾਂ ਨੇ। ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਨੈਗੋਸ਼ੀਏਸ਼ਨਸ ਦੀ ਗੱਲਬਾਤ ਦੇ ਉੱਤੇ ਮੈਨੂੰ ਜੇਕ ਸੁਲਿਵਨ ਹੁਣਾਂ ਦੀ ਇੱਕ ਇੰਟਰਵਿਊ ਚੇਤਾ ਆਈ ਆ, ਹੁਣੇ ਰੀਸੈਂਟਲੀ ਕੀਤੀ ਆ ਜਦੋਂ ਇਹ ਲੜਾਈ ਕਰ ਰਹੇ ਸੀ। ਜੇਕ ਸੁਲਿਵਨ ਉਹੀ ਜਿਨ੍ਹਾਂ ਦਾ ਆਪਾਂ ਐਕਸਿਸ ਆਫ ਟਾਇਰਨੀ ਤੇ ਐਕਸਿਸ ਆਫ ਡੈਮੋਕ੍ਰੇਸੀ ਵਾਲਾ ਇੱਕ ਜਿਹੜਾ ਆਰਟੀਕਲ ਸੀ ਵੀ ਰੀਸਟਰਕਚਰਿੰਗ ਵਾਲੇ, ਜਿਹੜਾ ਉਹਨਾਂ ਨੇ ਕਾਫੀ ਵੱਡਾ ਇੱਕ ਕੀਤਾ ਸੀਗਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੇ ਜੋ ਬਾਈਡਨ ਦੇ ਟਾਈਮ। ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਵੀ ਜਦੋਂ ਇਹਨਾਂ ਨੇ ਲੜਾਈ ਸ਼ੁਰੂ ਹੋਈ ਸੀ, ਜਦੋਂ ਨੈਗੋਸ਼ੀਏਸ਼ਨ ਚੱਲ ਰਹੀ ਸੀਗੀ, ਕਤਰ ਵਾਲੇ ਕਹਿੰਦੇ ਵੀ ਉਹਨਾਂ ਨੇ ਦੱਸਿਆ ਸੀਗਾ ਵੀ ਆਲਮੋਸਟ ਸਮਝੌਤਾ ਹੋ ਚੱਲਾ ਸੀਗਾ। ਇਰਾਨ ਵਾਲਿਆਂ ਨੇ ਕਿਹਾ ਸੀਗਾ ਵੀ ਯੂਰੇਨੀਅਮ ਐਨਰਿਚਮੈਂਟ ਸਾਡਾ ਇੰਨਾ ਹੈਗਾ ਆ, ਤੇ ਉਹ ਕਹਿੰਦੇ ਵੀ ਅਮਰੀਕਾ ਵਾਲੇ ਗਲਤ ਸਮਝ ਗਏ ਗੱਲ ਦੀ ਭਾਵਨਾ ਨੂੰ, ਜਿਹੜਾ ਉਹ ਨੈਗੋਸ਼ੀਏਟਰਸ ਜਿਹੜੇ ਉਹ ਗਲਤ ਸਮਝ ਗਏ। ਇੱਕ ਜੇਕ ਸੁਲਿਵਨ ਦੇ ਬਿਆਨ ਆ ਵੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਗੱਲ ਜਿਹੜੀ ਉਸ ਨੈਗੋਸ਼ੀਏਸ਼ਨ 'ਚ ਵਿਗਾੜ ਪੈ ਗਈ। ਦੂਜੀ ਦੀ ਹੁਣ ਨਿਤਨਿਆਹੂ ਵਾਲੀ ਕਾਲ ਦੀ ਜਿਹੜੀ ਰੌਲਾ ਜਿਹੜਾ ਉਹ ਪੈ ਗਿਆ। ਹੁਣ ਡਿਪਲੋਮੈਟਿਕ ਤਰੀਕੇ ਦੇ ਨਾਲ ਗੱਲ ਨੂੰ ਸਮਝਾਉਣ ਦੇ ਲਈ ਪਾਕਿਸਤਾਨ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਰਿਹਾ ਆ। ਇਸਲਾਮਾਬਾਦ 'ਚ ਗੱਲਬਾਤ ਹੁੰਦੀ ਆ, ਜਿੱਦਾਂ ਤੁਸੀਂ ਕਿਹਾ ਵੀ ਈਰਾਨ ਦੇ ਬੰਦਿਆਂ ਨੂੰ ਉਹ ਲੈ ਕੇ ਆਉਂਦੇ, ਛੱਡ ਕੇ ਜਾਂਦੇ ਆ। ਜਿੱਦਣ ਹੁਣ ਆਪਾਂ ਤੁਹਾਡੇ ਨਾਲ ਇਹ ਪ੍ਰੋਗਰਾਮ ਗੱਲ ਕਰ ਰਹੇ ਆ, ਆਸਿਮ ਮੁਨੀਰ ਈਰਾਨ ਦੇ ਵਿੱਚ ਜਿਹੜਾ ਉਹ ਪਹੁੰਚੇ ਹੋਏ ਆ। ਪਾਕਿਸਤਾਨ ਦਾ ਬੜਾ ਡਿਪਲੋਮੈਟਿਕ ਉਭਾਰ ਜਿਹੜਾ ਉਹ ਹੋ ਰਿਹਾ, ਇਹ ਕੀ ਸੰਕੇਤ ਦੇ ਰਿਹਾ? ਹਾਂਜੀ, ਪਾਕਿਸਤਾਨ ਦੇ ਤੁਸੀਂ ਦੇਖੋ ਨਾ, ਇੱਕ ਤਾਂ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਆ ਵੀ ਇਹ ਸਾਰਾ ਸ਼ੱਕੀ ਕਿਸਮ ਦਾ ਸਸਪੀਸ਼ੀਅਸ ਆ ਵੀ ਉਹਨੂੰ ਮੈਨੇਜ ਕੀਤਾ ਜਾ ਰਿਹਾ, ਉਹਨੂੰ ਜਾਣ ਕੇ ਉਭਾਰਿਆ ਜਾ ਰਿਹਾ। ਇੱਕ ਕਨਸਪੀਰੇਸੀ ਥਿਊਰੀ ਹੈ ਜਾਂ ਨਹੀਂ ਹੈ, ਇਹ ਆ ਰਹੀ ਹੈ। ਦੂਜੇ ਪਾਸੇ ਤੁਸੀਂ ਪਾਕਿਸਤਾਨ ਜਿਸ ਆਪਾਂ ਕਹਿ ਸਕਦੇ ਆ ਵੀ ਕ੍ਰਾਸ ਰੋਡਸ ਤੇ ਬੈਠਾ ਹੈ, ਜਿਸ ਜੀਓਪੋਲਿਟੀਕਲ ਕ੍ਰਾਸ ਰੋਡਸ ਤੇ ਪਾਕਿਸਤਾਨ ਬੈਠਾ ਹੈ, ਉਹਦੀਆਂ ਦੇਖੋ ਵੀ ਕਿੰਨੀਆਂ ਮਜ਼ਬੂਤ ਤੰਦਾਂ ਇਰਾਨ ਨਾਲ ਵੀ ਨੇ, ਕਿੰਨੀਆਂ ਮਜ਼ਬੂਤ ਤੰਦਾਂ ਚਾਈਨਾ ਨਾਲ ਵੀ ਨੇ, ਹਨਾ, ਔਰ ਕਿੰਨੀਆਂ ਮਜ਼ਬੂਤ ਤੰਦਾਂ ਮਿਡਲ ਈਸਟ ਦੇ ਬਾਕੀ ਜਿਹੜੇ ਐਂਟੀ ਇਰਾਨ ਸਾਊਦੀ ਦੇ ਨਾਲ ਹੁਣੇ ਹੋਇਆ ਉਹਨਾਂ ਦਾ ਸਮਝੌਤਾ, ਕਤਰ ਨਾਲ ਜਾਂ ਈਵਨ ਤੁਰਕੀ ਦਾ ਚਲੋ ਵੱਖਰਾ, ਉਹਨਾਂ ਦੇ ਮਿਡਲ ਈਸਟ ਦੇ UAE ਦੇ ਸਾਰਿਆਂ ਨਾਲ ਜਿਹੜੇ ਹੈਗੇ ਆ ਉਹਦੇ ਇੱਕ ਉਹ ਹੀ ਪਲੇਅਰ ਹੈ ਜਿਹਦੇ ਜਿਹੜੀਆਂ ਪੰਜੇ ਉਂਗਲਾਂ ਜਿਹੜੀਆਂ ਪੰਜ ਥਾਵਾਂ ਤੇ ਫਸੀਆਂ ਹੋਈਆਂ। ਤੇ ਕਿਉਂਕਿ ਜਿਹੜੀ ਗੱਲਬਾਤ ਹੋਣੀ ਸੀ ਉਹਦੇ ਵਿੱਚ ਇਕੱਲੀ ਈਰਾਨ ਔਰ ਅਮਰੀਕਾ ਦਰਮਿਆਨ ਨਹੀਂ ਸੀ ਹੋਣੀ, ਇਹ ਗੱਲਬਾਤ ਹੋਣੀ ਸੀ ਅਮਰੀਕਾ, ਈਰਾਨ, ਮਿਡਲ ਈਸਟ ਐਂਡ ਚਾਈਨਾ। ਇੱਕ ਭਾਵੇਂ ਪਾਰਟੀਆਂ ਦੋ ਸੀ ਪਰ ਬਿਹਾਈਂਡ ਦੀ ਸੀਨ 4 ਪਾਰਟੀਆਂ ਸੀ। ਉਹ 4 ਪਾਰਟੀਆਂ ਨਾਲ ਜੇ ਕੋਈ ਬੈਲੈਂਸ ਬਣਾ ਕੇ ਚੱਲ ਰਿਹਾ ਸੀ ਤਾਂ ਪਾਕਿਸਤਾਨ ਚੱਲ, ਠੀਕ ਹੈ, ਜਿਹੜਾ 4 ਨਾਲ ਇੰਟਰੈਕਟ ਕਰ ਸਕਦਾ।
ਵੀ ਉਹ ਜਿਹੜੇ ਚਾਰੇ ਫਿਰ ਭਰੋਸਾ ਕਰ ਸਕਦੇ ਆ ਪਾਕਿਸਤਾਨ ਤੇ। ਜੇ ਕੋਈ ਹੋਰ ਮੁਲਕ ਹੁੰਦਾ, ਜੇ ਤੁਰਕੀ ਹੁੰਦਾ, ਹੋ ਸਕਦਾ ਉਹ ਇੰਨਾ ਡਿਪਲੋਮੈਟਿਕਲੀ ਐਡਵਾਂਸ ਨਾ ਚੱਲਦਾ, ਕਿਉਂਕਿ ਤੁਰਕੀ ਦੇ ਰਾਸ਼ਟਰਪਤੀ ਦਾ ਆਪਾਂ ਦੇਖ ਸਕਦੇ ਹਾਂ ਵੀ ਥੋੜੀ ਜਿਹੀ ਬ੍ਰਿੰਕਮੈਨਸ਼ਿਪ ਹੈਗੀ ਆ, ਉਹ ਹੀਰੋਇਜ਼ਮ ਦੀ ਭਾਵਨਾ ਚ ਆ ਜਾਂਦਾ। ਇਹ ਹੈਗਾ ਵੀ ਆਸਮ ਮੁਨੀਰ ਨੇ ਤੇ ਪਾਕਿਸਤਾਨ ਦੇ ਜਿਹੜੇ ਹੈਗੇ ਆ ਪ੍ਰਾਈਮ ਸ਼ਰੀਫ, ਸ਼ਹਿਬਾਜ਼ ਸ਼ਰੀਫ ਸ਼ਰੀਫ ਨੇ ਜਿਸ ਢੰਗ ਨਾਲ ਇਹਨੂੰ ਲਿਆਂਦਾ, ਇੱਕ ਤਾਂ ਵੀ ਜਿਹੜੀ ਅਸਲੀਅਤ ਤਾਂ ਇਹ ਨਜ਼ਰ ਆ ਰਹੀ ਹੈ ਵੀ ਚਾਈਨਾ, ਕਿਉਂਕਿ ਚਾਈਨਾ ਦੀ ਸਹਿਮਤੀ ਤੋਂ ਬਿਨਾਂ ਗੱਲਬਾਤ ਅੱਗੇ ਨਹੀਂ ਸੀ ਵਧਣੀ। ਇਰਾਨ ਨੇ ਨਹੀਂ ਸੀ ਜਾਣਾ, ਚਾਈਨਾ ਦੇ ਕਹੇ ਤੋਂ ਬਿਨਾਂ ਇਰਾਨ ਨੇ ਪਾਕਿਸਤਾਨ ਨਹੀਂ ਸੀ ਜਾਣਾ। ਇਟ ਮੀਨਸ ਫਿਰ ਚਾਈਨਾ ਨਾਲ ਸਭ ਤੋਂ ਵਧੀਆ ਰਿਲੇਸ਼ਨ ਕਿਹਦੀ ਆ? ਪਾਕਿਸਤਾਨ ਦੇ ਸੀ। ਸੋ ਇੰਡੀਆ ਦੇ ਵੀ ਉਨੇ ਵਧੀਆ ਰਿਲੇਸ਼ਨ ਨਹੀਂ ਜਿੰਨੇ ਪਾਕਿਸਤਾਨ ਦੇ, ਕਿਉਂਕਿ ਉਹਦਾ ਇੱਕ ਤਰ੍ਹਾਂ ਨਾਲ ਵੱਡੀ ਇਨਵੈਸਟਮੈਂਟ ਪਾਕਿਸਤਾਨ ਚ ਹੋ ਗਿਆ। ਉਹਦੇ ਹੀ ਮਿਡਲ ਈਸਟ ਨਾਲ, ਸਾਊਦੀ ਅਰਬ ਨਾਲ ਤਾਂ ਪੈਕਟ ਹੋਇਆ ਉਹਨਾਂ ਦਾ, ਜਿਸ ਤਰ੍ਹਾਂ ਹਨਾ ਜਿਹੜਾ ਨਿਊਕਲੀਅਰ ਪੈਕਟ ਆ, ਜਿਹੜਾ ਸਿਕਿਉਰਿਟੀ ਦਾ ਪੈਕਟ ਆ। ਪਰ ਬਾਕੀ ਜਿਹੜੀਆਂ UAE, ਕਤਰ ਤੇ ਹੋਰ ਕੰਟਰੀਜ਼ ਆ, ਉਹਨਾਂ ਨਾਲ ਵੀ ਜਿਹੜਾ ਉਹਦਾ ਹੈਗਾ। ਸੋ ਜੇ ਕਨਸਪੀਰੇਸੀ ਥਿਊਰੀ ਨਾ ਵੀ ਹੋਵੇ, ਇਹਨੂੰ ਧੱਕੇ ਨਾਲ ਬਣਾਇਆ ਜਾ ਰਿਹਾ, ਤਾਂ ਵੀ ਉਹ ਇੱਕ ਫੇਵਰੇਬਲ ਸਿਚੁਏਸ਼ਨ ਵਿੱਚ ਪਾਕਿਸਤਾਨ ਆ ਰਿਹਾ ਸੀਗਾ। ਇਸੇ ਕਰਕੇ ਪਾਕਿਸਤਾਨ ਨੂੰ ਇਹ ਲੈਵਰੇਜ ਮਿਲੀ ਆ ਵੀ ਫਿਰ ਪਾਕਿਸਤਾਨ ਵਿੱਚ ਗੱਲ ਹੋਣੀ, ਨਹੀਂ ਤਾਂ ਆਮ ਤੌਰ ਤੇ ਗੱਲ ਕਤਰ ਵਿੱਚ ਹੁੰਦੀ ਹੈ। ਚਾਹੇ ਤਾਲਿਬਾਨ ਦਾ, ਚਾਹੇ ਫਲਸਤੀਨੀਆਂ ਦਾ, ਚਾਹੇ ਸੀਰੀਆ ਦਾ, ਸਾਰੇ ਸਮਝੌਤੇ ਕਤਰ ਵਿੱਚ ਹੋਏ। ਸੋ ਕਤਰ ਇੱਕ ਤਰ੍ਹਾਂ ਨਾਲ ਮਿਡਲ ਈਸਟ ਦਾ ਆਪਾਂ ਜੇ ਕਹਿ ਸਕੀਏ ਵੀ ਉਹ ਇੱਕ ਵੱਡਾ ਹੱਬ ਬਣ ਕੇ ਉੱਭਰ ਰਿਹਾ ਇਹਨਾਂ ਸਮਝੌਤਿਆਂ ਦੇ। ਪਰ ਇਹ ਸਮਝੌਤਾ ਜਿਹੜਾ ਉਹ ਪਾਕਿਸਤਾਨ ਚ ਹੋਣਾ, ਇਟ ਮੀਨਸ ਕਿਤੇ ਨਾ ਕਿਤੇ ਕੋਈ ਡਿਪਲੋਮੈਟਿਕ ਸ਼ਿਫਟ ਹੈ। ਆਪਾਂ ਮੇਰੇ ਖਿਆਲ ਸਾਲ ਡੇਢ ਸਾਲ ਪਹਿਲਾਂ ਇੱਕ ਬਹੁਤ ਸੀਰੀਅਸ ਆਰਟੀਕਲ ਛਪਿਆ ਸੀ ਪਾਕਿਸਤਾਨ ਦੀ ਸਪੋਰਟ ਦਾ, ਵਿੱਚੋਂ ਛਪਿਆ ਸੀ ਵੀ ਪਾਕਿਸਤਾਨ ਨੂੰ ਕਿਉਂ ਉਹ ਮੈਨੇਜ ਕਰ ਰਹੇ ਹੈਗੇ ਆ। ਉਹ ਡਿਸਕਸ ਕਰਿਆ ਸੀ। ਉਹਦੇ ਵਿੱਚ ਉਹਨੇ ਇਹ ਕਿਆਸ ਲਾਈਆਂ ਸੀ ਵੀ ਅਗਲੇ ਦਿਨਾਂ ਦੌਰਾਨ ਇਹਨੂੰ ਕਾਫੀ ਉਭਾਰਿਆ ਜਾਵੇਗਾ। ਸੋ ਆਪਾਂ ਉਹ ਉਭਾਰ ਦੇਖ ਰਹੇ ਹਾਂ ਪਾਕਿਸਤਾਨ। ਠੀਕ ਹੈ, ਇਹ ਕੱਚਾ ਉਭਾਰ ਹੈ, ਫੋਕਾ ਉਭਾਰ ਹੈ, ਜਾਂ ਇਹਦੀਆਂ ਜੜਾਂ ਡੂੰਘੀਆਂ ਲੱਗੀਆਂ ਹੋਈਆਂ ਨੇ, ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ, ਹਾਲੇ ਨਹੀਂ। ਭਾਰਤ ਦੀ ਵੀ ਕਿਤੇ ਨਾ ਕਿਤੇ ਚੁੱਪੀ ਹੈ ਇਸ ਦੇ ਉੱਤੇ, ਕਿਉਂਕਿ ਜਦੋਂ ਪਾਕਿਸਤਾਨ ਦੀ ਗੱਲ ਹੁੰਦੀ ਹੈ, ਭਾਰਤ ਦਾ ਐਂਗਲ ਉੱਥੇ ਆਟੋਮੈਟਿਕਲੀ ਨਾਲ ਆ ਜਾਂਦਾ। ਉੱਥੇ ਇੰਟਰਨਲੀ ਮੋਦੀ ਨੂੰ ਵੀ ਸਵਾਲ ਕੀਤੇ ਜਾ ਰਹੇ ਆ ਵੀ ਤੂੰ ਤਾਂ ਵਿਸ਼ਵ ਗੁਰੂ ਸੀਗਾ, ਵੀ ਨੈਗੋਸ਼ੀਏਸ਼ਨ ਪਾਕਿਸਤਾਨ ਵਾਲੇ ਕਰਾਈ ਜਾਂਦੇ ਆ। ਸੋ ਇਹ ਐਂਗਲ ਕੋਈ ਹੈਗਾ ਆ ਪਾਕਿਸਤਾਨ ਇੰਡੀਆ ਦਾ ਇਸ ਦੇ ਵਿੱਚ ਕੋਈ ਰੋਲ ਸੀਗਾ, ਜਾਂ ਉਹ ਮੂਕ ਦਰਸ਼ਕ ਹੀ ਸੀਗੇ? ਨਹੀਂ, ਹਾਲ ਦੀ ਘੜੀ ਉਹਨਾਂ ਨੇ ਇੰਡੀਆ ਨੂੰ ਠੀਕ ਹੈ ਬਿਹਾਈਂਡ ਦੀ ਸੀਨ ਡਿਪਲੋਮੈਟਿਕਲੀ ਕੰਸੀਡਰ ਕੀਤਾ ਹੋ ਸਕਦਾ, ਪਰ ਜਿਸ ਆਪਾਂ ਕਹਿੰਦੇ ਸਰਗਰਮੀ ਨਾਲ ਪਾਕਿਸਤਾਨ ਨੇ ਉਹਦੇ ਵਿੱਚ ਰੋਲ ਅਦਾ ਕਰਿਆ, ਇੰਡੀਆ ਦਾ ਉਹਨਾਂ ਰੋਲ ਨਹੀਂ ਸੀ। ਕਿਉਂਕਿ ਜਦੋਂ ਪਾਕਿਸਤਾਨ ਮੂਹਰੇ ਆਉਣ ਲੱਗਿਆ, ਫਿਰ ਇੰਡੀਆ ਨੇ ਵੈਸੇ ਨਹੀਂ ਸੀ ਜਿਹੜਾ ਉਹਦੇ ਵਿੱਚ ਇੰਟਰਵੀਨ ਕਰਨਾ, ਉਹਨੇ ਦਖਲ ਅੰਦਾਜ਼ੀ ਜਿਹੜੀ ਹੈਗੀ ਉਹ ਨਹੀਂ ਕਰਨੀ ਸੀ, ਕਿਉਂਕਿ ਦੋਹਾਂ ਦੀ ਆਪਸੀ ਇੱਕ ਡਿਪਲੋਮੈਟਿਕ ਤੇ ਪੋਲੀਟੀਕਲ ਦੁਸ਼ਮਣੀ ਆ ਜਿਹੜੀ ਚੱਲੀ ਆਉਂਦੀ ਆ। ਉਹਦੇ ਨਾਲ ਇਹ ਹੈਗਾ ਵੀ ਬੰਗਲਾਦੇਸ਼ ਦੀਆਂ ਚੋਣਾਂ ਹੋ ਗਈਆਂ, ਉੱਥੇ ਰਜੀਮ ਚੇਂਜ ਹੋਇਆ, ਨੇਪਾਲ ਦੀਆਂ ਚੋਣਾਂ ਹੋ ਗਈਆਂ, ਉੱਥੇ ਰਜੀਮ ਚੇਂਜ ਹੋਇਆ। ਇਹਨਾਂ ਤੇ ਜ਼ਿਆਦਾ ਹੁਣ ਚੀਨ ਦਾ ਪ੍ਰਭਾਵ ਹੈਗਾ। ਸੋ ਇਹ ਕਾਫੀ ਕੁਛ ਹੈ, ਕਿਉਂਕਿ ਹੁਣ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਇੱਥੇ ਆਏ ਸੀਗੇ, ਮੇਰੇ ਖਿਆਲ ਦਿੱਲੀ ਆਏ ਆ, ਤੇ ਉਹਨਾਂ ਨੇ ਸ਼ੇਖ ਹਸੀਨਾ ਦੀ ਜਿਹੜੀ ਹੈਗੀ ਆ ਉਹ ਮੰਗ ਕੀਤੀ ਹੈ ਕਿ ਵੀ ਉਹਨੂੰ ਵਾਪਸ ਭੇਜਿਆ ਜਾਵੇ, ਸਾਨੂੰ ਐਕਸਟ੍ਰਾਡਾਈਟ ਆ ਜਿਹੜਾ ਉਹ ਕਰਿਆ ਜਾਵੇ। ਸੋ ਇਸ ਤਰ੍ਹਾਂ ਨਾਲ ਇੰਡੀਆ ਲਈ ਹਲੇ ਕਾਫੀ ਸਾਰੇ ਦਰਵਾਜ਼ੇ ਆ ਜਿਹੜੇ ਉੱਥੇ ਲੋਕਲ ਪੋਲਿਟਿਕਸ ਵਿੱਚ ਖੁੱਲ ਰਹੇ ਹੈਗੇ ਆ, ਵਿੰਡੋਜ਼, ਜਿਨ੍ਹਾਂ ਨੂੰ ਜਿਹੜਾ ਹੈਗਾ ਮੈਨੇਜ ਕਰਨਾ ਇੰਡੀਆ ਦੀ ਡਿਪਲੋਮੇਸੀ ਲਈ ਸਿਰਦਰਦੀ ਬਣਿਆ ਹੋਇਆ। ਉਹਦਾ ਫਾਇਦਾ ਉਠਾ ਕੇ ਜਿਹੜਾ ਪਾਕਿਸਤਾਨ, ਫਿਰ ਇਹ ਹੈਗਾ ਵੀ ਕਿਉਂਕਿ ਜਿੰਨੀ ਸੰਭਾਵਨਾ ਪਾਕਿਸਤਾਨ ਦੀ ਚੀਨ ਨਾਲ ਨਿੱਘੇ ਰਿਸ਼ਤਿਆਂ ਵਿੱਚ ਗੱਲ ਕਰਨ ਦੀ ਸੀ, ਉਹ ਮੇਰਾ ਖਿਆਲ ਇੰਡੀਆ ਕੋਲ ਨਹੀਂ ਸੀ। ਸੋ ਚੀਨ ਵੀ ਇੰਡੀਆ ਨਾਲ ਉਨੀ ਨਿੱਘੀ ਗੱਲ ਨਹੀਂ ਸੀ ਕਰ ਸਕਦਾ ਜਿੰਨੀ ਪਾਕਿਸਤਾਨ ਨਾਲ ਕਰ ਸਕਦਾ ਸੀ। ਸੋ ਜਿਹਦਾ ਫਾਇਦਾ ਹੈਗਾ। ਇਸੇ ਤਰ੍ਹਾਂ ਮਿਡਲ ਈਸਟ ਦੀਆਂ ਕੰਟਰੀਜ਼ ਆ, ਕਿਉਂਕਿ ਇਸਲਾਮਿਕ ਹੋਣ ਕਰਕੇ ਸਾਰਾ ਕੁਝ ਇਸਲਾਮਿਕ ਹੋ ਰਿਹਾ ਨਾ, ਇਰਾਨ ਇਸਲਾਮਿਕ ਆ, ਪਾਕਿਸਤਾਨ ਇਸਲਾਮਿਕ ਆ, ਸਾਰੇ ਮਿਡਲ ਈਸਟ ਇਸਲਾਮਿਕ ਆ। ਬੇਸ਼ੱਕ ਉਹ ਸ਼ੀਆ ਸੁੰਨੀ ਦਾ ਹੋਏਗਾ, ਉਹ ਵੱਖਰੀ ਗੱਲ ਹੈਗੀ ਆ, ਪਰ ਉਹਦੇ ਚੋਂ ਇਹ ਸਾਰਾ ਐਂਗਲ ਆ ਜਿਹੜਾ ਉਹਦਾ ਇਸਲਾਮਿਕ ਕੰਟਰੀ ਹੋਣਾ ਵੀ ਉਹਦੇ ਲਈ ਜਿਹੜਾ ਫਾਇਦੇਮੰਦ ਹੈ ਪਾਕਿਸਤਾਨ ਲਈ ਸਾਬਤ ਹੋਇਆ। ਇੱਥੇ ਯੂਰਪ ਦਾ ਜਾਂ ਨਾਟੋ ਦਾ ਕੀ ਭਵਿੱਖ ਜਿਹੜਾ ਦੇਖਦੇ ਆ? ਸਪੇਨ ਦਾ ਪ੍ਰਾਈਮ ਮਿਨਿਸਟਰ ਤਾਂ ਸਿੱਧਾ ਹੀ ਇਸ ਲੜਾਈ ਦੇ ਉਲਟ ਆ ਗਿਆ। ਇਟਲੀ ਵਾਲੀ ਨੇ ਵੀ ਇਦਾਂ ਦੇ ਬਿਆਨ ਜਿਹੜੇ ਉਹ ਆਏ ਆ। ਇੰਗਲੈਂਡ ਵਾਲੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਵੀ ਮੈਂ ਤੁਹਾਡੀ ਲੜਾਈ ਲਈ ਆਪਣੇ ਮੁੰਡੇ ਜਿਹੜੇ ਆ UK ਦੇ ਉਹ ਨਹੀਂ ਜਿਹੜੇ ਮਰਵਾਉਣੇ। ਨਾਟੋ ਦੇ ਭਵਿੱਖ ਨੂੰ ਲੈ ਕੇ ਸਵਾਲ ਜਿਹੜੇ ਉਹ ਇੱਥੇ ਆ ਰਹੇ ਆ। ਕਿਵੇਂ ਦੇਖਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਇਹ ਸਾਰੀ ਲੜਾਈ ਦਾ ਪ੍ਰਭਾਵ ਕਿੱਦਾਂ ਦਾ ਉੱਥੇ ਹੋਊਗਾ? ਹਾਂਜੀ, ਸੋ ਆਪਾਂ ਦੇਖਿਆ ਸਪੇਨ ਨੇ ਡਟ ਕੇ ਸਟੈਂਡ ਲਿਆ। ਅੱਜ ਇਟਲੀ ਤੇ ਅੱਜ ਜਾਂ 2 ਦਿਨ ਪਹਿਲਾਂ ਇਟਲੀ ਤੋਂ BBC ਪ੍ਰਾਈਮ ਮਿਨਿਸਟਰ ਆ ਜਿਹੜੇ ਉਹਨਾਂ ਨੇ ਵੀ ਸਟੈਂਡ ਲੈ ਲਿਆ ਹੋਇਆ। ਸੋ UK ਡਬਲ ਮਾਈਂਡਡ ਚੱਲ ਰਿਹਾ, ਉਹ ਆਪਣੇ ਜਹਾਜ਼ ਵਗੈਰਾ ਦਾ ਭੇਜ ਰਿਹਾ ਉੱਥੇ।
ਸਟੇਟ ਆਫ ਹੋਰਮਜ਼ ਲਈ ਵੀ ਤੇ ਹੋਰ ਈਵਨ ਇਜ਼ਰਾਈਲ ਲਈ ਵੀ, ਕਿਉਂਕਿ ਇਜ਼ਰਾਈਲ ਨਾਲ ਯੂਕੇ ਦੀਆਂ ਟਾਈਜ਼ ਵੀ ਬਹੁਤ ਚੰਗੀਆਂ ਨੇ ਹਨਾ। ਸੋ ਉਹ ਇੱਕ ਤਰ੍ਹਾਂ ਨਾਲ ਰਿਲੈਕਟੈਂਟਲੀ ਇਹ ਇਸ ਜੰਗ ਵਿੱਚ ਸ਼ਾਮਲ ਹੈਗੇ ਆ, ਖੁੱਲੇ ਦਿਲ ਨਾਲ ਨਹੀਂ। ਜਿਸ ਤਰ੍ਹਾਂ ਇਰਾਕ ਦੇ ਖਿਲਾਫ ਟੋਨੀ ਬਲੇਅਰ ਐ ਡਟ ਕੇ ਮੋਢੇ ਨਾਲ ਜੋੜ ਕੇ ਲੜਿਆ, ਜਾਂ ਇਰਾਕ ਵਿੱਚ ਸੌਰੀ ਅਫਗਾਨਿਸਤਾਨ ਚ ਮੋਢੇ ਨਾਲ ਮੋਢਾ ਜੋੜ ਕੇ ਲੜਿਆ। ਇੱਥੇ ਜਿਹੜਾ એનર્ਜੀ ਕ੍ਰਾਈਸਿਸ ਆ ਜਾਂ ਜਿਹੜਾ ਪੈਟਰੋਲ ਦੀ ਉਹ ਆਵਾਜਾਈ ਆ ਸਟੇਟ ਆਫ ਹੋਰਮਜ਼ ਦੀ, ਉਹ ਸਾਰੀਆਂ ਕੰਟਰੀਜ਼ ਨੂੰ ਪ੍ਰਭਾਵਿਤ ਕਰ ਰਹੀ ਹੈਗੀ ਆ। ਬਹੁਤ ਵੱਡੀ ਪੱਧਰ ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਗਈਆਂ ਹੋਈਆਂ ਨੇ। ਸੋ ਉਸ ਸਾਰੇ ਦੇ ਮਾਮਲੇ, ਬਾਕੀ ਜਿਹੜਾ ਹੈਗਾ ਨੈਟੋ ਵਿੱਚ ਵੀ ਉਸੇ ਤਰ੍ਹਾਂ ਤਰੇੜਾਂ ਨੇ, ਜਿਸ ਤਰ੍ਹਾਂ CIA ਔਰ ਇਜ਼ਰਾਈਲ ਦੀ ਇੰਟੈਲੀਜੈਂਸ ਦੀਆਂ ਇੱਕ ਤਰ੍ਹਾਂ ਨਾਲ ਕਹਿ ਸਕਦਾ ਵੀ ਸਿਸਟੇਮੈਟਿਕ ਐਫਰਟਸ ਵਿੱਚ ਤਰੇੜਾਂ ਨੇ। ਜਾਂ ਜਿਸ ਤਰ੍ਹਾਂ ਆਪਾਂ ਗੱਲ ਕਰੀ ਹੈਗੀ ਵੀ ਟਰੰਪ ਤੇ CIA ਵਿੱਚ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਇਕੁਇਲਿਬਰੀਅਮ ਦੀ ਘਾਟ ਆ, ਉਸੇ ਤਰ੍ਹਾਂ ਦਾ ਨੈਟੋ ਨਾਲ ਹੈਗਾ। ਸੋ ਨੈਟੋ ਦੇ ਖਿਲਾਫ ਟਰੰਪ ਨੇ ਤਾਂ ਸਿੱਧਾ ਬਿਆਨ ਦਿੱਤਾ ਵੀ ਇਹ ਕਾਗਜ਼ੀ ਸ਼ੇਰ ਹੈਗਾ ਹੈ ਵੀ ਇਹ ਸਾਰੇ ਜਿਹੜੇ ਹੈਗੇ ਅਮਰੀਕਾ ਦੇ ਤੇ ਡਿਪੈਂਡ ਕਰਦੇ ਹੈਗੇ ਆਪਣੀ ਸਿਕਿਉਰਿਟੀ ਲਈ। ਤੇ ਹੋ ਸਕਦਾ ਉਹ ਜਿੰਨਾ ਚਿਰ ਡੋਨਲਡ ਟਰੰਪ ਰਹਿੰਦੇ ਆ ਨੈਟੋ ਨੂੰ ਉਨੀ ਪ੍ਰੈਫਰੈਂਸ ਨਾ ਦੇਣ, ਜਾਂ ਹੋ ਸਕਦਾ ਇਹ ਵੀ ਹੋ ਸਕਦਾ ਜੇ ਬਹੁਤਾ ਐਕਸਟ੍ਰੀਮ ਹੋਇਆ ਵੀ ਨੈਟੋ ਨੂੰ ਤੋੜ ਦੇਣ ਦਾ ਐਲਾਨ ਕਰ ਦੇਣ। ਪਰ ਜੇ 2 ਸਾਲਾਂ ਲਈ ਤੋੜਿਆ ਵੀ ਜਾਊਗਾ, ਮਨ ਲੱਗਦਾ ਵੀ ਜਦੋਂ ਬਾਅਦ ਚੋਂ ਨਵਾਂ ਰਾਸ਼ਟਰਪਤੀ ਆਊਗਾ ਉਹ ਫਿਰ ਡਿਪਲੋਮੈਟਿਕ ਰਿਸ਼ਤੇ ਆ ਜਿਹੜੇ ਦੁਬਾਰਾ ਤੋਂ ਜਿਹੜੇ ਮੈਂਡ ਹੋਣੇ ਆ। ਤੁਸੀਂ ਦੇਖੋ ਜਿੱਦਾਂ ਬ੍ਰਿਟੇਨ ਯੂਰਪੀਅਨ ਯੂਨੀਅਨ ਚੋਂ ਬਾਹਰ ਆ ਗਿਆ ਸੀ, ਉਦੋਂ ਲੱਗਦਾ ਸੀਗਾ ਵੀ ਜਿਹੜੇ ਰਿਸ਼ਤੇ ਆ ਬੜੇ ਖੱਟੇ ਹੋ ਜਾਣਗੇ। ਪਰ ਹੁਣ ਇੱਕਦਮ ਜਦੋਂ ਸਰਕਾਰਾਂ ਚੇਂਜ ਹੋਈਆਂ, ਲੇਬਰ ਪਾਰਟੀ ਆਈ ਹੈਗੀ ਆ, ਉਹਨੇ ਯੂਰਪੀਅਨ ਯੂਨੀਅਨ ਨਾਲ ਮੁੜ ਕੇ ਜਿਹੜੇ ਰਿਸ਼ਤੇ ਹੈਗੇ ਆ ਉਹ ਨਿੱਘੇ ਹੋਣੇ ਸ਼ੁਰੂ ਹੋ ਗਏ ਇੱਕ ਤਰ੍ਹਾਂ ਨਾਲ। ਉਹ ਮੇ ਬੀ ਪਾਰਟ ਆਫ ਯੂਰਪੀਅਨ ਯੂਨੀਅਨ, ਜੇ ਆਫੀਸ਼ੀਅਲੀ ਨਾ ਵੀ ਹੋਇਆ, ਨਾਨ ਆਫੀਸ਼ੀਅਲੀ ਅਨਆਫੀਸ਼ੀਅਲੀ ਜਿਹੜਾ ਹੈਗਾ ਉਹ ਪਾਰਟ ਆਫ ਯੂਰਪੀਅਨ ਯੂਨੀਅਨ ਹੋਏਗਾ। ਸੋ ਮੈਂ ਨੈਟੋ ਦਾ ਇਹ ਦੇਖ ਰਿਹਾ ਕਿ ਵੀ ਜੇ 2 ਸਾਲਾਂ ਲਈ ਨੈਟੋ ਨੂੰ ਦਬਾਅ 'ਚ ਵੀ ਰਹਿਣਾ ਪਿਆ, ਤਾਂ ਜਦੋਂ ਰਾਸ਼ਟਰਪਤੀ ਚੇਂਜ ਹੋਊਗਾ ਤੇ ਸਿਚੁਏਸ਼ਨ ਚੇਂਜ ਹੋਊਗੀ। ਅੱਜ ਜਿਹੜੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਜਿਹੜੇ US ਦੇ NY ਹੈਗੇ ਆ ਸਰਜੀਓ ਗੌਰ, ਜਿਹੜੇ ਅੰਬੈਸਡਰ ਨੇ ਇੰਡੀਆ ਨੂੰ, ਉਹਨਾਂ ਨੇ ਅੱਜ ਇਹ ਬਿਆਨ ਦਿੱਤਾ, ਕਹਿੰਦਾ ਵੀ ਇੰਡੀਆ ਨੇ ਡਿਸਾਈਡ ਕਰਨਾ ਹੈ ਵੀ ਤੁਸੀਂ ਗੱਲਬਾਤ ਦੇ ਵਿੱਚ ਹਿੱਸਾ ਲੈਣਾ ਹੈ ਕਿ ਨਹੀਂ ਲੈਣਾ। ਜਿਹੜਾ ਵੈਸਟ ਏਸ਼ੀਆ ਦੇ ਵਿੱਚ ਜੋ ਕੌਨਫਲਿਕਟ ਚੱਲ ਰਿਹਾ ਆ ਉਸ ਨੂੰ ਜਿਹੜਾ ਉਹ ਲੈ ਕੇ ਇਹ ਬਿਆਨ ਕੀ ਦਰਸਾਉਂਦਾ ਹੋ ਸਕਦਾ ਹੈ? ਹੁਣ ਇਹ ਤਾਂ ਦੋਹੇ ਪਾਸਿਓਂ ਵੀ, ਇੱਕ ਤਾਂ ਆਪਾਂ ਇਹ ਕਹਿ ਸਕਦੇ ਵੀ ਇਹਦੇ ਦੋ ਤਰ੍ਹਾਂ ਨਾਲ ਡਿਫਾਈਨ ਹੋ ਸਕਦਾ ਵੀ ਇੱਕ ਤਾਂ ਉਹ ਅਮਰੀਕਾ ਕਹਿ ਰਿਹਾ ਹੈਗਾ ਵੀ ਤੁਸੀਂ ਇਨਵੋਲਵ ਹੋ ਜਾਓ, ਇੱਕ ਪਾਸਾ ਇਹ ਆ। ਦੂਜੇ ਪਾਸੇ ਇਹ ਵੀ ਡਿਫਾਈਨ ਕੀਤਾ ਜਾ ਸਕਦਾ ਵੀ ਉਹ ਪਰੇ ਤੱਕ ਰਹੇ ਆ ਵੀ ਅਸੀਂ ਤੁਹਾਨੂੰ ਸਮਝਦੇ ਕੁਛ ਨਹੀਂ, ਹੈਨਾ। ਦੋਵੇਂ ਤਰ੍ਹਾਂ ਡਿਫਾਈਨ ਕੀਤਾ ਜਾ ਸਕਦਾ। ਟਰੰਪ ਉਹਨਾਂ ਦੀ ਗੱਲਬਾਤ ਵੀ ਹੋਈ ਅੱਧਾ ਪੌਣਾ ਘੰਟਾ ਮੋਦੀ ਦੇ ਨਾਲ। ਹਾਂ, ਇਹ ਹੁਣ ਡਿਪੈਂਡ ਕਰਦਾ ਵੀ ਉਹ ਗੱਲਬਾਤ ਕਿਸ ਪੱਧਰ ਤੇ ਹੋਈ ਆ। ਆਇਆ ਉਹ ਪਾਕਿਸਤਾਨ ਨੂੰ ਲੀਵਰੇਜ ਦੇਣੀ ਜ਼ਿਆਦਾ ਚਾਹੁੰਦੇ ਹੈਗੇ ਆ, ਇੰਡੀਆ ਨਾਲ ਕੋਈ ਹੋਰ ਖੇਡ ਆ ਜਿਹੜੀ ਉਹ ਖੇਡਣੀ ਚਾਹੁੰਦੇ। ਜੇ ਗੱਲਬਾਤ ਹੋਈ ਹੈ ਇਟ ਮੀਨਸ ਚੰਗੇ ਮਾਹੌਲ ਵਿੱਚ ਹੋਈ ਹੋਵੇਗੀ, ਕਿਉਂਕਿ ਪਹਿਲਾਂ ਤਾਂ ਗੱਲਬਾਤ ਵੀ ਟੁੱਟ ਗਈ ਸੀ ਨਾ ਜਦੋਂ ਟੈਰਰਿਸਟ ਦਾ ਮਾਮਲਾ ਜਿਹੜਾ ਹੈਗਾ ਉਹ ਆਇਆ ਸੀਗਾ। ਸੋ ਸਰਜੀਓ ਗੌਰ ਦਾ ਇਹ ਕਹਿਣਾ, ਇਹਨੂੰ ਹਲੇ ਡਿਫਾਈਨ ਕਰਨ ਨੂੰ ਜਿਹੜਾ ਹੈਗਾ ਟਾਈਮ ਲੱਗ ਸਕਦਾ ਵੀ ਉਹ ਆਇਆ ਇੰਡੀਆ ਨੂੰ ਆਪਣਾ ਅਲਾਈ ਸਮਝ ਕੇ ਅੱਗੇ ਵਧ ਰਹੇ ਹੈਗੇ ਆ, ਜਾਂ ਜਿਸ ਤਰ੍ਹਾਂ ਪਾਕਿਸਤਾਨ ਨੂੰ ਉਹ ਪ੍ਰਮੋਟ ਕਰ ਰਹੇ ਹੈਗੇ ਆ, ਇੰਡੀਆ ਨੂੰ ਉਹ ਬੈਕਫੁੱਟ ਤੇ ਰੱਖਣਾ ਚਾਹੁੰਦੇ ਹੈਗੇ ਆ। ਸੋ ਇਹਦੀ ਡੈਫੀਨੇਸ਼ਨ ਕਾਫੀ ਉਹ ਆਪਣੇ ਆਪ ਵਿੱਚ ਬਹੁਤ, ਤੁਸੀਂ ਦੇਖੋ ਵੀ ਬਹੁਤ ਮਹੀਨ ਆ ਉਹ ਬਿਆਨ ਹੈ ਨਾ ਜਿਹੜਾ, ਉਹਨੂੰ ਜਿਹੜੇ ਸ਼ਬਦ ਬੋਲੇ ਗਏ ਆ ਸ਼ਬਦਾਂ ਦੇ ਐਸਪੈਕਟ ਤੋਂ ਨਾ ਦੇਖੋ, ਬਿਹਾਈਂਡ ਦੀ ਸੀਨ ਸ਼ਬਦਾਂ ਦੇ ਪਿੱਛੇ ਕੀ ਖੇਡ ਚੱਲ ਰਹੀ ਹੈ। ਜਦੋਂ ਆਪਾਂ ਉਹਨੂੰ ਡੀਕੋਡ ਕਰਦੇ ਆ ਤਾਂ ਉਹਦੀ ਡੀਕੋਡ ਚੋਂ ਮੈਨੂੰ ਇਹ 2 ਐਸਪੈਕਟ ਨਿਕਲਦੇ ਆ ਵੀ ਇੱਕ ਤਾਂ ਉਹ ਧੱਕ ਕੇ ਕੰਧ ਨਾਲ ਲਾ ਰਹੇ ਹੈਗੇ ਵੀ ਸਾਨੂੰ ਤੁਹਾਡੀ ਲੋੜ ਨਹੀਂ, ਹੈ ਨਾ, ਲੋੜ ਨਹੀਂ ਤੁਹਾਡਾ ਪਾਕਿਸਤਾਨ ਟੂ ਸੌਰਟ ਆਊਟ ਦਿਸ ਮੈਟਰ। ਦੂਜੇ ਪਾਸੇ ਉਹ ਇੱਕ ਤਰ੍ਹਾਂ ਨਾਲ ਥੋੜਾ ਜਿਹਾ ਹੱਲਾਸ਼ੇਰੀ ਵੀ ਦੇ ਰਹੇ ਆ ਵੀ ਦੇਖ ਲਓ ਜੇ ਤੁਸੀਂ ਵੀ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਅਸੀਂ ਤੁਹਾਡੇ ਬਾਰੇ ਜਿਹੜਾ ਉਹ ਕੰਸੀਡਰ ਕਰ ਸਕਦੇ ਹੈਗੇ। ਸੋ ਇਹਦੇ ਵਿੱਚ ਫਰਕ ਹੈਗਾ, ਧੱਕ ਕੇ ਲਾਉਣਾ ਕੰਧ ਨਾਲ, ਤੇ ਦੂਸਰਾ ਇਹ ਕਹਿਣਾ ਵੀ ਤੁਸੀਂ ਦੇਖ ਲਓ, ਇੱਕ ਤਰ੍ਹਾਂ ਨਾਲ ਅਣਮੰਨੇ ਜੇ ਮਨ ਨਾਲ ਉਹਨੂੰ ਕਹਿ ਰਹੇ ਹੈਗੇ ਵੀ ਜੇ ਆਉਣਾ ਤਾਂ ਆ ਜਾਓ। ਸੋ ਇਹ ਡਿਪਲੋਮੈਟਿਕ ਇੱਕ ਤਰ੍ਹਾਂ ਨਾਲ ਤਰੇੜਾਂ ਜੀਆਂ ਤਾਂ ਜਿਹੜੀਆਂ ਹੈਗੀਆਂ ਰਿਸ਼ਤਿਆਂ ਵਿੱਚ ਜਿਹੜੀਆਂ ਹੌਲੀ ਹੌਲੀ ਮੈਂਡ ਹੋਣਗੀਆਂ। ਅਵਤਾਰ ਸਿੰਘ ਜੀ, ਇਸੇ ਹੀ ਗੱਲ ਦੇ ਵਿੱਚ ਮੈਂ ਦੱਸ ਦਿੰਦਾ 2 ਉਹਨਾਂ ਦੇ ਹੋਰ ਕੋਟ ਆ ਉਹ ਤੁਹਾਡੇ ਨਾਲ ਸ਼ੇਅਰ ਕਰਦਾ, ਮੈਨੂੰ ਲੱਗਦਾ ਉੱਥੋਂ ਗੱਲ ਹੋਰ ਕਲੀਅਰ ਜਿਹੜੀ ਹੋ ਜੂਗੀ। ਕਹਿੰਦੇ ਵੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਟਰੰਪ ਨੇ, ਉਹਨਾਂ ਨੇ ਦੁਨੀਆ ਭਰ ਨੂੰ ਕਿਹਾ ਵੀ ਇਨਵੋਲਵਮੈਂਟ ਆਫਰ ਕੀਤੀ ਆ ਵੀ ਜੇ ਤੁਸੀਂ ਗੱਲਬਾਤ ਕਰਨੀ ਆ, ਇੰਗੇਜਮੈਂਟ ਕਰਨੀ ਚਾਹੁੰਦੇ ਆ ਤੇ ਕਰ ਲਓ। ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ US ਨੇ ਇੰਡੀਆ ਦੀ ਮਦਦ ਮੰਗੀ ਸੀਗੀ ਰਾਊਟ ਨੂੰ ਓਪਨਿੰਗ ਦੁਬਾਰਾ ਖੁਲਵਾਉਣ ਦੇ ਲਈ, ਤਾਂ ਉਹਨਾਂ ਦਾ ਇਹ 2 ਟੁਕ ਜਵਾਬ ਸੀਗਾ ਵੀ ਨਹੀਂ, I don't want to say we sought help, ਵੀ ਅਸੀਂ ਮਦਦ ਨਹੀਂ ਮੰਗੀ ਸੀ, it was more of an update call ਜਿਹੜੀ ਟਰੰਪ ਹੁਣਾਂ ਦੇ ਨਾਲ ਜਿਹੜੀ ਮੋਦੀ ਦੀ ਜਿਹੜੀ ਹੋਈ ਆ। ਸੋ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਸਾਰਿਆਂ ਨੂੰ ਕਿਹਾ ਤੁਹਾਨੂੰ ਵੀ ਨਾਲ ਹੀ ਆ ਵਿੱਚ, ਉਸ ਚੀਜ਼ ਦੇ ਵਿੱਚ ਮਰਜ਼ੀ ਆ ਤੁਹਾਡੀ, ਪਰ ਤੁਹਾਡੇ ਤੋਂ ਮਦਦ ਜਿਹੜੀ ਉਹ ਨਹੀਂ ਅਸੀਂ ਮੰਗੀ ਹੈ। ਹਾਂ, ਬਸ ਫਿਰ ਉਹ ਆਪਣੀ ਗੱਲ ਜਿਹੜੀ ਕਲੀਅਰ ਹੋ ਰਹੀ ਆ ਵੀ ਉਹ
ਸਪੈਸ਼ਲੀ ਕੋਈ ਜਿਹੜਾ ਹੈਗਾ ਟ੍ਰੀਟਮੈਂਟ ਨਹੀਂ ਦੇ ਰਹੇ, ਉਹ ਸਾਰਿਆਂ ਨੂੰ ਸੱਦਾ ਦੇ ਰਹੇ ਵੀ ਜੇ ਕੋਈ ਇਸ ਮਸਲੇ ਨੂੰ ਸੌਟ ਆਊਟ ਕਰਨਾ ਚਾਹੁੰਦਾ ਜਾਂ ਕਰਵਾ ਸਕਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਸੋ ਉਹ ਸਪੈਸ਼ਲ ਟ੍ਰੀਟਮੈਂਟ ਆ ਜਿਹੜੀ ਕਿਸੇ ਵੀ ਮੁਲਕ ਨੂੰ ਨਹੀਂ ਦੇ ਰਹੇ। ਸੋ ਇਸ ਗੱਲੋਂ ਜਿਹੜੀਆਂ ਹੈਗੀਆਂ ਇਹ ਦੋਵੇਂ ਟਵੀਟ ਆ ਜਿਹੜੇ ਉਹ ਕਲੀਅਰ ਕਰ ਦਿੰਦੇ ਹੈਗੇ ਵੀ ਅਮਰੀਕਾ ਕਿਸ ਥਾਂ ਤੇ ਪਾਕਿਸਤਾਨ ਨੂੰ ਰੱਖ ਰਿਹਾ ਤੇ ਕਿਸ ਥਾਂ ਤੇ ਇੰਡੀਆ ਨੂੰ ਰੱਖ ਰਿਹਾ। ਜੀ ਅਵਤਾਰ ਸਿੰਘ ਜੀ, ਹੁਣ ਥੋੜਾ ਜਿਹਾ ਆਪਾਂ ਗੱਲਬਾਤ ਦਾ ਰੁਖ ਜਿਹੜੇ ਸਿੱਖ ਦ੍ਰਿਸ਼ਟੀਕੋਣ ਤੋਂ ਉਸ ਨੂੰ ਜਿਹੜਾ ਉਹ ਜਾਚਣ ਦੀ ਗੱਲ ਜਿਹੜੀ ਹੁਣ ਕਰਦੇ ਆ। ਸਿੱਖਾਂ ਦੇ ਵਿੱਚ ਇੱਕ ਹਿੱਸਾ ਜਿਹੜਾ ਇਸ ਟਾਈਮ ਉਹ ਸਾਹਮਣੇ ਆਇਆ ਜੋ ਈਰਾਨ ਦੀ ਕਹਿ ਲਓ ਵੀ ਉਸਦੇ ਕਿੱਸੇ ਪੜ੍ਹ ਰਿਹਾ। ਉਹ ਕਹਿੰਦੇ ਵੀ ਉੱਥੇ ਰੂਹਾਨੀਅਤ ਆ, ਉੱਥੇ ਇਹ ਸਾਰਾ ਕੁਛ ਆ, ਈਰਾਨ ਦੇ ਵੱਲ ਨੂੰ ਉਲਰ ਕੇ ਵੀ ਜਿਹੜਾ ਉਹ ਚੱਲ ਰਿਹਾ ਆ। ਕੀ ਇਹ ਐਂਗਲ ਸਹੀ ਆ ਜਾਂ ਇਹਨੂੰ ਕਿੱਦਾਂ ਤੁਸੀਂ ਦੇਖਦੇ ਆ? ਹਾਂਜੀ ਦੇਖੋ, ਜਿਹੜਾ ਸਿੱਖ ਰੂਹਾਨੀਅਤ ਸਿਰਫ ਸਿੱਖ ਰੂਹਾਨੀਅਤ ਆ। ਸਿੱਖ ਰੂਹਾਨੀਅਤ ਦਾ ਬਰਾਬਰ ਆ ਜਾਂ ਬਰਾਬਰੀ ਜਾਂ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਉਸ ਰੁਤਬੇ ਤੇ ਕੋਈ ਵੀ ਹੋਰ ਨਹੀਂ ਪਹੁੰਚ ਸਕਦਾ। ਅਸੀਂ ਕਿਸੇ ਧਰਮ ਨੂੰ ਜਿਸ ਤਰ੍ਹਾਂ ਉਹਦੀ ਨਿਖੇਧੀ ਨਹੀਂ ਕਰ ਰਹੇ, ਪਰ ਅਸੀਂ ਕਿਉਂਕਿ ਸਿੱਖੀ ਨਾਲ ਜੁੜੇ ਹੋਏ ਆ, ਸਾਨੂੰ ਲੱਗਦਾ ਵੀ ਜਿਸ ਪਰਸਪੈਕਟਿਵ ਤੋਂ ਸਿੱਖ ਰੂਹਾਨੀਅਤ ਡਿਫਾਈਨ ਹੋ ਰਹੀ ਆ ਉਸ ਪਰਸਪੈਕਟਿਵ ਤੋਂ ਕਿਸੇ ਹੋਰ ਧਰਮ ਦੀ ਰੂਹਾਨੀਅਤ ਉਨੇ ਹੀ ਜਿਹੜੀ ਹੈਗੀ ਆ ਬਰਾਬਰਤਾ ਨਾਲ ਨਹੀਂ ਕੀਤੀ ਜਾਂਦੀ। ਸੋ ਗੁਰੂ ਸਾਹਿਬ ਦੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਜੇ ਜਾਈਏ, ਗੁਰੂ ਸਾਹਿਬ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਉਹ ਧਰਮ ਸ੍ਰੇਸ਼ਟ ਆ ਜਿਹੜੇ ਧਰਮ ਦੇ ਪੈਰੋਕਾਰਾਂ ਦੇ ਕਰਮ ਨਿਰਮਲ ਆ, ਜਿਹਦਾ ਕਰੈਕਟਰ ਨਿਰਮਲ ਹੈਗਾ, ਜਿਹਦਾ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਨਿਰਮਲ ਹੈਗਾ। ਗੁਰੂ ਸਾਹਿਬ ਇੱਕ ਜਗ੍ਹਾ ਹੋਰ ਕਹਿੰਦੇ ਆ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ। ਵੀ ਸੱਚੇ ਹੋਣ ਨਾਲੋਂ ਵੀ ਸੱਚਾ ਆਚਾਰ, ਸੱਚਾ ਕਰੈਕਟਰ, ਸੱਚੀ ਜੀਵਨ ਜਾਂਚ ਆ ਜਿਹੜੀ ਉਹ ਜ਼ਿਆਦਾ ਮਹੱਤਵਪੂਰਨ ਰੱਖਦੀ ਹੈ। ਸੋ ਹੁਣ ਜੇ ਆਪਾਂ ਦੇਖੀਏ ਵੀ ਜਿਹੜਾ ਧਰਮ ਉਹ ਸੱਚਾ ਆਚਾਰ ਪੈਦਾ ਨਹੀਂ ਕਰਦਾ, ਸੱਚਾ ਕਰੈਕਟਰ ਪੈਦਾ ਨਹੀਂ ਕਰ ਰਿਹਾ, ਹਨਾ, ਸੱਚੀ ਜੀਵਨ ਜਾਂਚ ਪੈਦਾ ਨਹੀਂ ਕਰ ਰਿਹਾ, ਹਨਾ। ਸੋ ਜਿਸ ਧਰਮ ਨੇ ਆਪਾਂ ਦੇਖਿਆ ਵੀ 500 ਸਾਲ ਪਹਿਲਾਂ ਸਿੱਖਾਂ ਦੇ ਬੰਦ ਕੱਟੇ, ਹਨਾ, ਸਿੱਖਾਂ ਨੂੰ ਗਰਮ ਪਾਣੀ ਵਿੱਚ ਉਬਾਲਿਆ ਗਿਆ, ਹਨਾ, ਉਹਨਾਂ ਨੂੰ ਆਰਿਆਂ ਨਾਲ ਜਿਹੜਾ ਚੀਰ ਦਿੱਤਾ ਗਿਆ, ਉਹਨਾਂ ਦੀਆਂ ਖੋਪੜੀਆਂ ਲਾਈਆਂ ਗਈਆਂ, ਹਨਾ। ਸੋ ਉਹ ਰੂਹਾਨੀਅਤ ਨਹੀਂ ਹੋ ਸਕਦੀ। ਹਾਲਾਂਕਿ ਉਹ ਸਾਰੇ ਫੈਸਲੇ ਜਦੋਂ ਹੋਏ, ਕਾਜ਼ੀ ਨੇ ਫਤਵਾ ਪੜ੍ਹ ਕੇ, ਉਹਨਾਂ ਦੇ ਧਾਰਮਿਕ ਪੁਰਸ਼ ਨੇ ਫਤਵਾ ਪੜ੍ਹ ਕੇ ਜਿਹੜੇ ਉਹ ਇਟ ਮੀਨਸ ਉਹ ਧਾਰਮਿਕ ਫੈਸਲੇ ਸੀ, ਉਹ ਮਹਾਨ ਰੂਹਾਨੀਅਤ ਨਾਲ ਭਰਪੂਰ ਸੀ। ਫਿਰ ਆਪਾਂ ਇਹ ਕੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਿਹੜਾ ਹੈਗਾ ਉਹ ਜਿਹੜਾ ਕਾਜ਼ੀ ਨੇ ਫਤਵਾ ਲਾਇਆ ਵੀ ਇਹਨਾਂ ਨੂੰ ਨੀਹਾਂ ਵਿੱਚ ਚੜ੍ਹੋ। ਸੋ ਕੀ ਫਿਰ ਉਹ ਰੂਹਾਨੀਅਤ ਆ? ਹੁਣ ਆਪਾਂ ਵੈਸਟ ਵਿੱਚ ਰਹਿੰਦੇ ਆ ਜਾਂ ਹੋਰ ਆਲੇ ਦੁਆਲੇ ਰਹਿੰਦੇ ਹੈਗੇ, ਆਪਾਂ ਦੇਖੀਏ ਵੀ ਇੱਕ ਕਮਿਊਨਿਟੀ ਆ, ਮਤਲਬ ਕਿ ਉਹ ਛੋਟੀਆਂ ਬੱਚੀਆਂ ਦੀ ਗਰੂਮਿੰਗ ਤੋਂ ਹਰ ਬਹੁਤ ਕਿਸਮ ਦਾ ਜਿਹੜਾ ਹੈਗਾ ਜਿਹੜਾ ਕ੍ਰਾਈਮ ਆ ਉਹ, ਜਾਂ ਹੋਰ ਬਹੁਤ ਕੁਛ ਵੀ ਆ। ਤੁਸੀਂ ਦੇਖੋ ਵੀ ਸੋਸ਼ਲ ਸਿਕਿਉਰਿਟੀ ਜਾਂ ਸੋਸ਼ਲ ਬੈਨੀਫਿਟ ਵਾਲਾ ਜਿੰਨਾ ਹੈਗਾ ਵੀ ਲੈਫਟ ਰਾਈਟ ਐਂਡ ਸੈਂਟਰ ਚੋਂ ਜਿੱਥੋਂ ਵੀ ਹੋਇਆ ਪੈਸਾ ਆ ਗਿਆ ਜਾਂ ਕੀ ਮਤਲਬ ਹੈ ਨਾ। ਸੋ ਜਦੋਂ ਇੱਕ ਕੌਮ ਦਾ ਉਹ ਆਚਾਰ ਹੀ ਪੈਦਾ ਨਹੀਂ ਹੋ ਰਿਹਾ, ਉਹ ਕਰੈਕਟਰ ਪੈਦਾ ਨਹੀਂ ਹੋ ਰਿਹਾ, ਜੇ ਟੈਕਸਟ ਆ ਜਿਹੜਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਆ, ਗੁਰੂ ਗ੍ਰੰਥ ਸਾਹਿਬ ਨੇ ਚਾਹੇ ਕੋਈ ਸਿੱਖ ਈਵਨ ਕਿ ਸਾਧਾਰੀ ਵੀ ਨਹੀਂ ਹੈ, ਪਰ ਕਿਉਂਕਿ ਉਹ ਗੁਰੂ ਨਾਲ ਜੁੜਿਆ, ਉਹਦਾ ਕਰੈਕਟਰ ਆਪਣੇ ਆਪ ਬੋਲਦਾ। ਵੱਡੀ ਪੱਧਰ ਤੇ ਨਾ ਸਿੱਖਾਂ ਦਾ ਜਿਹੜਾ ਕਰੈਕਟਰ ਆ ਉਹ ਆਪਣੇ ਆਪ ਬੋਲਦਾ। ਉਹ ਕਿਸੇ ਨਿਮਾਣੇ ਤੇ ਨਿਤਾਣੇ ਤੇ ਕਿਸੇ ਬੱਚੇ ਤੇ ਕਿਸੇ ਬੇਸਹਾਰਾ ਤੇ ਸਿੱਖ ਹਮਲਾ ਕਰਨ ਦੀ ਸੋਚ ਵੀ ਨਹੀਂ ਸਕਦਾ। ਸਿੱਖ ਕਦੇ ਵੀ ਇਹ ਨਹੀਂ ਸੋਚ ਸਕਦਾ ਵੀ ਜੇ ਮੇਰੀ ਕੋਈ ਵਿਰੋਧਤਾ ਕਰ ਰਿਹਾ ਤੇ ਮੈਂ ਉਹਦਾ ਮਾਸ ਰੂਪ ਵਿੱਚ ਕਤਲੇਆਮ ਕਰ ਦੂੰਗਾ। ਸੋ ਉਹ ਈਰਾਨ ਵਿੱਚ ਹੋਇਆ, 17-18 ਹਜ਼ਾਰ ਬੱਚਾ 2-3 ਮਹੀਨੇ ਪਹਿਲਾਂ ਵੱਢ ਦਿੱਤਾ ਗਿਆ ਉੱਥੇ, ਔਰ ਇੱਕ ਕਲੋਜ਼ਡ ਸੁਸਾਇਟੀ ਹੈ। ਸੋ ਜਿਹੜਾ ਇਹ ਹੈਗਾ ਵੀ ਰੂਹਾਨੀਅਤ ਦਾ ਰੌਲਾ ਪਾਇਆ ਜਾ ਰਿਹਾ ਹੈਗਾ। ਸੋ ਰੂਹਾਨੀਅਤ ਮੈਨੂੰ ਲੱਗਦਾ ਵੀ ਸਿੱਖ ਰੂਹਾਨੀਅਤ ਆ ਜਿਹੜੀ ਸਭ ਤੋਂ ਉੱਤਮ ਹੈ। ਸੋ ਸਿੱਖ ਹਾਂ ਇਸਲਾਮੀ ਰੂਹਾਨੀਅਤ ਹੋਏਗੀ, ਪਰ ਉਹਦੇ ਪੈਰਾਮੀਟਰ ਆ ਜਿਹੜੇ ਸਿੱਖ ਰੂਹਾਨੀਅਤ ਨਾਲ ਨਹੀਂ ਮਿਲਦੇ, ਜਿੰਨੀ ਮੈਨੂੰ ਸਮਝ। ਸਿੱਖ ਰੂਹਾਨੀਅਤ ਆਪਣੇ ਆਪ ਵਿੱਚ ਮਹਾਨ ਰੂਹਾਨੀਅਤ ਆ, ਹਨਾ। ਸੋ ਠੀਕ ਹੈ, ਤੁਸੀਂ ਦੇਖੋ ਵੀ ਜਿਹੜੀ ਰੂਹਾਨੀਅਤ ਇਹ ਕਹਿ ਰਹੀ ਹੈ ਵੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਏ, ਜਿਹੜੀ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ, ਆਪਣਾ ਥੋਪ ਕੁਛ ਨਹੀਂ ਰਹੀ, ਉਹ ਰੂਹਾਨੀਅਤ ਮਹਾਨ ਹੈ। ਦੂਜੇ ਪਾਸੇ ਇਹ ਕਿਹਾ ਜਾਂਦਾ ਵੀ ਸਿਰਫ ਸਾਡਾ ਧਰਮ ਹੀ ਉੱਤਮ ਆ, ਦੁਨੀਆ ਦੇ ਸਾਰੇ ਧਰਮ ਖਤਮ ਨੇ, ਸਾਰੇ ਧਰਮ ਕਾਫਰ ਨੇ, ਸੋ ਸਿਰਫ ਸਾਡਾ ਹੀ ਧਰਮ ਆ ਜਿਹੜਾ ਤੁਸੀਂ ਜੇ ਸਾਡੇ ਤਾਂ ਬਣੋਗੇ ਨਾ ਤਾਂ ਜਿੱਦਾਂ ਹੋਗੇ। ਸੋ ਮੈਨੂੰ ਲੱਗਦਾ ਵੀ ਸਿੱਖ ਜਿਹੜੇ ਹੈਗੇ ਆ ਜਿਹੜੇ
ਉਹ ਭਟਕਣ ਦਾ ਸ਼ਿਕਾਰ ਨੇ। ਸੋ ਸਿੱਖ ਰੂਹਾਨੀਅਤ ਨੂੰ ਕਿਸੇ ਹੋਰ ਧਰਮ ਦੀ ਰੂਹਾਨੀਅਤ ਨਾਲ ਮਿਲ ਕੇ ਨਹੀਂ ਦੇਖਿਆ ਜਾ ਸਕਦਾ। ਹੁਣ ਇਹ ਕਿਹਾ ਜਾ ਰਿਹਾ ਹੈਗਾ ਵੀ, ਆਪਾਂ ਪਹਿਲਾਂ ਵੀ ਕਿਹਾ ਵੀ ਖੁਮੀਨੀ ਦੀ ਰੂਹਾਨੀਅਤ ਆ ਜਿਹੜੀ ਸਿੱਖਾਂ ਦੀ ਰੂਹਾਨੀਅਤ ਨਹੀਂ ਹੈ। ਖੁਮੀਨੀ ਦਾ ਜਿਹੜਾ ਲੀਡਰਸ਼ਿਪ ਦਾ ਮਾਡਲ ਆ ਉਹ ਸਿੱਖਾਂ ਦਾ ਮਾਡਲ ਨਹੀਂ ਹੈ। ਖੁਮੀਨੀ ਸੰਤ ਜਰਨੈਲ ਸਿੰਘ ਨਹੀਂ ਬਣ ਸਕਦਾ। ਸੰਤ ਜਰਨੈਲ ਸਿੰਘ ਸੋਚ ਵੀ ਨਹੀਂ ਸਕਦੇ ਵੀ ਮੈਂ ਆਪਣੇ ਹੀ ਸਿੱਖਾਂ ਦਾ ਕਤਲੇਆਮ ਕਰਨਾ। ਤੁਸੀਂ ਦੇਖੋ ਉਹਨਾਂ ਦਾ ਬੱਬਰ ਖਾਲਸਾ ਨਾਲ ਉਹ ਆਇਆ ਸੀਗਾ, ਇੱਕ ਤਰ੍ਹਾਂ ਨਾਲ ਟਕਰਾਅ ਆਇਆ ਸੀਗਾ, ਤੇ ਸੰਤ ਜੀ ਨੇ ਇੱਕਦਮ ਕੌਮ ਦੇ ਵਡੇਰੇ ਹਿੱਤਾਂ ਲਈ ਸਾਰਾ ਟਕਰਾਅ ਨੂੰ ਅੱਖੋਂ ਪਰੋਖੇ ਕਰਕੇ ਜਾਣੀ ਆਪਣਾ ਉਹ ਅਕਾਲ ਤਖਤ ਤੇ ਚਲੇ ਗਏ ਵੀ ਟਕਰਾਅ ਨਹੀਂ ਹੋਣ ਦੇਣਾ, ਕੌਮ ਦਾ ਟਕਰਾਅ ਨਹੀਂ ਹੋਣ ਦੇਣਾ। ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਕਿੰਨਾ ਜਰਿਆ ਉਹਨਾਂ ਨੇ, ਹਾਲਾਂਕਿ ਅਕਾਲੀ ਲੀਡਰਸ਼ਿਪ ਦਾ ਉਹਦੇ ਵਿੱਚ ਹੱਥ ਸੀਗਾ। ਸੋ ਸੰਤ ਜੀ ਨੇ ਅਵਾਇਡ ਕਰਿਆ। ਸੋ ਮੈਂ ਵਿੱਚ ਇੱਥੋਂ ਤੱਕ ਮੈਂ ਸਮਝਦਾ, ਮੈਂ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਜਾਂ ਕਿੱਦਾਂ, ਪਰ ਮੈਨੂੰ ਮੇਰੀ ਆਪਣੀ ਇੰਟਿਊਸ਼ਨ ਕਹਿ ਰਹੀ ਹੈਗੀ ਆ ਵੀ ਜਿਹੜੀ ਸਿੱਖ ਰੂਹਾਨੀਅਤ ਆ ਉਹਨੂੰ ਹੋਰ ਰੂਹਾਨੀਅਤ ਨਾਲ ਮਿਲ ਕੇ ਨਾ ਦੇਖਿਆ ਜਾਵੇ। ਉਹਨਾਂ ਦੇ ਆਪਣੇ ਪੈਰਾਮੀਟਰ ਆ ਜਿਹੜੇ ਹੋ ਸਕਦੇ। ਸੋ ਜੰਗ ਦੇ ਮੈਦਾਨ ਵਿੱਚ ਤਾਂ ਫਿਰ ਔਰੰਗਜ਼ੇਬ ਵੀ ਬਥੇਰਾ ਲੜਿਆ, ਇਟ ਮੀਨਸ ਉਹ ਵੀ ਰੂਹਾਨੀਅਤ ਨਾਲ ਲੜਿਆ ਹੋਊਗਾ, ਹਨਾ। ਕਿੱਡਾ ਧਾਰਮਿਕ ਪੁਰਸ਼ ਹੋਊਗਾ ਜਿਹੜਾ 1.25 ਮਣ ਜੰਜੂ ਲਾ ਕੇ ਜਿਹੜਾ ਰੋਟੀ ਖਾਂਦਾ ਸੀ। ਸੋ ਉਹ ਕਾਹਦੀ ਰੂਹਾਨੀਅਤ ਹੋਈ, ਹਨਾ। ਸੋ ਮੇਰੇ ਵਿਚਾਰ ਆ ਜਿਹੜੇ ਇਹਦੇ ਬਾਰੇ ਹੈਗੇ ਵੀ ਮੈਂ ਉਹਨੂੰ ਰੂਹਾਨੀ ਜੰਗ ਨਹੀਂ ਮੰਨਦਾ। ਸੋ ਉਹਨਾਂ ਦੀ ਆਪਣੀਆਂ ਰੂਹਾਨੀ ਜੰਗ ਹੋਈ ਆ 1984 ਦੇ ਅਕਾਲ ਤਖਤ ਦੇ ਮੋਰਚੇ ਤੇ, ਜਿੱਥੇ ਸਿੱਖ ਆਪ ਲੜੇ, ਜਿੱਥੇ ਕੌਮ ਲੜੀ ਆ। ਉੱਥੇ ਕੌਮ ਨਹੀਂ ਲੜ ਰਹੀ, ਪਹਾੜੇ ਦੇ ਫੌਜੀ ਲੜ ਰਹੇ ਆ ਜਿਨ੍ਹਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ 1984 ਤੋਂ ਬਾਅਦ 10 ਸਾਲ ਸਿੱਖ ਕੌਮ ਲੜੀ ਆ, ਐਨ ਪਿੱਠ ਨੰਗੀ ਹੋਣ ਦੇ ਬਾਵਜੂਦ, ਕੋਈ ਵੀ ਸਹਾਰਾ ਨਾ ਹੋਣ ਦੇ ਬਾਵਜੂਦ ਕੌਮ ਆਪਣੇ ਆਪ ਲੜੀ ਆ, ਰੂਹਾਨੀਅਤ ਨਾਲ ਲੜੀ ਆ। ਠੀਕ ਹੈ, ਕਮਜ਼ੋਰੀਆਂ ਆਈਆਂ ਹੋਣਗੀਆਂ, ਕਿਰਦਾਰ ਵਿੱਚ ਕੁਝ ਗਲਤੀਆਂ ਹੋਈਆਂ ਹੋਣਗੀਆਂ, ਇੱਕ ਵੱਖਰੀ ਗੱਲ ਹੈ, ਪਰ ਰੂਹਾਨੀ ਤੌਰ ਤੇ ਜੇ ਲੜੀ ਆ ਤਾਂ ਕੌਮ ਲੜੀ। ਸੋ ਸਿੱਖ ਰੂਹਾਨੀਅਤ ਆ ਜਿਹੜੀ, ਉਹਨੂੰ ਕਿਸੇ ਹੋਰ ਰੂਹਾਨੀਅਤ ਨਾਲ ਜੋੜ ਕੇ ਦੇਖਣਾ ਮੈਨੂੰ ਲੱਗਦਾ ਵੀ ਮੈਨੂੰ ਠੀਕ ਨਹੀਂ ਲੱਗਦਾ। ਬਾਕੀ ਸਾਰਿਆਂ ਦੇ ਆਪਣੇ ਆਪਣੇ ਵਿਚਾਰ। ਠੀਕ ਹੈ ਜੀ। ਤੇ ਅਵਤਾਰ ਸਿੰਘ ਜੀ, ਇਹ ਸਾਰੇ ਜਿਹੜੇ ਕਾਸੇ ਦੇ ਵਿੱਚ ਆਪਾਂ ਜੋ ਇਹ ਦੇਖ ਰਹੇ ਹਾਂ ਹੁਣ ਨਵੇਂ ਵਰਲਡ ਆਰਡਰ ਦੀ ਜਿਹੜੀ ਉਹ ਗੱਲ ਜਿਹੜੀ ਉਹ ਚੱਲ ਰਹੀ ਆ, ਸਿੱਖ ਵੀ ਵਰਲਡ ਆਰਡਰ ਨੂੰ ਤਬਦੀਲ ਕਰਨ ਦੀਆਂ ਗੱਲਾਂ ਦੇ ਵਿੱਚ ਕਰ ਰਹੇ ਆ। ਕੀ ਆਪਣੀ ਕੋਈ ਸੇ ਹੈਗੀ ਹੈ ਇਸ ਦੇ ਵਿੱਚ? ਕੀ ਆਪਣੀ ਕੋਈ ਇਸ ਦੇ ਵਿੱਚ ਪੁੱਛ ਹੈਗੀ ਆ, ਜਾਂ ਆਪਣਾ ਕੋਈ ਇਸ ਦੇ ਵਿੱਚ ਕਹਿ ਲਓ ਵੀ ਕੋਈ ਐਂਗਲ ਆਪਣਾ ਬਣਦਾ ਆ ਵਰਲਡ ਆਰਡਰ ਨੂੰ ਜਿਹੜਾ ਉਹ ਲੈ ਕੇ, ਜਾਂ ਆਪਾਂ ਨੂੰ ਦੂਰੋਂ ਇਸ ਚੀਜ਼ ਨੂੰ ਵਾਚਣਾ ਚਾਹੀਦਾ, ਦੇਖਣਾ ਚਾਹੀਦਾ ਵੀ ਕੀ ਇਸ ਦੇ ਵਿੱਚ ਹੋ ਰਿਹਾ? ਦੇਖੋ, ਬੜਾ ਸੋਹਣਾ ਲੱਗਦਾ ਵੀ ਵਰਲਡ ਆਰਡਰ ਚੇਂਜ ਕਰਦੀ ਹੈ ਨਾ, ਬੜਾ ਸੋਹਣਾ ਲੱਗਦਾ ਵੀ ਹਾਂ ਤਬਦੀਲੀ ਆ ਜੇ, ਜਾਂ ਕਿਆਸ ਹੋਵੇ ਵੀ ਇਹ ਆ ਰਿਹਾ ਵੀ ਜਿਹੜੇ ਦੇਸ਼ ਬਣਦੇ ਹੈਗੇ ਆ ਉਹ ਜੰਗਾਂ ਯੁੱਧਾਂ ਚੋਂ ਹੀ ਬਣਦੇ ਆ। ਬਿਲਕੁਲ, ਦੇਸ਼ ਜੰਗਾਂ ਯੁੱਧਾਂ ਚੋਂ ਬਣਦੇ ਹੈਗੇ ਆ। ਵੱਡੇ ਵੱਡੇ ਅੰਪਾਇਰ ਟੁੱਟੇ ਆ, ਜੋ ਲੜਾਈਆਂ ਚੋਂ ਟੁੱਟੇ ਆ, ਉਹਦੇ ਨਾਲ ਨੇਸ਼ਨ ਸਟੇਟਸ ਆ ਜਿਹੜੀਆਂ ਹੋਂਦ ਵਿੱਚ ਆਈਆਂ। ਪਰ ਜਿਹੜੀ ਲੜਾਈ 7 ਤੋਂ 4000 ਮੀਲ ਦੂਰ ਲੜੀ ਜਾ ਰਹੀ ਆ ਸਾਡੀ ਧਰਤੀ ਤੋਂ, ਸੋ ਉਹ ਸਾਡਾ ਮੁਲਕ ਥੋੜਾ ਉਸਾਰ ਦੇਗੀ। ਠੀਕ ਹੈ ਨਾ, ਵੀ ਜਿਹੜਾ ਕਿਆਸ ਆ, ਜਿਹੜਾ ਸੰਕਟ ਆ, ਉਹ ਜਦੋਂ ਤੁਹਾਡੀ ਧਰਤੀ ਦੇ ਨੇੜੇ ਆ ਕੇ ਹੋਵੇਗਾ ਉਦੋਂ ਤੁਹਾਡਾ ਜਿਹੜਾ ਹੈਗਾ ਉਹ ਕੁਝ ਬਣਨਾ ਹੈਗਾ। ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਰਾਜ ਹਾਸਲ ਹੋਇਆ ਉਹਦੇ ਵਿੱਚ ਹੋਇਆ ਵੀ ਉੱਥੇ ਲੋਕਲ ਮੁਗਲਾਂ ਦਾ, ਦੁਰਾਨੀਆਂ ਦਾ ਤੇ ਮਰਹੱਟਿਆਂ ਦਾ ਆਪਸੀ ਕਲੇਸ਼ ਵੱਧ ਗਿਆ ਸੀ। ਉਹ ਆਪਸੀ ਸੰਕਟ ਉਸ ਧਰਤੀ ਤੇ ਵਧਿਆ ਜਿਹਦੇ ਚੋਂ ਸਿੱਖਾਂ ਨੂੰ ਜਿਹੜਾ ਮੌਕਾ ਮਿਲ ਗਿਆ ਆਪਣਾ ਮੁਲਕ ਸਿਰਜਣ ਦਾ। ਸੋ ਸੰਕਟ ਆ ਜਿਹੜਾ ਉਸ ਧਰਤੀ ਦੇ ਨੇੜੇ ਤੇੜੇ ਹੋਣਾ ਚਾਹੀਦਾ। ਦੂਸਰਾ ਜਿਹੜਾ ਗਲੋਬਲ ਆਰਡਰ ਨੂੰ ਚੇਂਜ ਕਰਨ ਦਾ, ਵਰਤਮਾਨ ਗਲੋਬਲ ਆਰਡਰ ਵਿੱਚ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਮਾਨਤਾਵਾਂ ਨੇ, ਵਰਤਮਾਨ ਜਿਹੜਾ ਗਲੋਬਲ ਆਰਡਰ ਹੈਗਾ, ਜਿਹੜਾ ਵੈਸਟ ਦੇ ਆਧਾਰਿਤ ਹੈਗਾ, ਉਹ ਤੁਹਾਨੂੰ ਕਿੰਨੀਆਂ ਆਜ਼ਾਦੀਆਂ ਦਿੰਦਾ। ਤੁਹਾਨੂੰ ਪੜ੍ਹਨ ਲਿਖਣ ਦੀ ਆਜ਼ਾਦੀ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ। ਈਵਨ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਬੈਠ ਕੇ ਤੁਸੀਂ ਅਮਰੀਕਾ ਦੇ ਖਿਲਾਫ ਕਿਤਾਬਾਂ ਲਿਖ ਸਕਦੇ ਆ। ਅਮਰੀਕਨ ਯੂਨੀਵਰਸਿਟੀਆਂ ਥਾਂ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਤਨਖਾਹਾਂ ਦਿੰਦੀਆਂ। ਇੱਕ ਓਪਨਨੈਸ ਹੈ, ਇੱਕ ਲਿਬਰਲ ਡੈਮੋਕ੍ਰੇਸੀ ਆ। ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈਗੀ ਆ, ਤੁਹਾਡੇ ਤੇ ਕੋਈ ਪੁਲਿਸ ਤਸ਼ੱਦਦ ਨਹੀਂ। ਜਿਹੜਾ ਗਲੋਬਲ ਆਰਡਰ ਅੱਜ ਅਸੀਂ ਲਿਬਰਲ ਡੈਮੋਕ੍ਰੇਸੀ ਦਾ ਚੇਂਜ ਕਰਕੇ ਨਵਾਂ ਲਿਆਉਣਾ ਚਾਹੁੰਦੇ ਹਾਂ, ਉਹਦੇ ਵਿੱਚ ਈਰਾਨ, ਚੀਨ ਤੇ ਰੂਸ ਦੀ ਪ੍ਰਮੁੱਖਤਾ ਹੋਏਗੀ। ਅਸੀਂ ਇਹੀ ਕਹਿੰਦੇ ਆ ਨਾ ਵੀ ਵੈਸਟ ਵਾਲਾ ਗਲੋਬਲ ਆਰਡਰ ਤਬਾਹ ਕਰ ਦਈਏ, ਈਰਾਨ, ਚੀਨ ਤੇ ਰੂਸ ਵਾਲਾ ਗਲੋਬਲ ਆਰਡਰ ਲਾਈਏ। ਉਹਨਾਂ ਤਿੰਨਾਂ ਮੁਲਕਾਂ ਵਿੱਚ ਦੱਸੋ ਕਿੱਥੇ ਗੱਲ ਕਰਨ ਦੀ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਆ। ਰਸ਼ੀਆ ਵਿੱਚ ਹਰ ਵਿਰੋਧੀ ਕੋ ਕੇ ਮਾਰ ਦਿੱਤਾ ਗਿਆ। ਹਰ ਵਿਰੋਧੀ ਜਿਹੜਾ ਵੀ ਪੁਤਿਨ ਦੇ ਖਿਲਾਫ ਬੋਲਦਾ ਉਹਦੀ ਲਾਸ਼ ਵੀ ਨਹੀਂ ਲੱਭੀ। ਅੰਨਾ ਪੋਲਿਸਕਾਇਆ ਤੋਂ ਲੈ ਕੇ ਆ ਉਹਨਾਂ ਦਾ ਜਿਹੜਾ ਨੈਵਲੈਨੀ ਸੀਗਾ, ਪਤਾ ਹੀ ਨਹੀਂ ਉੱਥੇ, ਪਤਾ ਹੀ ਨਹੀਂ। ਮੈਂ ਕਈ ਵਾਰ ਤੁਸੀਂ ਦੇਖੋ ਅਲ ਜਜ਼ੀਰਾ ਤੇ ਪੁਰਾਣੀਆਂ ਉਹਨਾਂ ਦੀਆਂ ਨਿਊਜ਼ ਸਟੋਰੀਆਂ ਪਈਆਂ, ਕਿੰਨਾ ਤਸ਼ੱਦਦ ਉਹ
ਜਿਹੜੇ ਗੈਰ ਰੂਸੀ ਲੋਕ ਨੇ ਜਿਹੜੇ ਉੱਥੇ ਰਹਿ ਰਹੇ ਹੈਗੇ ਆ, ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਜਾਂ ਹੋਰਾਂ ਨਾਲ, ਕਿੰਨਾ ਤਸ਼ੱਦਦ ਉੱਥੇ ਹੋ ਰਿਹਾ ਉਹ ਦੇਖੋ। ਜਿਹੜੀ ਉਹ ਕਲੋਜ਼ ਸੁਸਾਇਟੀ ਹੈ, ਤੁਹਾਨੂੰ ਕੁਝ ਨਹੀਂ ਪਤਾ ਰੂਸ ਵਿੱਚ ਕੀ ਹੋ ਰਿਹਾ, ਤੁਹਾਨੂੰ ਕੁਝ ਨਹੀਂ ਪਤਾ ਚੀਨ 'ਚ ਕੀ ਹੋ ਰਿਹਾ। ਉੱਥੇ ਮਿਲੀਅਨ ਕਰੋੜਾਂ ਲੋਕਾਂ ਨੂੰ ਕਨਸੈਂਟਰੇਸ਼ਨ ਕੈਂਪਾਂ ਵਿੱਚ ਰੱਖ ਕੇ ਜਿੱਦਾਂ ਉਹਨਾਂ ਦੀ ਸੋਚ ਤਬਦੀਲ ਕਰਨ ਦਾ, ਉਹਨਾਂ ਦਾ ਜੀਵਨ ਜਾਂਚ ਤਬਦੀਲ ਕਰਨ ਦਾ ਮਾਨਸਿਕ ਤਸ਼ੱਦਦ ਹੋ ਰਿਹਾ। ਉਹਨਾਂ ਬਾਰੇ ਕੋਈ ਰੈਕਗਨੀਸ਼ਨ ਨਹੀਂ, ਕੋਈ ਇੰਟਰਨੈਸ਼ਨਲ ਮੀਡੀਆ ਉੱਥੇ ਵੜ ਕੇ ਰਿਪੋਰਟਿੰਗ ਨਹੀਂ ਕਰ ਸਕਦਾ। ਇਹੋ ਕੁਝ ਇਰਾਨ ਵਿੱਚ ਹੈ। ਸੋ ਇਰਾਨ ਦੀ ਕਲੋਜ਼ ਸੁਸਾਇਟੀ ਆ। ਜੇ ਅਸੀਂ ਇੱਕ ਓਪਨ ਸੁਸਾਇਟੀ ਜਿਹੜੀ ਸਾਨੂੰ ਵਿਚਾਰ ਪ੍ਰਗਟ ਕਰਨ ਦੀ, ਲਿਖਣ ਪੜ੍ਹਨ ਦੀ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਅਕੈਡਮਿਕ ਆਜ਼ਾਦੀਆਂ ਉਹ ਦਿੰਦੀ ਆ, ਜੇ ਉਹ ਗਲੋਬਲ ਆਰਡਰ ਤੋੜ ਕੇ ਅਸੀਂ ਇੱਕ ਕਲੋਜ਼ ਸੁਸਾਇਟੀ ਦਾ ਗਲੋਬਲ ਆਰਡਰ ਲਿਆਉਣਾ ਚਾਹੁੰਦੇ ਆ, ਮੈਨੂੰ ਲੱਗਦੀ ਵੀ ਅਸੀਂ ਗਲਤੀ ਕਰ ਰਹੇ ਹੋਵਾਂਗੇ। ਸੋ ਇੱਕ ਹਿਸਟਰੀ ਦੇ ਔਰ ਪੋਲਿਟਿਕਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਜੇ ਗਲੋਬਲ ਆਰਡਰ ਵਿੱਚ ਤਬਦੀਲੀ ਸਾਨੂੰ ਨੈਗੇਟਿਵ ਪਾਸੇ ਲੈ ਕੇ ਜਾ ਰਹੀ ਆ, ਸਾਡੀ ਬਰਬਾਦੀ ਦਾ ਕਾਰਨ ਬਣ ਸਕੇਗੀ, ਤਾਂ ਸਾਨੂੰ ਇਸ ਗਲੋਬਲ ਆਰਡਰ ਦੇ ਨਾਲ ਹੀ ਹਾਲ ਦੀ ਘੜੀ ਜਿਹੜਾ ਹੈਗਾ ਰਹਿਣਾ ਚਾਹੀਦਾ, ਜਦੋਂ ਤੱਕ ਸਾਡੇ ਕੋਲ ਲਿਬਰਲ ਡੈਮੋਕ੍ਰੇਸੀ ਦੇ ਮੁਕਾਬਲੇ ਜਿਹੜਾ ਹੈਗਾ ਕੋਈ ਹੋਰ ਇਹ ਤੋਂ ਵੀ ਵਧੀਆ, ਜਿੱਥੇ ਮਨੁੱਖਤਾ ਆਜ਼ਾਦੀ ਮਾਣ ਸਕੇ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰਿਆ ਤਿੱਥੇ ਲਿਓ ਆਵਾਰ। ਵੀ ਇਹਨਾਂ ਮਨੁੱਖਤਾ ਦਾ ਭਲਾ ਕਰ ਜਿਹੜੇ ਵੀ ਰਸਤੇ ਰਾਹੀਂ ਹੁੰਦਾ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਕੱਲਾ ਗੁਰੂ ਗ੍ਰੰਥ ਸਾਹਿਬ ਦੇ ਰਸਤੇ ਤੇ ਕਰ, ਉਹ ਕਹਿੰਦੇ ਵੀ ਜਿਹੜੇ ਵੀ ਰਸਤੇ ਤਾਂ ਹੀ ਇਸ ਮਨੁੱਖਤਾ ਦਾ ਆਧਾਰ ਹੋ ਸਕਦਾ ਉਹ ਕਰ। ਸੋ ਮੈਨੂੰ ਲੱਗਦਾ ਵੀ ਇਹ ਗਲੋਬਲ ਆਰਡਰ ਸਿੱਖਾਂ ਦਾ ਗਲੋਬਲ ਆਰਡਰ ਹੈ, ਜਿੱਥੇ ਮਨੁੱਖਤਾ ਦਾ ਆਧਾਰ ਉਹਨਾਂ ਦੇ ਧਰਮ, ਉਹਨਾਂ ਦੀ ਜਾਤ, ਉਹਨਾਂ ਦੇ ਵਿਚਾਰਾਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਮਨੁੱਖ ਸਮਝ ਕੇ ਹੋ ਸਕਦਾ। ਇਹ ਗਲੋਬਲ ਆਰਡਰ ਸਿੱਖਾਂ ਦਾ ਗਲੋਬਲ ਆਰਡਰ। ਜੀ ਸਿੱਖਾਂ ਦੇ ਲਈ ਕੀ ਸਿੱਖਿਆ ਆ ਦੋਨਾਂ ਮੁਲਕਾਂ ਤੋਂ ਇਸ ਲੜਾਈ ਦੇ ਵਿੱਚ ਸਿੱਖਣ ਦੇ ਲਈ, ਅਮਰੀਕਾ ਵਾਲੇ ਪਾਸਿਓਂ ਵੀ ਤੇ ਈਰਾਨ ਵਾਲੇ ਪਾਸਿਓਂ ਵੀ ਕੀ ਸਿੱਖਿਆ ਜਾ ਸਕਦਾ ਹੈ? ਇਹ ਇੱਕ ਤਾਂ ਆਪਾਂ ਗਲੋਬਲ ਆਰਡਰ ਦੀ ਵੀ ਜੇ ਸਿੱਖਾਂ ਨੇ ਕੋਈ ਸੁਸਾਇਟੀ ਸਿਰਜਣੀ ਆ ਪੋਲੀਟੀਕਲ, ਜਾਂ ਕੱਲ ਨੂੰ ਉਹਨਾਂ ਨੇ ਆਪਣੀ ਕੰਟਰੀ ਵੀ ਬਣਨੀ ਆ, ਤਾਂ ਉਹ ਲਿਬਰਲ ਡੈਮੋਕ੍ਰੈਟਿਕ ਸਿਸਟਮ 'ਚ ਹੋਵੇ, ਜਿੱਥੇ ਮਨੁੱਖਤਾ ਤੇ ਇਸ ਲਈ ਤਸ਼ੱਦਦ ਨਾ ਕੀਤਾ ਜਾਵੇ ਕਿ ਉਹਦੇ ਵਿਚਾਰ ਸਰਕਾਰ ਨਾਲ ਨਹੀਂ ਮਿਲਦੇ। ਸੋ ਸਾਨੂੰ ਖੁੱਲ੍ਹੇਪਣ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ, ਤੇ ਈਵਨ ਜਿਹੜੀ ਹੈਗੀ ਜੇ ਸਰਕਾਰ ਮਜ਼ਬੂਤ ਆ ਤਾਂ ਉਹਨੂੰ 5, 4 ਜਾਂ 10 ਕਿਤਾਬਾਂ ਨੇ ਜਿਹੜੀਆਂ ਉਹ ਤਬਾਹ ਨਹੀਂ ਕਰ ਸਕਦੇ। ਤੁਹਾਡੇ ਵਿੱਚ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਨਾ ਵੀ ਅਸੀਂ ਸਾਹਮਣਾ ਕਰ ਸਕਦੇ ਹੈਗੇ ਹਾਂ। ਸੋ ਉਸ ਗਲੋਬਲ ਆਰਡਰ ਵਿੱਚ ਆਜ਼ਾਦੀ, ਮਨੁੱਖਤਾ ਦੀ ਆਜ਼ਾਦੀ ਜਿਹੜੀ ਕਿ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਪਹਿਲੇ ਦਿਨ ਤੋਂ, ਗੁਰੂ ਨਾਨਕ ਪਾਤਸ਼ਾਹ ਜੀ ਨੇ, ਜਿਹੜੀ ਸਿਵਲ ਸਿਟੀਜ਼ੈਂਟਰੀ ਹੈ। ਸੋ ਡਾਕਟਰ ਜਸਵੀਰ ਸਿੰਘ ਦੀ ਕਿਤਾਬ ਆਈ ਹੈ ਨਵੀਂ, ਜਿਹਦੇ ਤੇ ਆਪਾਂ ਚਰਚਾ ਕਰਾਂਗੇ। ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਡਿਵਾਈਨ ਸੋਵਰੈਨਿਟੀ ਸੀ, ਜਿਹੜੀ ਦੇਵੀ ਪ੍ਰਭੂ ਸੱਤਾ ਸੀ, ਉਹਨੂੰ ਲੋਕ ਸੋਵਰੈਨਿਟੀ ਨਾਲ ਇੱਕਮਿਕ ਕੀਤਾ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਇਹ ਦੇਵੀ ਪ੍ਰਭੂ ਸੱਤਾ ਨੂੰ ਸੰਗਤੀ ਪ੍ਰਭੂ ਸੱਤਾ ਦੇ ਵਿੱਚ ਇਹ ਗੁਰੂ ਨੇ ਸਾਨੂੰ ਕਨਸੈਪਟ ਦਿੱਤਾ ਹੈ। ਸੇ ਅੱਜ ਜਿਹੜਾ ਲਿਬਰਲ ਆਰਡਰ ਚੱਲ ਰਿਹਾ ਨਾ, ਇਹ ਗੁਰੂ ਦਾ ਦਿੱਤਾ ਹੋਇਆ ਉਹ ਸੱਤਾ ਦਾ ਜਿਹੜਾ ਦੇਵੀ ਸੱਤਾ ਨੂੰ ਲੋਕ ਸੱਤਾ ਵਿੱਚ ਤਬਦੀਲ ਹੋਈ ਆ, ਇਹ ਉੱਥੋਂ ਹੀ ਲਿਆ ਗਿਆ। ਇਹ ਨਹੀਂ ਹੈਗਾ ਵੀ ਸਿੱਖਾਂ ਨੇ ਡੈਮੋਕ੍ਰੇਸੀ ਲਈ ਹੈ, ਡੈਮੋਕ੍ਰੇਸੀ ਸਿੱਖਾਂ ਤੋਂ ਸ਼ੁਰੂ ਹੋਈ ਹੈ। ਅੱਜ ਦੀ ਡੈਮੋਕ੍ਰੇਸੀ ਦੀਆਂ ਜੜ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ 1699 ਦੀ ਵਿਸਾਖੀ ਦੇ ਇਨਕਲਾਬ ਵਿੱਚ, ਔਰ ਜਿਹੜੀ ਗੁਰੂ ਸਾਹਿਬ ਨੇ ਡਿਵਾਈਨ ਸੋਵਰੈਨਿਟੀ, ਲੋਕ ਸੋਵਰੈਨਿਟੀ ਨੂੰ ਸੰਗਤ ਨੂੰ ਅਰਪਣ ਕੀਤੀ। ਅੱਜ ਸੰਗਤ ਨੂੰ ਅਰਪਣ ਹੈ ਸੋਵਰੈਨਿਟੀ। ਸੋ ਸੰਗਤ ਫੈਸਲਾ ਜਾਂ ਲੋਕ ਫੈਸਲਾ ਕਰਦੇ ਨੇ। ਠੀਕ ਹੈ, ਦੇਅਰ ਇਜ਼ ਏ ਡਾਰਕ ਸਾਈਡ ਆਫ ਡੈਮੋਕ੍ਰੇਸੀ, ਵੀ ਉਹਦੇ ਵਿੱਚ ਕੁਝ ਅਲਾਮਤਾਂ ਆ ਗਈਆਂ ਨੇ, ਪਰ ਉਹਦਾ ਸਿਧਾਂਤ ਨਹੀਂ ਗਲਤ। ਸਿਧਾਂਤਕ ਤੌਰ ਤੇ ਉਹ ਗਲਤ ਨਹੀਂ ਹੈਗੀ। ਜਿਹੜੇ ਪ੍ਰੈਕਟਿਸ ਵਿੱਚ ਲੋਕ ਆਏ ਆ, ਉਹਨਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਉਹਨੂੰ ਤੋੜ ਮਰੋੜ ਕੇ ਆਪਣੇ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਜਿੱਦਾਂ ਲਗਾਤਾਰ ਇਹ ਆ ਰਿਹਾ ਸੀ ਨਾ ਵੀ ਨੇਸ਼ਨ ਸਟੇਟ ਮਾੜੀ ਆ ਜੀ, ਨੇਸ਼ਨ ਸਟੇਟ ਮਾੜੀ ਆ, ਨੇਸ਼ਨ ਸਟੇਟ ਤਬਾਹ ਕਰ ਦਿੰਦੀ ਆ। ਸਿੱਖਾਂ ਦਾ ਇੱਕ ਵੱਡੇ ਹਿੱਸੇ ਵਿੱਚ ਆਇਆ। ਮੈਂ ਆਪਣੀ ਕਿਤਾਬ ਵਿੱਚ ਪੂਰਾ ਚੈਪਟਰ ਲਿਖਿਆ ਵੀ ਨੇਸ਼ਨ ਸਟੇਟ ਨਹੀਂ ਮਾੜੀ, ਨੇਸ਼ਨ ਸਟੇਟ ਦੀਆਂ ਸਿਧਾਂਤਕ ਹੱਦਾਂ ਬਾਰੇ ਪੂਰਾ 20-25 ਸਫ਼ਿਆਂ ਦਾ ਇੱਕ ਚੈਪਟਰ ਹੈ। ਇਹ ਮੈਨੂੰ ਮੈਂ ਤੋੜਿਆ। ਨੇਸ਼ਨ ਸਟੇਟ ਦੇ ਸਿਧਾਂਤ ਮਾੜੇ ਨਹੀਂ ਹੈਗੇ, ਉਹਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਆਪਣੀਆਂ ਨਿੱਜੀ ਲਾਲਸਾਵਾਂ ਲਈ ਉਹਦੇ ਵਿੱਚ ਗਲਤੀਆਂ ਕੀਤੀਆਂ। ਮਾਈਕਲ ਮਾਨ ਆ, ਪੋਲਿਟਿਕਸ ਦੇ ਬਹੁਤ ਵੱਡੇ ਵਿਦਵਾਨ ਨੇ। ਇਨੀਸ਼ੀਅਲ ਸਿਟੀ ਸਟੇਟ ਤੋਂ ਲੈ ਕੇ ਅੱਜ ਦੀ ਮਾਡਰਨ ਸਟੇਟ ਤੱਕ ਜਿੰਨੀ ਵੀ ਤਬਦੀਲੀ ਹੋਈ ਆ, ਮਾਈਕਲ ਮਾਨ ਦੇ 4 ਵੋਲੀਅਮ ਆ ਉਹਦੇ ਬਾਰੇ, ਬਹੁਤ ਵੱਡੀ ਕਿਤਾਬ ਹੈਗੀ ਆ। ਬਹੁਤ ਵੱਡੇ ਮਹਾਨ ਜਿਹੜੇ ਹੈਗੇ ਵਿਦਵਾਨ ਆ, ਉਹਨਾਂ ਦੀ ਇੱਕ ਕਿਤਾਬ ਆਈ ਹੈ ਡਾਰਕ ਸਾਈਡ ਆਫ ਡੈਮੋਕ੍ਰੇਸੀ ਜੀ। ਡਾਰਕ ਸਾਈਡ ਆਫ ਡੈਮੋਕ੍ਰੇਸੀ ਵਿੱਚ ਉਹਨਾਂ ਨੇ ਕਿਹਾ ਵੀ ਇਹ ਅਲਾਮਤਾਂ ਨੇ ਜਿਹੜਾ ਐਥਨਿਕ ਕਲੀਨਜ਼ਿੰਗ ਹੋ ਰਹੀ ਆ,
ਵੀ ਛੋਟੀਆਂ ਕੌਮੀਆਂ ਦੀ ਤਬਾਹੀ ਹੋ ਰਹੀ ਹੈ। ਇਟ ਇਜ਼ ਦੀ ਡਾਰਕ ਸਾਈਡ ਆਫ ਡੈਮੋਕ੍ਰੇਸੀ। ਉਹਨੂੰ ਇਸ ਤਰ੍ਹਾਂ ਡਿਫਾਈਨ ਕਰਨਾ। ਡੈਮੋਕ੍ਰੇਸੀ ਦੇ ਸਿਧਾਂਤ ਵਿੱਚ ਕਮਜ਼ੋਰੀਆਂ ਨਹੀਂ ਹੈਗੀਆਂ। ਕੁਝ ਲੋਕਾਂ ਨੇ ਜਿਸ ਤਰ੍ਹਾਂ ਆਪਣੇ ਹੋਏ ਵਲਾਦੀਮੀਰ ਪੁਤਿਨ ਹੋਇਆ ਜਾਂ ਨੇਤਨਯਾਹੂ ਹੋਇਆ ਜਾਂ ਹੋਰ ਲੋਕ ਨੇ, ਇਹਨਾਂ ਨੇ ਡੈਮੋਕ੍ਰੇਸੀ ਨੂੰ ਆਪਣੇ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਪਰ ਤੁਸੀਂ ਦੇਖੋ ਉਹ ਟੁੱਟ ਰਿਹਾ ਹੈ। ਹੰਗਰੀ ਵਿੱਚ 16 ਸਾਲ ਤੋਂ ਜਿਹੜਾ ਇਹ ਪ੍ਰੈਕਟਿਸ ਚੱਲ ਰਹੀ ਸੀ, ਲੋਕਾਂ ਨੇ ਭਗਾ ਕੇ ਮਾਰਿਆ ਉਹ ਤਾਨਾਸ਼ਾਹ ਜਿਹੜਾ ਡੈਮੋਕ੍ਰੇਸੀ ਨੂੰ ਆਪਣੇ ਹਿੱਤਾਂ ਲਈ ਵਰਤ ਰਿਹਾ ਸੀ। ਉਹਨੇ ਮੀਡੀਆ ਸਾਰਾ ਕਾਬੂ ਕਰ ਲਿਆ, ਅਦਾਲਤਾਂ ਕਾਬੂ ਕਰ ਲਈਆਂ, ਅਫਸਰਸ਼ਾਹੀ ਕਾਬੂ ਕਰ ਲਈ, ਫੌਜ, ਪੁਲਿਸ, ਇੰਟੈਲੀਜੈਂਸ ਸਾਰੀ ਉਹਦੀਆਂ ਉਂਗਲਾਂ ਤੇ ਨੱਚਦੀ ਸੀ। ਔਰ ਇੰਨੀ ਜ਼ਿਆਦਾ ਕਲੋਜ਼ ਸੋਸਾਇਟੀ ਨੂੰ ਲਿਬਰਲ ਡੈਮੋਕ੍ਰੇਸੀ ਨੇ ਹਾਰ ਦਿੱਤੀ, ਪਟਕਾ ਕੇ ਮਾਰਿਆ। ਸੋ ਜਦੋਂ ਮੌਕਾ ਮਿਲੇਗਾ ਇਹ ਸਾਰੀਆਂ ਜਿਹੜੀਆਂ ਇਹ ਤਾਨਾਸ਼ਾਹੀ ਬਿਰਤੀਆਂ ਨੇ ਇਹ ਘਾਤਕ ਹੋਣਗੀਆਂ। ਸੋ ਗੁਰੂ ਸਾਹਿਬ ਦੀ ਸਿੱਖਿਆ ਹੈਗੀ ਜਿਹੜੀ ਸੰਗਤ ਨੂੰ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਉਸ ਕੰਸੈਪਟ ਨੂੰ ਅੱਜ ਦੇ ਲਿਬਰਲ ਆਰਡਰ ਨੇ ਅਪਣਾਇਆ ਹੋਇਆ ਹੈ ਕਿਸੇ ਹੱਦ ਤੱਕ। ਆਪਾਂ ਜੇ ਸਾਰਾ ਨਾ ਵੀ ਕਹੀਏ, ਕਿਸੇ ਹੱਦ ਤੱਕ ਅਪਣਾਇਆ। ਜੇ ਉਸ ਲਿਬਰਲ ਆਰਡਰ ਨੂੰ ਤੋੜ ਕੇ ਅਸੀਂ ਤਾਨਾਸ਼ਾਹੀ ਵਾਲਾ ਜਾਂ ਔਰੰਗਜ਼ੇਬ ਵਾਲਾ ਲਿਬਰਲ ਆਰਡਰ ਲਿਆਉਣਾ ਚਾਹੁੰਦੇ ਹਾਂ ਤਾਂ ਉਹ ਅਸੀਂ ਗਲਤੀ ਕਰ ਰਹੇ ਹਾਂ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ, ਸੋ ਤੁਸੀਂ ਇਸ ਦਾ ਵਿਸ਼ਲੇਸ਼ਣ ਕੀਤਾ। ਬਹੁਤ ਬਹੁਤ ਅਸੀਂ ਤੁਹਾਡਾ ਅਵਤਾਰ ਸਿੰਘ ਜੀ ਧੰਨਵਾਦ ਜਿਹੜਾ ਉਹ ਕਰਦੇ ਹਾਂ ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਅੱਜ ਦੀ ਗੱਲਬਾਤ ਦੇ ਲਈ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਦ ਪੰਥਕ ਪੈਰਾਡਾਈਮ ਪ੍ਰੋਗਰਾਮ ਹੁਣ ਇੱਥੇ ਹੀ ਹੁੰਦਾ ਜੀ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।